सतनाम श्री वाहिगुरु साहिब जी। सतनाम श्री वाहिगुरु साहिब जीओ। डंडौत बंदन अनक बार सर्ब कला समरथ। डोलन ते राखो प्रभु नानक दे कर हाथ। डोलन ते राखो प्रभु नानक दे कर हाथ। वाहिगुरु जी का खालसा वाहिगुरु जी की फतेह। परम सन्मानयोग सतगुरु धन धन सतगुरु साहिब श्री गुरु ग्रंथ साहिब महाराज जी दे पावन पवित्र चरनां दे विच जुड़ बैठी गुरसिख साध संगत जीओ बड़े भागी हो। धन गुरु ग्रंथ साहिब महाराज जी दे पावन पवित्र चरनां दे विच जुड़ बैठ के सतगुरु जी दी बाणी दा आनंद लै रहे हो। गुरु सवारे गुरु घर दे हजूरी कीर्तनीए भाई साहब जी ने आप जी नूं गुरबाणी दा कीर्तन सरवण करवाया, नाल नाल गुरु इतिहास तो भी जाणू करवाया। अज रखड़ पुनिया है, इस करके भी संगत की आमद कुछ घट है। बहुत सारिया भैणां भरावां दे रखड़ी बन्नण गईयां ने, बहुत सारे भरा रखड़ी बनाउण भी आए होणगे। साडे देश का एक त्योहार है। साडे देश के कई त्योहार ने, उन्हां दे विचों एक रखड़ी का भी त्योहार है। कई त्योहार सिक्ख्यादायक ने, कई त्योहार उहदे पिछे शैतानी चलाकी काम करदी है। साडे देश के कई त्योहार ने जिन्हां तो सिक्ख्या मिलती है, लेकिन कई त्योहार ने जिन्हां तो सिक्ख्या कोई नहीं मिलती। उहदे पिछे शैतान लोगों की शैतानी, चलाक लोगों की चलाकी काम करती है। उदाहरण के तौर पे साडे देश का त्योहार है दिवाली। दिवाली एक सिक्ख्यादायक त्योहार है। दिवाली का अर्थ हुंदा है दीपां वाली, क्योंकि दिवाली हमेशा मस्या की रात को ही मनाई जाती है। मस्या की रात हनेरी हुंदी है, काली हुंदी है। आम तौर पे साडे देश की कहावत भी है, जिहड़ा काम ना होने वाला होवे जां असीं जिहड़ा काम ना कर सकीए तां कह देईदा चाननी दिवाली नूं करांगे। उहदा अर्थ हुंदा ना चाननी दिवाली आवे ते ना असीं करिए। दिवाली का अर्थ है कि साडी जिंदगी एक मस्या की रात की तरह काली बोली है।
ਇਸ ਨੂੰ ਦੀਵਿਆਂ ਨਾਲ, ਚੰਗੇ ਗੁਣਾਂ ਨਾਲ, ਚੰਗਿਆਈਆਂ ਨਾਲ, ਚੰਗੇ ਕਰਮਾਂ ਨਾਲ ਜਗਮਗਾ ਸਕਦਾ ਹੈ। ਜਿਵੇਂ ਦੀਵਾਲੀ ਦੀ ਰਾਤ ਕਾਲੀ ਹੁੰਦੀ ਹੈ, ਹਨੇਰੀ ਹੁੰਦੀ ਹੈ, ਪਰ ਦੀਵੇ ਬਾਲ ਕੇ ਅਸੀਂ ਉਸ ਨੂੰ ਚਾਨਣੀ ਕਰ ਦਿੰਦੇ ਹਾਂ। ਉਹੀ ਕਾਲੀ ਰਾਤ ਜਗਮਗਾਉਂਦੀ ਹੈ। ਸਿਆਣੇ ਪੁਰਸ਼ਾਂ ਨੇ ਕਿਹਾ, ਤੇਰੀ ਜ਼ਿੰਦਗੀ ਦੀ ਰਾਤ ਵੀ ਕਾਲੀ ਬੋੜੀ ਹੈ, ਇਹਨੂੰ ਤੂੰ ਚੰਗੇ ਕਰਮ ਕਰਕੇ, ਇਹਨੂੰ ਤੂੰ ਸ਼ੁਭ ਕਰਮ ਕਰਕੇ ਜਗਮਗਾ ਸਕਦਾ ਹੈ। ਇੱਕ ਸਿੱਖਿਆ ਸੀ, ਇੱਕ ਸੋਝੀ ਸੀ। ਹੋਰ ਵੀ ਕਈ ਐਸੇ ਤਿਉਹਾਰ ਨੇ, ਲੇਕਿਨ ਕੁਝ ਤਿਉਹਾਰ ਐਸੇ ਨੇ ਜਿਨ੍ਹਾਂ ਦੇ ਪਿੱਛੇ ਸ਼ੈਤਾਨ ਲੋਕਾਂ ਦੀ ਸ਼ੈਤਾਨੀ ਕੰਮ ਕਰਦੀ ਹੈ, ਚਲਾਕ ਲੋਕਾਂ ਦੀ ਚਲਾਕੀ ਕੰਮ ਕਰਦੀ ਹੈ, ਜੈਸਾ ਕਿ ਰੱਖੜੀ। ਅੱਜ ਦੀ ਵਿਚਾਰ ਬੜੇ ਧਿਆਨ ਦੇ ਨਾਲ ਸੁਣਨਾ, ਜਿਨ੍ਹਾਂ ਨੇ ਵੀ ਸੁਣਨੇ, ਖਾਸ ਕਰਕੇ ਬੀਬੀਆਂ ਭੈਣਾਂ ਇਸ ਵਿਚਾਰ ਨੂੰ ਠੀਕ ਢੰਗ ਨਾਲ ਸੁਣਨ। ਸਾਡੇ ਦੇਸ਼ ਦਾ ਇੱਕ ਤਿਉਹਾਰ ਹੈ ਤੀਆਂ। ਆ ਪਿਛਲੇ ਦਿਨੀ ਨਿਕਲ ਕੇ ਗਿਆ ਤਿਉਹਾਰ ਹੈ ਤੀਆਂ। ਸਾਡੀਆਂ ਬੀਬੀਆਂ, ਸਾਡੀਆਂ ਭੈਣਾਂ ਬੜੀਆਂ ਖੁਸ਼ ਹੋ ਕੇ ਮਨਾਉਂਦੀਆਂ, ਬੜੀਆਂ ਫੋਟੋਆਂ ਖਿੱਚ ਖਿੱਚ ਕੇ ਫੇਸਬੁੱਕ ਤੇ ਪਾਉਂਦੀਆਂ, ਬੜੀਆਂ ਖੁਸ਼, ਤੀਆਂ ਜੀ, ਤੀਆਂ ਜੀ। ਲੇਕਿਨ ਇਹਨਾਂ ਨੂੰ ਅਸਲੀਅਤ ਦਾ ਨਹੀਂ ਪਤਾ, ਸੱਚਾਈ ਦਾ ਨਹੀਂ ਪਤਾ ਕਿ ਤਿਉਹਾਰ ਬਣਿਆ ਕਿਉਂ, ਇਹ ਤੀਆਂ ਤਿਉਹਾਰ ਬਣਿਆ ਕਿਉਂ, ਜਾਂ ਇਹ ਤੀਆਂ ਤਿਉਹਾਰ ਬਣਾਇਆ ਕਿਉਂ, ਜਾਂ ਕਿਹਨੇ ਬਣਾਇਆ, ਕਿਉਂ ਬਣਾਇਆ। ਇਸ ਬਾਰੇ ਕਦੇ ਸਵਾਲ ਪੈਦਾ ਨਹੀਂ ਹੁੰਦਾ। ਇਸ ਬਾਰੇ ਸਾਡੀਆਂ ਬੀਬੀਆਂ ਭੈਣਾਂ ਨਹੀਂ ਸੋਚਦੀਆਂ। ਅਸਲ ਦੇ ਵਿੱਚ ਸਾਡੇ ਦੇਸ਼ ਵਿੱਚ ਜਦੋਂ ਇਸਲਾਮ ਦਾ ਰਾਜ ਸੀ ਤਾਂ ਜਿਹੜੇ ਹਾਕਮ ਹੁੰਦੇ ਸਨ ਉਹਨਾਂ ਨੇ ਇਹ ਤਿਉਹਾਰ ਚਾਲੂ ਕੀਤਾ ਸੀ। ਉਹ ਕੀ ਕਰਦੇ ਸਨ ਕਿ ਜਿੰਨੀਆਂ ਵੀ ਇਲਾਕੇ ਦੀਆਂ ਸੁੰਦਰ ਲੜਕੀਆਂ, ਸੁੰਦਰ ਬਹੂਆਂ, ਉਹਨਾਂ ਨੂੰ ਸੱਦਿਆ ਜਾਂਦਾ ਸੀ। ਉਹ ਹਾਰ ਸ਼ਿੰਗਾਰ ਕਰਕੇ ਉੱਥੇ ਪਹੁੰਚਦੀਆਂ ਸਨ। ਉਹਨਾਂ ਦੇ ਵਿੱਚੋਂ ਜਿਹੜੀਆਂ ਉਸ ਨਵਾਬ ਨੂੰ ਚੰਗੀਆਂ ਲੱਗਦੀਆਂ ਸੀ, ਸੋਹਣੀਆਂ ਲੱਗਦੀਆਂ ਸੀ, ਮਨ ਨੂੰ ਭਾ ਜਾਂਦੀਆਂ ਸੀ, ਉਹਨਾਂ ਨੂੰ ਜਬਰੋ ਜਬਰੀ ਲੈ ਜਾਂਦੇ ਸਨ। ਉਹਨਾਂ ਨਾਲ ਉਹ ਕੁਕਰਮ ਕਰਦੇ ਸਨ, ਜਾਂ ਨਿਕਾਹ ਕਰ ਲੈਂਦੇ ਸਨ, ਜਾਂ ਕੁਝ ਵੀ ਕਰਦੇ ਸਨ, ਤੇ ਬਾਕੀ ਦੀਆਂ ਵਿਚਾਰੀਆਂ ਘਰਾਂ ਨੂੰ ਚਲੀਆਂ ਜਾਂਦੀਆਂ ਸੀ। ਇਹ ਗੁਲਾਮੀ ਦਾ ਪ੍ਰਤੀਕ ਸੀ ਤਿਉਹਾਰ। ਤੀਆਂ ਗੁਲਾਮੀ ਦਾ ਪ੍ਰਤੀਕ ਸੀ ਤਿਉਹਾਰ। ਉਸ ਵੇਲੇ ਦੀ ਮੁਗਲ ਹਕੂਮਤ ਨੇ, ਉਸ ਵੇਲੇ ਦੇ ਅਯਾਸ਼ੀ, ਉਸ ਵੇਲੇ ਦੇ ਜ਼ਾਲਮ ਨਵਾਬਾਂ ਨੇ ਇਹ ਤਿਉਹਾਰ ਬਣਾਇਆ ਸੀ। ਇਹ ਗੁਲਾਮੀ ਦੀ ਨਿਸ਼ਾਨੀ ਸੀ। ਲੇਕਿਨ ਹੋਇਆ ਕਿ ਅਸੀਂ ਉਸ ਚੀਜ਼ ਨੂੰ ਭੁੱਲ ਗਏ। ਸਾਡੀ ਮਾਨਸਿਕਤਾ ਗੁਲਾਮ ਬਣ ਗਈ। ਅਸੀਂ ਉਸ, ਬੀਬੀਆਂ ਜਿਹੜੀਆਂ ਗੱਲਾਂ ਕਰਦੀਆਂ, ਪਲੀਜ਼ ਬੀਬੀਓ ਗੱਲਾਂ ਨਾ ਕਰੋ, ਜਿਹੜੀ ਗੁਲਾਮੀ ਸਾਡੀ ਮਾਨਸਿਕਤਾ ਵਿੱਚ ਵੜ ਗਈ ਉਹ ਨਿਕਲ ਨਹੀਂ ਰਹੀ। ਵਿਦਵਾਨ ਪੁਰਸ਼ ਕਹਿੰਦੇ ਨੇ, ਤੁਸੀਂ ਪਿੰਜਰੇ ਵਿੱਚ ਪੰਛੀ ਰੱਖਿਆ ਹੋਵੇ ਨਾ, ਉਸ ਨੂੰ 2, 4, 6 ਸਾਲ ਬਾਅਦ ਕੱਢ ਵੀ ਦਿਓ, ਵਿਚਾਰਾ ਫਿਰ ਮੁੜ ਮੁੜ ਕੇ ਪਿੰਜਰੇ ਵੱਲ ਨੂੰ ਹੀ ਆਉਂਦਾ ਹੈ। ਇਹਨਾਂ ਨੂੰ ਨਵੇੜੇ ਲੈਣ ਦਿੰਦੇ ਕੰਮ, ਫਿਰ ਮੈਂ ਸ਼ੁਰੂ ਕਰਦਾ। ਕਿਉਂਕਿ ਸਾਧ ਸੰਗਤ ਜੀ ਆਪੋ ਆਪਣਾ ਸੁਭਾਅ ਹੁੰਦਾ। ਮੇਰਾ ਇੱਕ ਸੁਭਾਅ ਹੈ, ਕੋਈ ਕਥਾ ਨਾ ਸੁਣੇ ਮੈਨੂੰ ਕੋਈ ਦੁੱਖ ਨਹੀਂ ਹੁੰਦਾ। ਬਿਲਕੁਲ ਖਾਲੀ ਹਾਲ ਹੋਵੇ ਮੈਨੂੰ ਕੋਈ ਦੁੱਖ ਨਹੀਂ। ਕਿਸੇ ਨੇ ਉੱਠ ਕੇ ਜਾਣਾ ਮੈਨੂੰ ਕੋਈ ਦੁੱਖ ਨਹੀਂ। ਬਸ ਦੁੱਖ ਉਦੋਂ ਹੁੰਦਾ ਜਦੋਂ ਵਿੱਚ ਖੱਲਣ ਮੱਚਦਾ। ਖੈਰ ਮੈਂ ਫਿਰ ਆਪਣੀ ਗੱਲ ਸ਼ੁਰੂ ਕਰਾਂ। ਗੁਲਾਮੀ ਜਦੋਂ ਮਾਨਸਿਕਤਾ ਵਿੱਚ ਚਲੀ ਜਾਵੇ ਉਦੋਂ ਬਾਹਰ ਨਹੀਂ ਨਿਕਲਦੀ।
ਉਹਨੂੰ ਉਹਦਾ ਰੂਪ ਬਦਲ ਦਿੱਤਾ ਜਾਂਦਾ ਹੈ। ਬਸ ਇੰਨਾ ਕੁ ਫਰਕ ਪੈਂਦਾ ਹੈ। ਤੀਆਂ ਇੱਕ ਗੁਲਾਮੀ ਦਾ ਤਿਉਹਾਰ ਹੈ, ਔਰ ਖਿਮਾ ਕਰੋ ਰੱਖੜੀ ਵੀ ਇੱਕ ਗੁਲਾਮੀ ਦਾ ਤਿਉਹਾਰ ਹੈ। ਹੋ ਸਕਦਾ ਬੀਬੀਆਂ ਭੈਣਾਂ ਨੂੰ ਇਹ ਗੱਲ ਮੇਰੀ ਅੱਜ ਦੀ ਚੰਗੀ ਨਾ ਲੱਗੇ, ਪਰ ਜਿਹੜੀ ਗੱਲ ਨਾ ਚੰਗੀ ਲੱਗੇ ਉਹਦਾ ਅਰਥ ਇਹ ਨਹੀਂ ਹੁੰਦਾ ਕਿ ਕੋਈ ਕਰੇ ਹੀ ਨਾ। ਦਵਾਈ ਕੌੜੀ ਹੁੰਦੀ ਹੈ, ਦਵਾਈ ਖਾਵਾਂਗੇ ਆਰਾਮ ਮਿਲੇਗਾ, ਬਿਮਾਰੀ ਬਾਹਰ ਨਿਕਲੇਗੀ। ਨਹੀਂ ਖਾਵਾਂਗੇ ਦਵਾਈ ਦਾ ਕੁਛ ਨਹੀਂ ਵਿਗੜ ਜਾਣਾ, ਉਹਨੇ ਕੌੜੀ ਹੀ ਰਹਿਣਾ, ਉਹਦੇ ਗੁਣ ਉਸੇ ਤਰ੍ਹਾਂ ਰਹਿਣੇ ਨੇ। ਰੱਖੜੀ ਗੁਲਾਮੀ ਦਾ ਤਿਉਹਾਰ ਹੈ। ਇਹ ਪੰਡਤਾਂ ਦੀ ਬ੍ਰਾਹਮਣੀ ਸੋਚ ਹੈ। ਤੀਆਂ ਇਸਲਾਮਿਕ ਸੋਚ ਸੀ, ਰੱਖੜੀ ਬ੍ਰਾਹਮਣੀ ਸੋਚ ਹੈ। ਬਸ ਇਸ ਗੱਲ ਨੂੰ ਸਮਝ ਲੀजिए। ਤੀਆਂ ਇਸਲਾਮਿਕ ਸੋਚ ਸੀ, ਜ਼ੁਲਮੀ ਸੋਚ ਸੀ। ਰੱਖੜੀ ਬ੍ਰਾਹਮਣੀ ਸੋਚ ਹੈ। ਕਿਉਂਕਿ ਬ੍ਰਾਹਮਣੀ ਸੋਚ ਕੀ ਹੈ ਕਿ ਔਰਤ ਨੂੰ ਮਰਦ ਦੀ ਗੁਲਾਮ ਬਣਾ ਕੇ ਰੱਖਣਾ, ਔਰਤ ਨੂੰ ਮਰਦ ਦੇ ਅਧੀਨ ਕਰਕੇ ਰੱਖਣਾ। ਇਸੇ ਕਰਕੇ ਸਦੀਆਂ ਤੋਂ ਨਹੀਂ, ਯੁੱਗਾਂ ਤੋਂ ਔਰਤ ਨੂੰ ਦਬਾ ਕੇ ਰੱਖਿਆ ਜਾਂਦਾ ਸੀ। ਔਰਤ ਨੂੰ ਪੈਰ ਦੀ ਜੁੱਤੀ, ਔਰਤ ਨੂੰ ਇੱਕ ਪਸ਼ੂ, ਔਰਤ ਨੂੰ ਬਿਲਕੁਲ ਛੁਪਾ ਕੇ ਰੱਖਣਾ, ਅਨਪੜ੍ਹ ਰੱਖਣਾ, ਉਹਦੇ ਤੇ ਪਸ਼ੂਆਂ ਵਾਂਗ ਜ਼ੁਲਮ ਕਰਨਾ। ਇਹ ਬ੍ਰਾਹਮਣੀ ਸੋਚ ਸੀ, ਇਹ ਬ੍ਰਾਹਮਣੀ ਮਤ ਸੀ। ਜਦੋਂ ਕੋਈ ਵਿਆਹ ਵੀ ਕਰਵਾਉਂਦਾ ਸੀ ਤਾਂ ਉਹ ਕੀ ਦੇਖਦਾ ਸੀ? ਲੜਕੀ ਪੜ੍ਹੀ ਲਿਖੀ ਨਾ ਹੋਵੇ। ਪੁਰਾਣੇ ਮਾਂ-ਬਾਪ ਬੱਚਿਆਂ ਨੂੰ ਪੜ੍ਹਾਉਂਦੇ ਕਿਉਂ ਨਹੀਂ ਸੀ? ਇਸੇ ਕਰਕੇ ਨਹੀਂ ਸੀ ਪੜ੍ਹਾਉਂਦੇ, ਰਿਸ਼ਤਾ ਹੀ ਨਹੀਂ ਸੀ ਹੁੰਦਾ। ਅੱਜ ਕੱਲ੍ਹ ਰਿਸ਼ਤਾ ਇਸ ਕਰਕੇ ਨਹੀਂ ਹੁੰਦਾ ਕਿ ਲੜਕੀ ਪੜ੍ਹੀ ਲਿਖੀ ਨਹੀਂ। ਉਦੋਂ ਰਿਸ਼ਤਾ ਤਾਂ ਨਹੀਂ ਸੀ ਹੁੰਦਾ, ਲੜਕੀ ਪੜ੍ਹੀ ਲਿਖੀ ਹੈ, ਇਸ ਲਈ ਮਾਂ-ਬਾਪ ਪੜ੍ਹਾਉਂਦੇ ਨਹੀਂ ਸੀ। ਕਿਉਂਕਿ ਲੜਕੀ ਪੜ੍ਹੀ ਲਿਖੀ ਹੋਵੇਗੀ ਤਾਂ ਮਰਦ ਦੇ ਅੱਗੇ ਬੋਲੇਗੀ, ਉਹ ਮਰਦ ਦੇ ਅੱਗੇ ਸਿਰ ਚੁੱਕੇਗੀ, ਉਹ ਸਵਾਲ ਜਵਾਬ ਕਰੇਗੀ, ਉਹ ਤਰਕ ਕਰੇਗੀ। ਇਸ ਲਈ ਉਹਨੂੰ ਪੜ੍ਹਾਓ ਹੀ ਨਾ, ਉਹਨੂੰ ਦੁਨੀਆ ਦਾ ਪਤਾ ਹੀ ਨਾ ਹੋਵੇ। ਹਰ ਪੱਖ ਤੋਂ ਉਹਨੂੰ ਨੀਵਿਆਂ ਰੱਖਿਆ ਜਾਂਦਾ ਸੀ। ਇਹ ਵੀ ਦੇਖਿਆ ਜਾਂਦਾ ਸੀ ਉਹਦੀ ਉਮਰ ਘੱਟ ਹੋਵੇ, ਮਰਦ ਨਾਲੋਂ ਉਮਰ ਵੀ ਘੱਟ ਹੋਵੇ। ਕਿਤੇ ਐਸਾ ਨਾ ਹੋਵੇ ਔਰਤ ਮਰਦ ਨਾਲੋਂ ਉਮਰ ਕਰਕੇ ਵੱਡੀ ਹੋਵੇ ਤੇ ਇਹੀ ਮਿਹਣਾ ਮਾਰਦੇ, ਮੈਂ ਤੇਰੇ ਨਾਲੋਂ ਉਮਰ 'ਚ ਵੱਡੀ ਹਾਂ, ਘੱਟੋ ਘੱਟ ਉਮਰ ਦਾ ਹੀ ਖਿਆਲ ਕਰ। ਕੱਦ ਕਾਠ ਤੋਂ ਵੀ ਛੋਟੀ ਦੇਖੀ ਜਾਂਦੀ ਸੀ, ਮਰਦ ਤੋਂ ਕਿਤੇ ਲੰਬੀ ਨਾ ਹੋਵੇ, ਬਸ ਮੋਢਿਆਂ ਤੱਕ ਹੀ ਆਉਂਦੀ ਹੋਵੇ, ਕੱਦ ਦੀ ਵੀ ਛੋਟੀ ਹੋਵੇ। ਕੱਲ ਨੂੰ ਕਿਤੇ ਉਹਦੇ ਅੰਦਰ ਇਹੀ ਨਾ ਹੰਕਾਰ ਆ ਜਾਏ, ਮੈਂ ਘੱਟੋ ਘੱਟ ਕੱਦ ਕਰਕੇ ਤੇਰੇ ਤੋਂ ਉੱਚੀ ਲੰਬੀ ਹਾਂ। ਉਹ ਜਾਤੀ ਕਰਕੇ ਵੀ ਛੋਟੀ ਹੋਵੇ, ਉਹਦੀ ਜਾਤੀ ਵੀ ਵੱਡੀ ਨਾ ਹੋਵੇ। ਮਰਦ ਉੱਚੀ ਜਾਤੀ ਦਾ ਹੋਵੇ, ਲੜਕੀ ਨੀਵੀਂ ਜਾਤ ਦੀ ਹੋਵੇ। ਉਹ ਵਿਚਾਰੀ ਆਪਣੇ ਅੰਦਰ ਹੀਣ ਭਾਵ ਮਹਿਸੂਸ ਕਰਦੀ ਰਹੇ ਸਾਰੀ ਜ਼ਿੰਦਗੀ ਕਿ ਇਹ ਉੱਚੀ ਜਾਤੀ ਦਾ ਹੈ, ਮੈਂ ਨੀਵੀਂ ਜਾਤੀ ਦੀ ਹਾਂ, ਇਸ ਉੱਚੀ ਜਾਤੀ ਵਾਲੇ ਨੇ ਮੈਨੂੰ ਅਪਣਾਇਆ। ਉਹ ਗੁਲਾਮ ਬਣ ਕੇ ਰਹੇ। ਹਰ ਪੱਖ ਤੋਂ, ਪੜ੍ਹਾਈ ਪੱਖ ਤੋਂ, ਜਾਤੀ ਪੱਖ ਤੋਂ, ਕੱਦ ਪੱਖ ਤੋਂ, ਸਿਆਣਪ ਪੱਖ ਤੋਂ, ਕੰਮਕਾਜ ਦੇ ਪੱਖ ਤੋਂ, ਹਰ ਪੱਖ ਤੋਂ ਨੀਵੀਂ ਹੋਵੇ। ਹਰ ਪੱਖ ਤੋਂ ਉਹ ਆਪਣੇ ਅੰਦਰ ਹੀਣ ਭਾਵ ਮਹਿਸੂਸ ਕਰੇ। ਉਹਨੂੰ ਤਾਂ ਕਿ ਦਬਾ ਕੇ ਰੱਖਿਆ ਜਾਵੇ ਕਿ ਤੇ ਮਰਦ ਦਾ ਤਰਸ ਹੈ ਤੇਰੇ ਉੱਤੇ, ਕਿ ਮੈਂ ਤੇਰੇ ਤੇ ਤਰਸ ਕੀਤਾ ਹੈ, ਕਿ ਤੈਨੂੰ ਅਪਣਾਇਆ ਹੈ, ਤੇਰੇ ਵਿੱਚ ਤੇ ਕੋਈ ਗੁਣ ਹੀ ਕੋਈ ਨਹੀਂ ਐਸਾ। ਇਹ ਔਰਤ ਨੂੰ ਮਰਦ ਦੀ ਗੁਲਾਮ ਬਣਾ ਕੇ ਰੱਖਣ ਦੀ ਨਿਸ਼ਾਨੀ ਸੀ। ਤਾਂ ਰੱਖੜੀ ਕੀ ਹੈ? ਬਿਲਕੁਲ ਇਹੀ, ਇੱਕ ਦਿਮਾਗ ਵਿੱਚ ਬਿਠਾ ਦਿੱਤਾ, ਭੈਣ ਭਰਾ ਦਾ ਪਿਆਰ ਦਿਮਾਗ ਵਿੱਚ ਬਿਠਾ ਦਿੱਤਾ ਕਿ ਜਦੋਂ ਕਦੇ ਤੈਨੂੰ ਲੋੜ ਪਵੇ ਤੂੰ ਆਪਣੇ ਭਰਾ ਨੂੰ ਯਾਦ ਕਰਨਾ ਹੈ, ਭਾਵ ਕਿ ਤੂੰ ਮਰਦ ਨੂੰ ਯਾਦ ਕਰਨਾ ਹੈ। ਤੂੰ ਖੁਦ ਆਪਣੀ ਰਾਖੀ ਨਹੀਂ ਕਰ ਸਕਦੀ, ਤੂੰ ਤੇ ਅਬਲਾ ਹੈ, ਤੂੰ ਤੇ ਨਿਤਾਣੀ ਹੈ। ਤੇਰੀ ਰਾਖੀ ਤੇ ਮਰਦ ਹੀ ਕਰੇਗਾ, ਤੈਨੂੰ ਤੇ ਮਰਦ ਹੀ ਬਚਾਵੇਗਾ। ਤੂੰ ਆਪਣੀ ਰਾਖੀ ਨਹੀਂ ਕਰ ਸਕਦੀ, ਤੂੰ ਤੇ ਮਰਦ ਦੀ ਗੁਲਾਮ ਬਣ ਕੇ ਰਹਿ। ਬਸ ਮਰਦ ਦੀ ਗੁਲਾਮ ਬਣ ਕੇ ਰਹਿ। ਉਹ ਵਿਚਾਰੀ ਹਲਕੇ ਪੱਧਰ ਦੀ ਰੱਖੜੀ ਬੰਨ੍ਹਦੀ ਹੈ, ਮਰਦ ਉਸਨੂੰ ਪੈਸੇ ਦਿੰਦਾ ਹੈ। ਇੱਕ ਹੀਣ ਭਾਵ ਦੀ ਨਿਸ਼ਾਨੀ, ਇੱਕ ਹੀਣ ਭਾਵ ਦੀ ਨਿਸ਼ਾਨੀ। ਉਹ ਹੀਣ ਭਾਵ ਦੀ ਜਿਹੜੀ ਨਿਸ਼ਾਨੀ ਔਰਤ ਦੇ ਅੰਦਰ ਬਿਲਕੁਲ ਕੁੱਟ-ਕੁੱਟ ਕੇ ਭਰੀ ਹੋਈ ਸੀ, ਗੁਰੂ ਨੇ ਉਹੀ ਤੇ ਕੱਢੀ ਹੈ। ਗੁਰੂ ਨਾਨਕ ਸਾਹਿਬ ਨੇ ਉਹੀ ਤੇ ਕੱਢੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਣ ਕੇ ਔਰਤ ਦੇ ਹੱਕ ਵਿੱਚ ਵੀ ਆਵਾਜ਼ ਉਠਾਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੋਂ ਤੱਕ ਆਖਿਆ, ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ।
ਭੰਡ ਸ਼ਬਦ ਭਾਂਡੇ ਤੋਂ ਬਣਿਆ ਹੈ। ਭੰਡ ਸ਼ਬਦ ਭਾਂਡੇ ਤੋਂ ਬਣਿਆ ਹੈ। ਔਰਤ ਨੂੰ ਇਹ ਲੋਕ ਭਾਂਡਾ ਕਹਿੰਦੇ ਸਨ, ਕਹਿੰਦੇ ਤੇ ਭਾਂਡਾ ਹੈ। ਤੇ ਭਾਂਡੇ ਦਾ ਅਰਥ ਕੀ ਹੁੰਦਾ? ਜਿਹੜੀ ਮਰਜ਼ੀ ਵਸਤ ਪਾਓ ਭਾਂਡੇ ਵਿੱਚ। ਭਾਂਡਾ ਵਿਚਾਰਾ ਤੁਹਾਡਾ ਗੁਲਾਮ ਹੁੰਦਾ ਹੈ। ਭਾਂਡੇ ਨੂੰ ਤੁਸੀਂ ਸੁੱਟ ਦਿਓ, ਭਾਂਡੇ ਨੂੰ ਤੁਸੀਂ ਘਰ ਰੱਖੋ, ਭਾਂਡੇ ਨੂੰ ਤੁਸੀਂ ਜੂਠਿਆਂ ਮਿੱਠਿਆਂ ਰੱਖੋ, ਭਾਂਡੇ ਨੂੰ ਤੁਸੀਂ ਸਾਫ਼ ਕਰਕੇ ਰੱਖੋ। ਭਾਂਡਾ ਕੋਈ ਬੋਲ ਥੋੜ੍ਹੋ ਸਕਦਾ ਹੈ। ਭਾਂਡਾ ਤੇ ਤੁਹਾਡਾ ਗੁਲਾਮ ਹੁੰਦਾ ਹੈ। ਭਾਂਡਾ ਕੋਈ ਇਹ ਥੋੜ੍ਹੋ ਕਹੇਗਾ ਮੈਂ ਇਹ ਵਸਤੂ ਨੂੰ ਪ੍ਰਵਾਨ ਕਰਨਾ, ਮੈਂ ਇਹਨੂੰ ਨਹੀਂ ਕਰਨਾ। ਭਾਂਡਾ ਤੇ ਬੋਲੇਗਾ ਹੀ ਨਹੀਂ। ਇਸ ਲਈ ਉਹਨਾਂ ਲੋਕਾਂ ਨੇ ਔਰਤ ਨੂੰ ਕਿਹਾ ਤੇ ਭਾਂਡਾ ਹੈ ਬਸ। ਇੱਕ ਭਾਂਡੇ ਤੋਂ ਵੱਧ ਕਿਸੇ ਦੀ ਕੋਈ ਅਹਿਮੀਅਤ ਹੀ ਨਹੀਂ ਹੈ। ਗੁਰੂ ਨਾਨਕ ਕਹਿਣ ਲੱਗੇ ਨਹੀਂ, ਭਾਂਡੇ ਜੰਮੀ ਹੈ। ਇਸ ਭਾਂਡੇ ਤੋਂ ਹੀ ਸੰਸਾਰ ਦੀ ਉਤਪਤੀ ਹੋ ਰਹੀ ਹੈ। ਤੁਸੀਂ ਇਸ ਭਾਂਡੇ ਤੋਂ ਹੀ ਪੈਦਾ ਹੋਏ ਹੋ। ਤੁਹਾਡਾ ਜਨਮ ਇਸ ਭਾਂਡੇ ਵਿੱਚੋਂ ਹੀ ਹੋਇਆ ਹੈ। ਇਹ ਉਹ ਭਾਂਡਾ ਨਹੀਂ ਜਿਸ ਵਿੱਚ ਵਸਤੂ ਪਾਈ ਜਾਂਦੀ ਹੈ। ਇਹ ਉਹ ਭਾਂਡਾ ਹੈ ਜਿਹੜਾ ਵਸਤੂ ਨੂੰ ਜਨਮ ਦਿੰਦਾ ਹੈ, ਪੈਦਾ ਕਰਦਾ ਹੈ, ਸੰਸਾਰ ਦੀ ਉਤਪਤੀ ਕਰਦਾ ਹੈ। ਭੰਡ ਜੰਮੀ ਹੈ, ਭੰਡ ਨਿੰਮੀ ਹੈ। ਭੰਡ ਮੰਗਣ ਵਿਆਹ, ਭੰਡੋਂ ਹੋਵੇ ਦੋਸਤੀ, ਭੰਡੋਂ ਚੱਲੇ ਰਾਹ। ਭੰਡ ਮੂਆ, ਭੰਡ ਭਾਲੀਐ, ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਏ ਜਿਤ ਜੰਮਹਿ ਰਾਜਾਨ। ਭੰਡੋਂ ਹੀ ਭੰਡ ਉਪਜੈ, ਭੰਡੈ ਬਾਝ ਨਾ ਕੋਏ, ਨਾਨਕ ਭੰਡੈ ਬਹਾਰਾ, ਏਕੋ ਸੱਚਾ ਸੋਏ। ਗੁਰੂ ਨਾਨਕ ਕਹਿਣ ਲੱਗੇ ਉਹ ਦੁਨੀਆ ਦੇ ਲੋਗੋ, ਇਸ ਸਾਰੀ ਕਾਇਨਾਤ ਦੀ ਉਤਪਤੀ, ਇਸ ਸਾਰੇ ਸੰਸਾਰ ਦੀ ਉਤਪਤੀ ਜਿਸ ਨੂੰ ਤੁਸੀਂ ਭਾਂਡਾ ਕਹਿੰਦੇ ਹੋ, ਇਸ ਤੋਂ ਹੀ ਹੋਈ ਹੈ। ਹਾਂ, ਨਹੀਂ ਹੋਈ ਤੇ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਔਰਤ ਤੋਂ ਜਨਮ ਲੈਣ ਵਾਲਾ ਨਹੀਂ। ਬਾਕੀ ਸਾਰੇ ਸੰਸਾਰ ਦੀ ਉਤਪਤੀ ਇਸ ਔਰਤ ਤੋਂ ਹੀ ਹੋਈ ਹੈ। ਸਾਰੇ ਸੰਸਾਰ ਦੀ ਜਨਨੀ ਇਹ ਔਰਤ ਹੀ ਹੈ। ਇਹਨਾਂ ਲੋਕਾਂ ਨੇ ਸ਼ਬਦ ਵੀ ਬਦਲ ਦਿੱਤੇ। ਤੁਸੀਂ ਸਾਧ ਸੰਗਤ ਜੀ, ਪੁਰਾਣੇ ਬਜ਼ੁਰਗ ਤੁਹਾਡੇ ਵਿੱਚ ਬੈਠੇ ਨੇ। ਆਮ ਤੌਰ ਤੇ ਅੱਗੇ ਲੋਕ ਆਪਣੀ ਔਰਤ ਨੂੰ ਕੀ ਕਹਿੰਦੇ ਹੁੰਦੇ ਸੀ? ਜਨਾਨੀ। ਕੀ ਕਹਿੰਦੇ ਹੁੰਦੇ ਸੀ? ਜਨਾਨੀ। ਤੇ ਜਨਾਨੀ ਸ਼ਬਦ ਕਿੱਥੋਂ ਬਣਿਆ? ਜਨਨੀ ਤੋਂ। ਤਾਂ ਜਨਨੀ ਦਾ ਅਰਥ ਕੀ ਹੁੰਦਾ? ਮਾਂ। ਮੈਂ ਇੱਕ ਵਾਰ ਫਿਰ ਦੁਹਰਾ ਰਿਹਾ। ਪੁਰਾਣਾ ਇੱਕ ਸ਼ਬਦ ਹੁੰਦਾ ਸੀ ਜਨਾਨੀ। ਜਨਾਨੀ ਸ਼ਬਦ ਕਿੱਥੋਂ ਬਣਿਆ? ਜਨਨੀ ਤੋਂ। ਔਰ ਜਨਨੀ ਦਾ ਅਰਥ ਹੁੰਦਾ ਮਾਂ। ਲੇਕਿਨ ਇਹਨਾਂ ਨੇ ਉਹ ਸ਼ਬਦ ਹੀ ਖਤਮ ਕਰ ਦਿੱਤਾ। ਉਹ ਜਨਾਨੀ ਪ੍ਰਤੀ ਇੱਕ ਨਫ਼ਰਤ ਜੀ ਪੈਦਾ ਕਰ ਦਿੱਤੀ। ਕੋਈ ਔਰਤ ਨੂੰ ਜਨਾਨੀ ਕਹੇ, ਉਸਨੂੰ ਖੁਦ ਨੂੰ ਸ਼ਰਮ ਆਉਣ ਲੱਗ ਪੈਂਦੀ, ਮੈਨੂੰ ਜਨਾਨੀ ਕਿਹਾ, ਜਦ ਕਿ ਉਸਨੂੰ ਪਤਾ ਨਹੀਂ ਕਿ ਜਨਾਨੀ ਸ਼ਬਦ ਕਿੰਨਾ ਮਹਾਨ ਹੈ। ਉਹਦੀ ਥਾਂ ਤੇ ਸ਼ਬਦ ਲੈ ਆਉਂਦਾ ਔਰਤ। ਔਰਤ ਦਾ ਅਰਥ ਕੀ ਹੁੰਦਾ? ਛੁਪਾ ਕੇ ਰੱਖਣਾ, ਢੱਕ ਕੇ ਰੱਖਣਾ। ਅਰਬੀ ਭਾਸ਼ਾ ਦਾ ਸ਼ਬਦ ਹੈ, ਛੁਪਾ ਕੇ ਰੱਖਣ ਵਾਲੀ ਚੀਜ਼। ਜਿਹੜਾ ਅਸਲੀ ਸ਼ਬਦ ਸੀ ਸਾਡਾ ਪੰਜਾਬੀ ਦਾ, ਜਿਹੜਾ ਮਾਂ ਦੀ ਸਾਡੇ ਅੰਦਰ ਇੱਕ ਸੋਚ ਪੈਦਾ ਕਰਦਾ ਸੀ, ਜਨਨੀ ਦੀ ਸੋਚ ਪੈਦਾ ਕਰਦਾ ਸੀ, ਉਹ ਸ਼ਬਦ ਖਤਮ ਕਰ ਦਿੱਤਾ। ਲੇਕਿਨ ਅੱਗੇ ਸ਼ਬਦ ਕੀ ਲੈ ਆਉਂਦਾ? ਔਰਤ। ਭਾਵ ਕਿ ਤੇ ਛੁਪਾ ਕੇ ਰੱਖਣ ਵਾਲੀ ਚੀਜ਼ ਹੈ, ਇਹ ਤੇ ਪਿਛਾਂ ਰੱਖਣ ਵਾਲੀ ਚੀਜ਼ ਹੈ, ਇਹ ਕੋ ਅੱਗੇ ਕਰਨ ਵਾਲੀ ਚੀਜ਼ ਥੋੜ੍ਹਾ ਹੈ। ਸ਼ਬਦ ਹੀ ਬਦਲਤੇ, ਹਰੇਕ ਗੱਲ ਦੀ ਸ਼ਬਦ ਹੀ ਬਦਲਤੇ। ਵੈਸੇ ਮੈਂ ਇਸ ਪੱਖ ਤੇ ਚੱਲਾਂ ਤੇ ਬੜਾ ਸਮਾਂ ਲੱਗ ਜਾਏਗਾ। ਇਸ ਲਈ ਇਹ ਸ਼ਬਦ, ਇਹ ਜੋ ਅਸੀਂ ਅੱਜ ਦੇ ਤਿਉਹਾਰ ਮਨਾਉਂਦੇ ਹਾਂ, ਇਹ ਗੁਲਾਮੀ ਦੇ ਪ੍ਰਤੀਕ ਨੇ। ਹਜ਼ੂਰ ਨੇ ਬਾਣੀ ਵਿੱਚ ਐਸੀਆਂ ਗੱਲਾਂ ਸਾਨੂੰ ਸਪਸ਼ਟ ਕਰਕੇ ਸਮਝਾਈਆਂ। ਕਹਿੰਦੇ ਨੇ, ਭਲਿਓ ਮਨੁੱਖ ਮਨੁੱਖ ਦੀ ਰਾਖੀ ਕਰ ਹੀ ਨਹੀਂ ਸਕਦਾ, ਬੰਦਾ ਬੰਦੇ ਦੀ ਰਾਖੀ ਕਰ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਇੱਕ ਸਰੀਰ ਇੱਕ ਸਮੇਂ ਇੱਕੋ ਹੀ ਸਥਾਨ ਤੇ ਹੋ ਸਕਦਾ, ਦੂਜੇ ਸਥਾਨ ਤੇ ਕਿਵੇਂ ਹੋ ਸਕਦਾ ਹੈ? ਭੈਣ ਕਿਤੇ ਬੈਠੀ ਹੋਵੇ, ਭਰਾ ਕਿਤੇ ਬੈਠਾ ਹੋਵੇ, ਕਿਵੇਂ ਰਾਖੀ ਕਰੇਗਾ ਜੀ? ਇਸ ਲਈ ਸਤਿਗੁਰੂ ਕਹਿੰਦੇ ਨੇ, ਰਾਖੀ ਕਰਨ ਵਾਲਾ ਪ੍ਰਮਾਤਮਾ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ। ਰਾਖੀ ਕਰਦਾ ਹੈ ਪ੍ਰਮਾਤਮਾ। ਆ ਤੁਸੀਂ ਰੋਜ਼ ਇੱਕ ਬਚਨ ਪੜ੍ਹਦੇ ਹੋ ਆਨੰਦ ਸਾਹਿਬ ਦੇ ਵਿੱਚ, ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਦਨ ਮਾਨ। ਹੇ ਪ੍ਰਮਾਤਮਾ, ਤੇਰੇ ਨਾਲੋਂ ਵੱਡਾ ਰਖਵਾਲਾ ਹੋਰ ਦੁਨੀਆ ਤੇ ਕੌਣ ਆ ਗਿਆ, ਜਿਹੜਾ ਮਾਤਾ ਦੀ ਕੁੱਖ ਵਿੱਚ ਵੀ ਰਖਵਾਲੀ ਕਰਦਾ ਹੈ, ਮਾਤਾ ਦੀ ਕੁੱਖ ਵਿੱਚ ਵੀ ਰਾਖੀ ਕਰਦਾ ਹੈ। ਤੇਰੇ ਨਾਲੋਂ ਵੱਡਾ ਰਖਵਾਲਾ ਹੋਰ ਕੌਣ ਆ ਗਿਆ? ਸਤਿਗੁਰੂ ਰਾਖਾ ਹੈ, ਪ੍ਰਮਾਤਮਾ ਰਖਵਾਲਾ ਹੈ, ਸਤਿਗੁਰੂ ਰਖਵਾਲਾ ਹੈ। ਹਜ਼ੂਰ ਕਹਿੰਦੇ ਨੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਮੇਰਾ ਸਤਿਗੁਰੂ ਮੇਰੇ ਨਾਲ ਰਹਿੰਦਾ ਹੈ। ਜਿੱਥੇ ਕੋਈ ਵੀ ਮੇਰਾ ਸਹਾਇਕ ਨਹੀਂ ਹੁੰਦਾ, ਮੇਰੀ ਮਦਦ ਕਰਨ ਵਾਲਾ ਨਹੀਂ ਹੁੰਦਾ, ਉੱਥੇ ਮੇਰਾ ਸਹਾਇਕ ਮੇਰਾ ਪ੍ਰਮਾਤਮਾ ਬਣਦਾ ਹੈ। ਅਸੀਂ ਰੋਜ਼ਾਨਾ
ਸੁਖਮਨੀ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਹਾਂ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਸਤਿਗੁਰੂ ਕਹਿੰਦੇ ਨੇ ਜਿੱਥੇ ਮਾਤਾ ਪਿਤਾ ਪੁੱਤਰ ਭਰਾ ਕੋਈ ਵੀ ਤੇਰੀ ਬਹੁੜੀ ਨਹੀਂ ਕਰ ਸਕਦਾ, ਉੱਥੇ ਬਹੁੜੀ ਪਰਮਾਤਮਾ ਦਾ ਨਾਮ ਕਰਦਾ ਹੈ। ਉੱਥੇ ਤੇਰੀ ਸਹਾਇਤਾ ਪਰਮਾਤਮਾ ਕਰਦਾ ਹੈ, ਉੱਥੇ ਤੇਰੀ ਸਹਾਇਤਾ ਗੁਰੂ ਕਰਦਾ ਹੈ। ਇਸ ਲਈ ਰਾਖੀ ਕਰਦਾ ਹੈ ਪਰਮਾਤਮਾ, ਰਾਖੀ ਕਰਦਾ ਹੈ ਗੁਰੂ। ਅਸੀਂ ਸ਼ਬਦ ਬਣਾਇਆ ਹੈ ਇੱਜ਼ਤ ਦੀ ਰਾਖੀ ਕਰਨੀ। ਸਭ ਤੋਂ ਵੱਡੀ ਚੀਜ਼ ਹੀ ਦੁਨੀਆ ਦੀ ਇੱਜ਼ਤ ਹੁੰਦੀ ਹੈ। ਇਸ ਤੋਂ ਵੱਡੀ ਚੀਜ਼ ਹੋਰ ਕੋਈ ਦੁਨੀਆ ਤੇ ਹੈ ਹੀ ਨਹੀਂ ਹੈ। ਸਤਿਗੁਰੂ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਕਹਿਣ ਲੱਗੇ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਹਿਣ ਲੱਗੇ ਜੇ ਜਿਉਂਦਿਆਂ ਪਤ ਹੀ ਕੋਈ ਨਹੀਂ ਹੈ, ਜੇ ਇੱਜ਼ਤ ਹੀ ਕੋਈ ਨਹੀਂ ਹੈ, ਬੇਇੱਜ਼ਤ ਹੋ ਕੇ ਜੀ ਰਹੇ ਹੋ, ਸਿਰ ਹੇਠਾਂ ਸੁੱਟ ਕੇ ਜੀ ਰਹੇ ਹੋ, ਅੱਖ ਨੀਵੇਂ ਕਰਕੇ ਜੀ ਰਹੇ ਹੋ, ਚਾਰ ਬੰਦਿਆਂ ਵਿੱਚ ਤੁਸੀਂ ਬੈਠਣ ਜੋਗੇ ਹੀ ਨਹੀਂ, ਤੁਸੀਂ ਗੱਲ ਕਰਨ ਜੋਗੇ ਹੀ ਨਹੀਂ, ਤੇ ਗੁਰੂ ਕਹਿੰਦੇ ਨੇ ਤੁਹਾਡਾ ਖਾਣਾ ਹਰਾਮ ਹੈ। ਖਾਈ ਜੋ ਚੰਗੇ ਜਿੰਨੇ ਵਧੀਆ ਵਧੀਆ ਭੋਜਨ ਖਾਈ ਜਾਂਦੇ ਹੋ। ਕੋਈ ਮਾਲਕ ਗੁਲਾਮ ਨੂੰ ਵਧੀਆ ਪਹਿਨਣ ਲਈ ਦੇਵੇ, ਵਧੀਆ ਖਾਣ ਨੂੰ ਦੇਵੇ, ਵਧੀਆ ਰਹਿائش ਦੇਵੇ ਤੇ ਕਹੇ ਕਦਮ ਮੇਰੇ ਪੁੱਛਿਆਂ ਨਹੀਂ ਪੁੱਟਣਾ, ਕਹੇ ਮੇਰੇ ਪੁੱਛਿਆਂ ਤੋਂ ਕੁਝ ਬੋਲਣਾ ਨਹੀਂ, ਕਹੇ ਮੇਰੇ ਕਿਹਾ ਤੂੰ ਮੇਰੇ ਬੋਲਿਆ ਕੁਝ ਸੁਣਨਾ ਨਹੀਂ, ਉਸ ਖਾਣ ਨੂੰ ਕਰਨਾ ਹੀ ਕੀ ਹੈ, ਉਸ ਪਹਿਨਣ ਨੂੰ ਕਰਨਾ ਹੀ ਕੀ ਹੈ, ਉਸ ਚੰਗੀ ਰਹਿائش ਨੂੰ ਕਰਨਾ ਹੀ ਕੀ ਹੈ। ਗੁਰੂ ਨੇ ਸਾਨੂੰ ਇੱਜ਼ਤ ਨਾਲ ਜੀਣਾ ਸਿਖਾਇਆ ਹੈ, ਪੱਤ ਨਾਲ ਜੀਣਾ ਸਿਖਾਇਆ ਹੈ, ਸਾਨੂੰ ਸਿਰ ਉੱਚਾ ਚੁੱਕ ਕੇ ਜੀਵਣਾ ਸਿਖਾਇਆ ਹੈ। ਇਸੇ ਲਈ ਅੱਜ ਅਸੀਂ ਉਹਨਾਂ ਸੂਰਬੀਰਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਪੱਗ ਸਾਡੇ ਸਿਰ ਤੇ ਰੱਖੀ ਹੈ। ਅੱਜ ਅਸੀਂ ਸਰਦਾਰ ਸਤਵੰਤ ਸਿੰਘ ਬੇਅੰਤ ਸਿੰਘ ਵਰਗੇ ਸੂਰਮਿਆਂ ਨੂੰ ਕਿਉਂ ਯਾਦ ਕਰਦੇ ਹਾਂ? ਅੱਜ ਅਸੀਂ ਸੁੱਖੇ ਜਿੰਦੇ ਵਰਗੇ ਯੋਧਿਆਂ ਨੂੰ ਕਿਉਂ ਯਾਦ ਕਰਦੇ ਹਾਂ? ਅੱਜ ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਕਿਉਂ ਯਾਦ ਕਰਦੇ ਹਾਂ? ਕਿਉਂ? ਕਿਉਂਕਿ ਉਹਨਾਂ ਨੇ ਸਾਡੀ ਰੁਲੀ ਹੋਈ ਪੱਤ ਨੂੰ ਫੇਰ ਇੱਕ ਵਾਰ ਬਰਕਰਾਰ ਕੀਤਾ, ਕਿਉਂਕਿ ਉਹਨਾਂ ਨੇ ਸਾਡੀ ਗਈ ਹੋਈ ਇੱਜ਼ਤ ਨੂੰ ਇੱਕ ਵਾਰ ਫੇਰ ਬਹਾਲ ਕੀਤਾ, ਕਿਉਂਕਿ ਉਹਨਾਂ ਨੇ ਸਾਡੀ ਰੁਲਦੀ ਹੋਈ ਪੱਗ ਨੂੰ ਇੱਕ ਵਾਰ ਫੇਰ ਸਾਡੇ ਸਿਰ ਤੇ ਰੱਖਿਆ, ਉਹਨਾਂ ਨੇ ਸਾਨੂੰ ਫੇਰ ਜੀਣ ਜੋਗੇ ਕੀਤਾ। ਜਦੋਂ ਬੇਇੱਜ਼ਤ ਹੋ ਜਾਵੇ, ਜਦੋਂ ਬੇਪੱਤਾ ਹੋ ਜਾਵੇ, ਉਦੋਂ ਜੀਣ ਦਾ ਕੋਈ ਹੱਲ ਨਹੀਂ ਰਹਿ ਜਾਂਦਾ। ਤੇ ਪੈਜ ਦਾ ਅਰਥ ਕੀ ਹੁੰਦਾ? ਇੱਜ਼ਤ ਦਾ ਅਰਥ ਕੀ ਹੁੰਦਾ? ਇੱਜ਼ਤ ਦਾ ਅਰਥ ਹੁੰਦਾ ਜਿਵੇਂ ਦੋ ਉਮੀਦਵਾਰ ਖੜੇ ਹੋਣ ਕਿਸੇ ਇਲੈਕਸ਼ਨ ਦੇ ਵਿੱਚ, ਤੇ ਉੱਥੇ ਫਿਰ ਇੱਕ ਉਮੀਦਵਾਰ ਬਹੁਤ ਛੋਟਾ ਹੋਵੇ, ਹਲਕਾ ਹੋਵੇ, ਇੱਕ ਉਮੀਦਵਾਰ ਉਸ ਦੀ ਕੋਈ ਬਹੁਤ ਜ਼ਿਆਦਾ ਪੁੱਛਗਿੱਛ ਨਾ ਹੋਵੇ, ਦੂਸਰਾ ਉਮੀਦਵਾਰ ਨਾਮਣੇ ਵਾਲਾ ਹੋਵੇ, ਪੈਸੇ ਵਾਲਾ ਹੋਵੇ, ਕਿਸੇ ਚੰਗੀ ਪਾਰਟੀ ਦੇ ਨਾਲ ਜੁੜਿਆ ਹੋਵੇ, ਤੇ ਉਹ ਫਿਰ ਦੂਸਰੇ ਮਾੜੇ ਉਮੀਦਵਾਰ ਨੂੰ ਕਹੇ ਕਿ ਤੂੰ ਮੇਰੇ ਨਾਲ ਰਲ ਜਾ, ਨਹੀਂ ਤੇ ਤੂੰ ਖਤਮ ਹੋ ਜਾਏਗਾ। ਉਹ ਤਕੜਾ ਉਮੀਦਵਾਰ ਮਾੜੇ ਉਮੀਦਵਾਰ ਨੂੰ ਕਹੇ ਤੂੰ ਮੇਰੇ ਨਾਲ ਸਮਝੌਤਾ ਕਰਦਾ, ਤੂੰ ਮੇਰੇ ਨਾਲ ਮਿਲ ਕੇ ਚੱਲ, ਨਹੀਂ ਤੇ ਤੇਰੀ ਹੋਂਦ ਖਤਮ ਕਰ ਦਿਆਂਗਾ। ਤੇ ਉਹ ਫਿਰ ਕਹੇ ਲੈ ਫਿਰ ਸੱਜਣਾ ਹੁਣ ਇੱਜ਼ਤ ਦਾ ਸਵਾਲ ਹੈ, ਹੁਣ ਦੇਖਦੇ ਆ ਤਕੜਾ ਤੂੰ ਬਹੁਤ ਹੈ, ਤੇਰੇ ਕੋਲ ਪੈਸਾ ਵੀ ਮੇਰੇ ਨਾਲੋਂ ਜ਼ਿਆਦਾ, ਤੇਰੀ ਪਾਰਟੀ ਵੀ ਮੇਰੇ ਨਾਲੋਂ ਤਕੜੀ, ਤੇਰੀ ਗੱਲ ਵੀ ਦੁਨੀਆ ਦੇ ਵਿੱਚ ਹੈ, ਤੂੰ ਨਾਮਣੇ ਵਾਲਾ ਵੀ ਹੈ, ਤੇ ਹੁਣ ਦੇਖਣਾ ਕਿ ਇੱਜ਼ਤ ਰੱਬ ਕਿਹਦੀ ਰੱਖਦਾ। ਫਿਰ ਮਸਲਾ ਇੱਜ਼ਤ ਦਾ ਬਣ ਜਾਂਦਾ ਹੈ। ਫਿਰ ਬੰਦਾ ਕਹਿੰਦਾ ਨਹੀਂ ਹੁਣ ਭਾਵੇਂ ਹਾਰ ਜਾਈਏ, ਹੁਣ ਜੋ ਮਰਜ਼ੀ ਹੋਵੇ, ਹੁਣ ਇਲੈਕਸ਼ਨ ਜ਼ਰੂਰ ਲੜਾਂਗਾ। ਉਹ ਇਲੈਕਸ਼ਨ ਲੜ ਕੇ ਹਾਰ ਜਾਵੇ ਉਹ ਗੱਲ ਅਲੱਗ ਹੈ, ਉਹ ਗੱਲ ਵੱਖਰੀ ਹੈ, ਲੇਕਿਨ ਉਹਦੇ ਮੂਹਰੇ ਗੋਡੇ ਟੇਕ ਦੇਵੇ, ਉਹਦੇ ਮੂਹਰੇ ਢੇਰੀ ਢਾ ਦੇਵੇ, ਉਹਦੇ ਮੂਹਰੇ ਹਾਰ ਮੰਨ ਜਾਵੇ, ਇਲੈਕਸ਼ਨ ਤੋਂ ਪਹਿਲਾਂ ਹੀ ਹਾਰ ਮੰਨ ਜਾਵੇ, ਉਹ ਫਿਰ ਇੱਜ਼ਤ ਨਹੀਂ ਹੁੰਦੀ। ਨਹੀਂ ਤੇ ਫਿਰ ਲੋਕ ਕਹਿੰਦੇ ਯਾਰ ਕਿਤੇ ਮਰ ਤੇ ਨਹੀਂ ਸੀ ਚੱਲਾ, ਹਾਰ ਹੀ ਜਾਂਦਾ ਨਾ, ਆ ਤੂੰ ਘੱਟੋ ਘੱਟ ਈਨ ਮੰਨਣ ਨਾਲ ਤੇ ਬਚਿਆ ਰਹਿੰਦਾ ਨਾ, ਸਿਰ ਤੇ ਉੱਚਾ ਚੁੱਕ ਕੇ ਚੱਲਦਾ ਹੈ ਨਾ, ਇੰਨੀ ਗੱਲ ਤੇ ਤੇਰੇ ਵਿੱਚ ਹੁੰਦੀ ਹੈ ਨਾ ਘੱਟੋ ਘੱਟ। ਸਾਰੇ ਲੋਕ ਕਹਿੰਦੇ ਨੇ, ਉਹ ਕਹਿੰਦਾ ਕੋਈ ਨਹੀਂ ਫਿਰ ਮੈਂ ਇਲੈਕਸ਼ਨ ਹੁਣ ਜ਼ਰੂਰ ਲੜਾਂਗਾ, ਹਾਰ ਜਾਵਾਂਗਾ ਉਹ ਅਲੱਗ ਗੱਲ ਹੈ, ਕੋਈ ਗੱਲ ਨਹੀਂ, ਪਰ ਘੱਟੋ ਘੱਟ ਸੱਜਣਾ ਤੇਰੇ ਅੱਗੇ ਗੋਡੇ ਨਹੀਂ ਮੈਂ ਟੇਕਾਂਗਾ, ਤੇਰੇ ਬਰਾਬਰ ਦੀ ਟੱਕਰ ਬਣ ਕੇ ਤੈਨੂੰ ਮਿਲਾਂਗਾ। ਇਹਨੂੰ ਕਹਿੰਦੇ ਨੇ ਇੱਜ਼ਤ। ਉਸ ਵੇਲੇ ਦੇ ਜ਼ਾਲਮ ਲੋਕ ਕੀ ਕਰਦੇ ਸੀ? ਬਸ ਇਹੀ ਕੁਛ ਸੀ, ਸਾਡੇ ਦੇਸ਼ ਦੇ ਵਿੱਚ ਇਹੀ ਕੁਛ ਸੀ। ਉਸ ਵੇਲੇ ਦੀ ਜ਼ਾਲਮ ਸਰਕਾਰ ਕਹਿੰਦੀ ਸੀ ਸਾਡੇ ਅਨੁਸਾਰ ਬੋਲੋ, ਸਾਡੇ ਅਨੁਸਾਰ ਖਾਓ, ਸਾਡੇ ਅਨੁਸਾਰ ਪਹਿਨੋ, ਸਾਡੇ ਧਰਮ ਦੇ ਵਿੱਚ ਆਓ, ਸਾਡੇ ਮਜ਼ਹਬ ਦੇ ਵਿੱਚ ਆਓ, ਨਹੀਂ ਤਾਂ ਅਸੀਂ ਤੁਹਾਨੂੰ ਨੇਸ਼ ਤੋਂ ਨਾਬੂਦ ਕਰ ਦਿਆਂਗੇ। ਤੇ ਕੀ ਹੋਇਆ ਕਿ ਉਸ ਵੇਲੇ ਦਾ ਜਿਹੜਾ ਹਿੰਦੂ ਧਰਮ ਸੀ ਉਹ ਬਿਲਕੁਲ ਬੇਇੱਜ਼ਤ ਹੋਣਾ, ਬੇਇੱਜ਼ਤ ਹੋ ਕੇ ਜੀਣਾ ਸਿੱਖ ਗਿਆ ਸੀ। ਬਕਾਇਦਾ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਦਿੱਤਾ ਹੈ
कहन लगे गो ब्राह्मण को कर लावो गोबर तरण ना जाए। गुलामी की निशानी सतगुरु दसदे ने बेइज्जत जिहड़े कहंदे ने ना कि तो अपने भरा दे रखड़ी बांह तेरी इज्जत बचाएगा। गुरु कहंदे ने तुहाडी किन्नी कोई इज्जत है, पहला तुसीं अपने वाली झाती मार के देख लो, तुसीं किन्ने की इज्जतदार बनी फिरदे हो। कहण लगे गो ब्राह्मण को कर लावो गोबर तरण ना जाए। की सी उस वेले जिहड़े खत्तरी सन ये ऑफिसर सन, जिहड़े खत्तरी सन ये पढ़े लिखे सी, इहदे विच कोई शक नहीं, ये पढ़े लिखे सी। दफ्तरी काम सारा इन्हां खत्तरियां दे कोल सी ते उपर जिहड़ा राज सी वो इस्लाम दा राज सी, राज इस्लाम दा सी। लेकिन इन्हां दी मानसिकता दे विच की सी कि इस्लाम ने गऊ नूं कर लाया होया सी, इस्लाम ने गऊ नूं टैक्स लाया होया सी, जिसनूं गऊ माता कहंदे ने ना, उन्हां ने इहनूं टैक्स लाया होया सी। इस्लाम वाले ने मेलियां ते भी टैक्स लाया होया सी, जिहड़े हिंदू तीर्थ स्थान सन उन्हां ते भी टैक्स लाया होया सी, हिंदू मेलियां ते भी टैक्स लाया होया सी, गऊ ते भी टैक्स लाया होया सी। ते की सी हुण ये सी हिंदू जनेऊधारी, ये सी ऑफिसां विच काम करन वाले, दफ्तरी काम करन वाले, ते ये गऊ दा टैक्स देंदे सी। इन्हां विच इन्नी भी हिम्मत नहीं सी हुंदी कि गऊ जिसनूं असीं माता कहने इसदा असीं टैक्स नहीं लैणा, जो मर्जी कर दिओ, की करोगे, वध तों वध सानूं नौकरी तो कढ दिओगे, कढ दिओ, की करोगे, साडा सिर ले लोगे, ले लो, जिसनूं असीं माता कहने उसदा असीं टैक्स थोड़ा लवांगे। हजूर कहण लगे जिसनूं तुसीं गऊ कहंदे माता कहंदे हो, जिसदा गोबर तुसीं घर दे विच पोचा फेरदे हो, जिसदे गोबर दा कहंदे जी गऊ दा गोबर सुच्चा हुंदा, उसे गऊ दा तुसीं टैक्स लैंदे हो, ये तुहाडी गुलामी दी निशानी नहीं। गो ब्राह्मण को कर लावो गोबर तरण ना जाई। धोती टिक्का तैं जप माली धान मलेछां खाई। गुरु नानक कहंदे ने मैं तुहाडी गुलामी दी हालत तो बड़ा हैरान हो रहा। तुसीं धोती भी लांदे हो, तुसीं मत्थे ते टिक्का भी लांदे हो, तुसीं गल विच माला भी पांदे हो, पर धान मलेछां दा खांदे हो। तुसीं अगे बोली मलेछां दी बोलदे हो, धान मलेछां खाई। कहण लगे अंतर पूजा पढ़ै किताबां संजम तुरकां भाई। अंतर पूजा अंदर वड़ वड़ के तुसीं देवी देवतियां दी पूजा करदे हो। पढ़ै किताबां बाहर तुसीं इस्लामिक नवाबां नूं खुश करन वास्ते, इस्लामिक चौधरीआं नूं खुश करन वास्ते, इस्लामिक हकूमत नूं खुश करन वास्ते तुसीं उन्हां दीआं इस्लामिक किताबां भी पढ़दे हो, उन्हां नूं खुश करन वास्ते। साहब कहंदे ने अंतर पूजा पढ़ै किताबां संयम तुरकां भाई। छोटी ले पाखंडा नाम लै जाहि तरंदा। गुरु नानक कहंदे ने पखंड छड्ड दिओ, ये दोहरी जिंदगी जीउणी छड्ड दिओ, ये दो तरह की जिंदगी जीउणी छड्ड दिओ। इस्लाम नूं भी खुश करी जा रहे हो ते अपना धर्म पालन का भी तुसीं ढौंक करी जा रहे हो। ये दोहरी जिंदगी छड्ड दिओ, जां उन्हां दे गुलाम हो जाओ सीधे होके, ते जां फिर अपना धर्म ही पाल लो। दो तरह की जिंदगी ना जिओ, ये गुलामी की निशानी सी। इसनूं गुलामी कहंदे ने। जिथे सारा कुछ दूसरे नूं खुश करने वास्ते कीता जावे उसनूं गुलामी कहंदे ने। जदों सारा कुछ अपनी मरी हुई आत्मा नाल करना पवे उसनूं गुलामी कहंदे ने। संत बाबा जरनैल सिंह जी ने कहा सी, कहण लगे शरीरक मौत नूं मैं मौत नहीं मनदा ते जमीर दी मौत मैं मरना नहीं। शरीरक मौत नूं मैं मौत नहीं मनदा ते जमीर दी मौत मैं मरना नहीं। बस जमीर दा मर जाना ही बेइज्जती है, जमीर दा मर जाना ही बेपत्ती है। गुरु नानक साहब जी महाराज ने उस वेले दे गुलामां दी हालत बकायदा आसा की वार विच बड़े विस्तार नाल दसी हुई है। कहंदे ने मानस खाने करह निवाज, छुरी वगाएन तिन गल ताग, तिन घर ब्राह्मण पूरह नाद। गुरु नानक पातशाह कहंदे ने वो जिहड़े निवाज पढ़दे ने, जिहड़े 5 वक्त दे नमाजी ने ते खांदे ने मानस, लोकां दा लहू पींदे ने, पब्लिक दे उपर जुल्म करदे ने, लुकाई दे उपर जुल्म करदे ने, मानस खाण उं जी 5 नमाजी ने, उं जी 5 नमाजी ने, खुदा दियां जी 5 नमाजां पढ़दे ने। खुदा नूं याद करन वाला बंदा वो अंदरों कठोर होवे, खुदा नूं याद करन वाला बंदा अंदरों पत्थर होवे, ये ते आपसी कोई संबंध नहीं जुड़दा। खुदा नरम, खुदा बिल्कुल तरल, खुदा बिल्कुल ऐन करुणा नाल भरिया होया,
ਤੇ ਲੇਕਿਨ ਉਹਦੀਆਂ 5 ਨਮਾਜ਼ਾਂ ਪੜ੍ਹਨ ਵਾਲਾ ਪੱਥਰ, ਇਹ ਤੇ ਗੱਲ ਹੀ ਨਹੀਂ ਬਣਦੀ, ਆਪਸ ਵਿੱਚ ਸਮਾਧੀ ਕੋਈ ਨਹੀਂ ਜੁੜਦਾ। ਸਤਿਗੁਰੂ ਨੇ ਬਾਣੀ ਵਿੱਚ ਵੀ ਗੱਲ ਕਹੀ, ਕਹਿਣ ਲੱਗੇ ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗ ਹੈ ਕੋ ਕੈਸੇ ਗਵੈ। ਸਤਿਗੁਰੂ ਕਹਿੰਦੇ ਜੇ ਤੁਹਾਡੀ ਆਤਮਾ ਹੀ ਦਰਵੀ ਨਹੀਂ ਹੋਈ, ਤੁਹਾਡੀ ਆਤਮਾ ਦੇ ਵਿੱਚ ਦਇਆ ਹੀ ਨਹੀਂ ਆਈ, ਤੁਹਾਡੀ ਆਤਮਾ ਦੇ ਵਿੱਚ ਕਰੁਣਾ ਹੀ ਨਹੀਂ ਆਇਆ, ਤੁਹਾਡੀ ਆਤਮਾ ਦੇ ਵਿੱਚ ਤਰਸ ਹੀ ਨਹੀਂ ਆਇਆ, ਤੁਹਾਡੀ ਆਤਮਾ ਨਰਮ ਹੀ ਨਹੀਂ ਪਈ, ਤਾਂ ਤੁਸੀਂ ਰੱਬ ਦੀ ਹਜ਼ੂਰੀ ਵਿੱਚ ਕਿਵੇਂ ਪਹੁੰਚ ਜਾਓਗੇ। ਇੱਕ ਪਾਣੀ ਦੇ ਵਿੱਚ ਪੱਥਰ ਕਿਵੇਂ ਲੀਨ ਹੋ ਸਕਦਾ, ਇੱਕ ਪਾਣੀ ਦੇ ਵਿੱਚ ਪੱਥਰ ਕਿਵੇਂ ਘੁਲ ਮਿਲ ਸਕਦਾ ਹੈ। ਵਿਦਵਾਨ ਪੁਰਸ਼ ਕਹਿੰਦੇ ਨੇ ਪਾਣੀ ਵਿੱਚ ਪੱਥਰ ਦੀ ਨਿਗਾਹ ਨਹੀਂ ਛੱਡੋ, ਪਾਣੀ ਵਿੱਚ ਤੁਸੀਂ ਤੇਲ ਪਾ ਦਿਓ ਉਹ ਵੀ ਨਹੀਂ ਵਿੱਚ ਮਿਲ ਸਕਦਾ, ਉਹ ਤੇਲ ਤੇਲ ਨਹੀਂ ਰਹੇਗਾ, ਪਾਣੀ ਪਾਣੀ ਨਹੀਂ ਰਹੇਗਾ। ਇੱਥੇ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਗੁਰ ਕਿਰਪਾ ਜੇ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ। ਜੋ ਪਾਣੀ ਸੰਗ ਪਾਣੀ, ਜੇ ਪਾਣੀ ਨਾਲ ਮਿਲਣਾ ਤੇ ਸੱਜਣੋ ਪਾਣੀ ਬਣਨਾ ਪੈਣਾ ਹੈ। ਇੱਥੇ ਤੇ ਥੋੜੀ ਜਿੰਨੀ ਵੀ ਕਮੀ ਨਹੀਂ ਚੱਲੇਗੀ, ਥੋੜੀ ਜਿੰਨੀ ਵੀ ਘਾਟ ਨਹੀਂ ਚੱਲੇਗੀ। ਗੁਰੂ ਨਾਨਕ ਕਹਿੰਦੇ ਨੇ ਪੜ੍ਹਦੇ ਹੋ ਨਮਾਜ਼ਾਂ, ਕਰਦੇ ਹੋ ਤੁਸੀਂ ਲੋਕਾਂ ਦੇ ਜ਼ੁਲਮ, ਮਾਨਸ ਖਾਣੇ ਕਰਹਿ ਨਿਵਾਜ, ਛੁਰੀ ਵਗਾਏ ਤਿੰਨ ਗਲ ਤਾਗ। ਤੇ ਜਿਹੜੇ ਅੱਗੇ ਦਫ਼ਤਰਾਂ ਵਿੱਚ ਬੈਠੇ ਹੋਏ ਉਹਨਾਂ ਨੇ ਗਲ ਵਿੱਚ ਤਾਗ ਪਾਏ ਹੋਏ ਨੇ, ਜਨੇਊ ਪਾਏ ਹੋਏ ਨੇ, ਉਹ ਕਲਮ ਦੀ ਛੁਰੀ ਚਲਾ ਰਹੇ ਨੇ, ਉਹ ਕਲਮ ਦੀ ਛੁਰੀ ਦੇ ਨਾਲ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੇ ਨੇ, ਉਹ ਰਿਸ਼ਵਤਾਂ ਖਾ ਰਹੇ ਨੇ, ਉਹ ਝੂਠੀਆਂ ਗਵਾਹੀਆਂ ਦੇ ਰਹੇ ਨੇ, ਪਾਪ ਕਰ ਰਹੇ ਨੇ। ਕਹਿੰਦੇ ਉਹ ਉਹਨਾਂ ਨੇ ਗਲ ਦੇ ਵਿੱਚ ਜਨੇਊ ਪਾਏ ਹੋਏ ਨੇ, ਦੇਖਣ ਨੂੰ ਬੜੇ ਧਰਮੀ ਲੱਗਦੇ ਨੇ। ਧਰਮੀ ਪਹਿਰਾਵਾ ਪਾ ਕੇ, ਧਰਮੀ ਬਾਣਾ ਪਾ ਕੇ ਫੇਰ ਕੋਈ ਪਾਪ ਕਰੇ, ਕੀ ਸੰਬੰਧ ਬਣਿਆ ਆਪਸ ਵਿੱਚ ਧਰਮ ਦਾ ਤੇ ਪਾਪ ਦਾ, ਉਸ ਵਿੱਚ ਸੰਬੰਧ ਹੀ ਕੀ ਹੈ। ਗੁਰੂ ਨਾਨਕ ਕਹਿੰਦੇ ਨੇ ਮਾਨਸ ਖਾਣੇ ਕਰਹਿ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰੈ ਨਾਦ। ਉਹ ਜਿਹੜੇ ਬ੍ਰਾਹਮਣ ਸੀ ਉੱਚੀ ਜਾਤੀ ਵਾਲੇ, ਪੜ੍ਹੇ ਲਿਖੇ ਵਿਦਵਾਨ, ਕਿਉਂਕਿ ਵਿਦਿਆ ਹੈ ਹੀ ਬ੍ਰਾਹਮਣਾਂ ਦੇ ਕੋਲ ਸੀ, ਵਿਦਿਆ ਹੈ ਹੀ ਪੰਡਤਾਂ ਦੇ ਕੋਲ ਸੀ। ਕਾਂਸ਼ੀ ਦੇ ਵਿੱਚ ਬ੍ਰਾਹਮਣ ਸਨ, ਅਤੀ ਵਿਦਵਾਨ ਸਨ। ਤੇ ਵਿਦਵਾਨ ਦਾ ਅਰਥ ਕੀ ਹੁੰਦਾ ਹੈ? ਵਿਦਵਾਨ ਦਾ ਅਰਥ ਇਹ ਨਹੀਂ ਹੁੰਦਾ ਕਿ ਤੁਸੀਂ ਕਥਾ ਕੀਤੀ ਹੈ, ਪੈਸੇ ਇਕੱਠੇ ਕੀਤੇ ਨੇ ਤੇ ਤੁਰਦੇ ਬਣੋ, ਨਹੀਂ। ਵਿਦਵਾਨ ਦਾ ਅਰਥ ਹੁੰਦਾ ਹੈ ਜੋ ਸਮਾਜ ਵਿੱਚ ਤੁਸੀਂ ਕਮੀਆਂ ਦੇਖਦੇ ਹੋ, ਜੋ ਸਮਾਜ ਵਿੱਚ ਤੁਸੀਂ ਕਮਜ਼ੋਰੀਆਂ ਦੇਖਦੇ ਹੋ, ਤੁਸੀਂ ਉਹਨੂੰ ਉਭਾਰੋ, ਤੁਸੀਂ ਲੋਕਾਂ ਨੂੰ ਦੱਸੋ। ਵਿਦਵਾਨ ਦਾ ਅਰਥ ਇਹ ਨਹੀਂ ਹੁੰਦਾ ਕਿ ਉਹ ਆਪਣੀ ਕਥਾ ਨੂੰ ਜਾਂ ਆਪਣੀ ਵਿਦਵਤਾ ਨੂੰ ਸਿਰਫ ਤੇ ਸਿਰਫ ਆਪਣੀ ਪੇਟ ਪੂਰਤੀ ਦਾ ਸਾਧਨ ਬਣਾ ਲਵੇ। ਵਿਦਵਾਨ ਦਾ ਅਰਥ ਹੁੰਦਾ ਕਿ ਜੋ ਵੀ ਤੁਹਾਨੂੰ ਸਮਾਜ ਵਿੱਚ ਗਲਤ ਦਿਸ ਰਿਹਾ ਉਹਦੇ ਖਿਲਾਫ ਆਵਾਜ਼ ਉਠਾਓ। ਵਿਦਵਾਨ ਦਾ ਅਰਥ ਇਹ ਹੁੰਦਾ ਹੈ। ਕਿਸੇ ਡਾਕਟਰ ਦਾ ਅਰਥ ਇਹ ਨਹੀਂ ਹੁੰਦਾ ਕਿ ਉਹਨੇ ਡਾਕਟਰੀ ਪਾਸ ਕਰ ਲਈ ਹੈ, ਉਹਨੇ ਡਿਗਰੀ ਲੈ ਲਈ ਹੈ। ਉਹਦਾ ਅਰਥ ਹੁੰਦਾ ਕਿਸੇ ਰੋਗੀ ਦਾ ਇਲਾਜ ਕਰੇ, ਕਿਸੇ ਬਿਮਾਰ ਦਾ ਇਲਾਜ ਕਰੇ। ਕਿਸੇ ਜੱਜ ਨੇ ਡਿਗਰੀ ਲੈ ਲਈ ਹੈ, ਉਹਦਾ ਅਰਥ ਇਹ ਨਹੀਂ ਕਿ ਜੱਜ ਬਣ ਗਿਆ ਹੈ, ਇਹਨੇ ਡਿਗਰੀ ਲੈ ਲਈ ਹੈ, ਇਹਨੇ ਜੱਜ ਦੀ ਪੜ੍ਹਾਈ ਕਰ ਲਈ ਹੈ। ਉਹਦਾ ਅਰਥ ਹੈ ਨਹੀਂ, ਤੂੰ ਇਨਸਾਫ ਕਰ, ਹੁਣ ਤੂੰ ਜੱਜ ਦੀ ਕੁਰਸੀ ਤੇ ਬੈਠਾ ਹੈ, ਕੋਈ ਇਨਸਾਫ ਕਰ। ਵਿਦਵਾਨ ਦਾ ਅਰਥ ਇਹ ਨਹੀਂ ਹੁੰਦਾ ਕਿ ਉਹ ਬਹੁਤ ਸਾਰੇ ਗ੍ਰੰਥ ਪੜ੍ਹ ਗਿਆ ਹੈ, ਉਹਨੇ ਵਿਦਿਆ ਦੀ ਜ਼ੋਰ ਨਾਲ ਕਈਆਂ ਤੇ ਫਤਿਹ, ਕਈਆਂ ਤੇ ਜਿੱਤ ਹਾਸਲ ਕਰ ਲਈ ਹੈ, ਉਹਨੇ ਵਿਦਿਆ ਦੇ ਨਾਲ ਬੜਾ ਪੈਸਾ ਜੋੜ ਲਿਆ ਹੈ, ਬੜਾ ਨਾਮਣਾ ਦੁਨੀਆ ਦੇ ਉੱਤੇ ਉਹਨੇ ਖੱਟ ਲਿਆ ਹੈ। ਵਿਦਵਾਨ ਦਾ ਅਰਥ ਹੁੰਦਾ ਜੋ ਤੈਨੂੰ ਗਲਤ ਲੱਗਦਾ ਉਹ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰ। ਹੁਣ ਜਿਹੜੇ ਬ੍ਰਾਹਮਣ ਸੀ ਇਹ ਵਿਦਵਾਨ ਸਨ, ਇਹਨਾਂ ਨੇ ਜੋ ਸਮਾਜ ਵਿੱਚ ਕੁਰੀਤੀਆਂ ਸੀ ਉਹਨੂੰ ਉਭਾਰਨਾ ਸੀ, ਜੋ ਜ਼ੁਲਮ ਹੋ ਰਿਹਾ ਸੀ ਉਹਦੇ ਖਿਲਾਫ ਆਵਾਜ਼ ਉਠਾਣੀ ਸੀ। ਪਰ ਨਹੀਂ, ਗੁਰੂ ਨਾਨਕ ਕਹਿੰਦੇ ਨੇ ਤਿੰਨ ਘਰ ਬ੍ਰਾਹਮਣ ਪੂਰੈ ਨਾਦ। ਇਹ ਵੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਬੋਲੀ ਬੋਲਣ ਲੱਗ ਪਏ, ਇਹ ਵੀ ਉਹਨਾਂ ਦੇ ਨਾਲ ਹੀ ਆਪਣੀ ਸੁਰ ਮਿਲਾਉਣ ਲੱਗ ਪਏ। ਇਹਨਾਂ ਨੇ ਵੀ ਵੇਦਾਂ ਸ਼ਾਸਤਰਾਂ ਦੇ ਗ੍ਰੰਥ, ਵੇਦਾਂ ਸ਼ਾਸਤਰਾਂ ਦੇ ਅਰਥ ਉਹਨਾਂ ਦੇ ਅਨੁਸਾਰ ਹੀ ਢਾਲਣੇ ਸ਼ੁਰੂ ਕਰ ਦਿੱਤੇ। ਇਹਨਾਂ ਨੇ ਵੀ ਸਾਰਾ ਕੁਝ ਆਪਣੇ ਆਪ ਨੂੰ ਉਹਨਾਂ ਦੇ ਅਨੁਸਾਰ ਹੀ ਕਰ ਲਿਆ। ਤਿੰਨ ਘਰ ਬ੍ਰਾਹਮਣ ਪੂਰੈ ਨਾਦ, ਉਹਨਾਂ ਪੇ ਆਵੇ ਉਹੀ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਗੁਰੂ ਨਾਨਕ ਕਹਿੰਦੇ ਨੇ ਮੈਂ ਕੀ ਦੇਖਦਾ, ਸ਼ਰਮ ਧਰਮ ਦੀ ਤੇ ਗੱਲ ਹੀ ਖਤਮ ਹੋ ਗਈ ਹੈ। ਨਾ ਕਿਸੇ ਨੂੰ ਸ਼ਰਮ, ਨਾ ਕਿਸੇ ਦੇ ਕੋਲ ਕੋਈ ਧਰਮ। ਕਹਿਣਗੇ ਸ਼ਰਮ ਧਰਮ ਦਾ ਤੇ ਡੇਰਾ ਹੀ ਦੂਰ ਹੋ ਗਿਆ, ਬਸ ਸਾਰੇ ਪਾਸੇ ਕੂੜ ਹੀ ਕੂੜ ਪ੍ਰਧਾਨ ਹੋ ਗਿਆ ਹੈ, ਸਾਰੇ ਪਾਸੇ ਕੂੜ ਹੀ ਕੂੜ ਫੈਲ ਗਿਆ ਹੈ। ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਾ ਸਾਈ, ਨੀਲ ਬਸਤਰ ਪਹਿਰ ਹੋਵੇ ਪ੍ਰਵਾਨ, ਮਲੇਛ ਧਾਨ ਲੈ ਪੂਜਿਆ ਪ੍ਰਾਣ। ਅਭਾਖਿਆ ਕਾ ਕੋਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਗੁਰੂ ਨਾਨਕ ਕਹਿੰਦੇ ਨੇ ਗੁਲਾਮੀ ਕਿੱਥੋਂ ਤੱਕ ਚਲੀ ਗਈ ਹੈ, ਕਿੱਥੋਂ ਤੱਕ ਬੇਪੱਤੀ ਚਲੀ ਗਈ ਹੈ। ਦੂਸਰਿਆਂ ਦੀ ਇੱਜ਼ਤਾਂ ਬਚਾਉਣ ਵਾਲੇ, ਦਾਅਵੇ ਕਰਨ ਵਾਲੇ ਆਪ ਕਿੱਥੋਂ ਤੱਕ ਡਿੱਗ ਪਏ ਨੇ। ਅਭਾਖਿਆ ਕਾ ਕੋਠਾ ਬੱਕਰਾ ਖਾਣਾ। ਅਭਾਖਿਆ ਕਹਿੰਦੇ ਨੇ ਦੂਸਰੀ ਬੋਲੀ ਨੂੰ, ਜਿਹੜੀ ਆਪਣੀ ਬੋਲੀ ਨਾ ਹੋਵੇ।
यानी कि अरबी भाषा, क्योंकि इस्लाम वो अरबी भाषा दे विच कलमा पढ़दा सी ते वो किसी जीव नूं कहंदा सी, जिवें इस्लाम वाले जिवा करदे ने, जिवें इस्लाम वाले हौली हौली साह रख के करद फेर के जिवा करदे ने, उहनूं कहंदे ने कुट्ठा। किसी चीज़ नूं कोह के मारना उहनूं कहंदे ने कुट्ठा, कुट्ठा मास। कहंदे ने भाख्या कर कुट्ठा, बकरा खाना, बकर कहंदे ने गऊ नूं अरबी दे विच, क्योंकि ईद वाले दिन वो गौ जिवा करते हैं, इसे करके उसनूं कहते हैं बकरीद, बकर ईद, जाने कि जिस दिन गौ हलाल की जाए उन्होंने कहते हैं बकरीद। हजूर कहते हैं इत्थों तक लोग गिर गए कि वो इस्लामिक ढंग के नाल गौ हलाल की हुई भी खाण लग पे, ताकि ये खुश रहन, ताकि साडे नवाब खुश रहन, ताकि साडे आका खुश रहन, इत्थों तक गिर गए। आप आख्या का कुट्ठा बकरा खाना, चौके उपर किसी ना जाना। जदों आप चौका तैयार करते हैं कहते हैं देखियो किते साडे चौके ते ना कोई चढ़ियो, साडे चौके ते ना कोई पिटिया जाएगा। भाख्या का कुट्ठा बकरा खाना, चौके उपर किसी ना जाना। देख है चौका कढ़ी कार, उपर आए बैठे कूड़ियार, मत पिटा बेमत पिटा, ये अन्न साडा फिटा, तन फिटा फेड़ करेन, मन जूठा चुली भरेन, कहो नानक सच ध्याईए, सुच होवे तां सच पाईए। गुरु नानक कहते हैं तुसीं इत्थों तक गिर गए हो, तुसीं इत्थों तक बेपत्ते हो गए हो, तुसीं इत्थों तक अपनी इज्जत नूं मिट्टी दे विच रोल लिया है, तुसीं इस्लाम नूं खुश करन वास्ते अपनी तुसीं मान मर्यादा ही भुल गए हो, तुहाडी आत्मा मर चुकी है। लेकिन धन गुरु नानक पातशाह जी ने आण के उस वेले दोहां नूं झंझोड़िया। गुरु नानक पातशाह जी ने उस वेले राजियां नूं भी कहा तुसीं कसाई बन चुके हो। गुरु नानक पातशाह जी ने उस वेले दे धर्मियां नूं भी लंबे हत्थीं लिया कि तुसीं कसाई बन चुके हो, तुसीं बेपत्त हो गए हो, तुहाडे अंदर गुलामी घर कर चुकी है। काजी भी जे फैसला सुणांदा है वो भी नवाब नूं खुश करन वास्ते फैसला सुणांदा है, ताकि मेरा नवाब खुश रहे। बस जदों साहिबजादियां नूं पेश किया गया सूबे सरहंद की कचहरी विच, सूबे सरहंद ने जदों छोटे छोटे मासूम बच्चों को देखा, वो कहना ई मासूम मस्त, ई फरजंदे मासूम मस्त। कह लगा कि छोटे बच्चे ने तो मासूम ने, मैं तो सोचा सी बड़े होणगे। ई फरजंदे मासूम मस्त, कहते उत्थे काजी खड़ा सी कोल फैसला सुनाउण वाला, कहना ई फरजंदे माल अस्त। कह लगा बच्चे ने पर ये सप दे बच्चे ने। उकसाण वाला कौन सी? उकसाण वाला सी काजी, जिहड़ा 5 वक्त का नमाजी सी, जिहड़ा रोजे रखदा सी, जिहड़ा जकात दिंदा सी, जिहड़ा मक्के दा हज करके आया सी, जिस ते पूर्ण विश्वास सी लोकां नूं कि ये जो फैसला सुनावेगा सही सुनावेगा। एक नवाब जिहदी जिंदगी एक आम जिंदगी सी, जिस तरह नवाबां दी जिंदगी हुंदी है, इसे करके काजी नूं रखिया जांदा सी ते धर्मी है, ये तो कोई सच दा फैसला सुनावेगा। लेकिन उस काजी ने भी नवाब नूं खुश करन वास्ते फैसला सुनाया। नवाब ने कहा ते बच्चे ने, इन्हां दा खून मैं नहीं धरती ते वहा सकदा, इस्लाम इजाजत नहीं दिंदा, इस्लाम इजाजत नहीं दिंदा इन्ने मासूम बच्चों का खून धरती ते वहाया जाए, इस्लाम इजाजत नहीं दिंदा। कहते ने उस वेले काजी ने कहा सी बच्चों का खून वहाना ही क्यों है, इन्हां नूं जिउंदियां नूं नीहां विच चिण दिओ। इन्नी गुलामी गुलाम मानसिकता बन गई सी। लेकिन कहते ने फिर भी सूबे ने कहा नहीं, मेरा मन नहीं मनता कि इन्ने मासूम बच्चों को मैं सजा देवां। कहते ने उस वेले सुच्चा आनंद कोल खड़ा सी। मैं गल कर रहा कि जदों बंदा गुलाम मानसिकता दे विच आ जांदा, जदों गुलामी मानसिकता दे विच चली जांदी, उदों बंदा अपने आका नूं खुश करन वास्ते, अपने आगू नूं खुश करन वास्ते कित्थों तक गिर जांदा। कहते ने उस वेले सुच्चा आनंद ने कहा कि नवाब जे तुहानूं बहुत तरस आंदा है ना, इन्हां ते एक सवाल करके देख लैंदे आ, तेरा सारा तरस ही उड़ जाएगा। नवाब ने कहा कर की तरस, की सवाल करेगा? कहते ने उस वेले सुच्चा आनंद ने छोटे साहिबजादे बाबा जोरावर सिंह साहब दे बाबा फतेह सिंह नूं सवाल किया। कह लगा बच्चिओ, अगर तुहानूं असीं छड्ड दिंदे हां, अगर नवाब तुहाडे ते तरस कर लैंदा है, तुसीं फिर की करोगे? कहते ने दोहां बच्चों ने आख्या सुच्चा आनंद, सानूं लगदा तुसीं छड्डोगे नहीं, सानूं पूरी उम्मीद है कि तुसीं सानूं नहीं छड्डोगे, सानूं पूरी उम्मीद है कि असीं शहीदियां पावांगे,
पर मन लो कि तुसीं सानूं छड्ड ही दिंदे हो। चलो एक गल तुहाडी मन लैंदे कि तुहानूं साडे ते तरस आ जावे, तुसीं सानूं छड्ड दिओ, ते मत समझो कि असीं तुहाडे गुलाम हो के रहांगे। मत समझो असीं तुहाडी बोली बोलांगे, मत समझो असीं तुहाडे अनुसार चलांगे। असीं फिर शस्त्र इकट्ठे करांगे, असीं फिर अपने सिंह सूरमे इकट्ठे करांगे, असीं फिर अपने पिता जी दे नाल जाके रलांगे ते तुहाडे ਜ਼ਾਲਮਾਂ ਦੇ खिलाफ असीं जंग लड़दे रहांगे। इसे तरह जंग लड़दे रहांगे। उस वेले सुच्चा नंद ने नवाब नूं आखिया, क्यों नवाब साहब, ये भावें छोटे ने, मासूम ने, पर तुहाडे खिलाफ जरूर आवाज़ उठाणगे। इसलिए ਉਹ ਜਿਹੜਾ नवाब ਸੀ ਉਹਨੂੰ ਉਕਸਾਉਣ ਵਾਲਾ कौन सी? काजी। ਉਹਨੂੰ ਉਕਸਾਉਣ ਵਾਲਾ कौन सी? ਸੁੱਚਾ ਨੰਦ। ਕਿਉਂਕਿ ਉਹਨਾਂ ਨੂੰ ਪਤਾ ਸੀ ਨਵਾਬ ਦੀ ਖੁਸ਼ੀ ਵਿੱਚ ਹੀ ਸਾਡੀ ਰੋਜੀ ਰੋਟੀ ਹੈ। ਉਹਨਾਂ ਨੂੰ ਪਤਾ ਸੀ ਨਵਾਬ ਦੀ ਖੁਸ਼ਾਮਦੀ ਦੇ ਵਿੱਚ ਹੀ ਸਾਡਾ ਭਲਾ ਹੈ। ਉਹ ਨਵਾਬ ਨੂੰ ਖੁਸ਼ ਕਰਨ ਵਾਸਤੇ ਹੀ ਬੱਚਿਆਂ ਤੇ ਜ਼ੁਲਮ ਕਰਨ ਤੱਕ ਤਿਆਰ ਹੋ ਗਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਾਲਾ ਚੰਦੂ, ਤੇ ਚੰਦੂ ਕੌਣ ਸੀ? ਇੱਕ ਜਨੇਊ ਧਾਰੀ ਸੀ। ਜਹਾਂਗੀਰ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਖਿਲਾਫ ਚੁੱਕਣ ਵਾਲਾ ਚੰਦੂ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਿਲੇ ਜਹਾਂਗੀਰ ਨੂੰ, ਜਹਾਂਗੀਰ ਨੇ ਆਪਣੀ ਗਲਤੀ ਪ੍ਰਵਾਨ ਕੀਤੀ। ਕਹਿਣ ਲੱਗਾ, ਮਹਾਰਾਜ ਮੈਨੂੰ ਪਤਾ ਹੈ ਕਿ ਜੋ ਹੋਇਆ ਉਹ ਠੀਕ ਨਹੀਂ ਹੋਇਆ, ਗਲਤ ਹੋਇਆ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਹੀਦੀ ਠੀਕ ਨਹੀਂ ਹੋਈ, ਪਰ ਉਹਨੇ ਇੱਕ ਗੱਲ ਮੰਨੀ। ਕਹਿਣ ਲੱਗਾ, ਮਹਾਰਾਜ ਮੈਨੂੰ ਉਕਸਾਉਣ ਵਾਲਾ ਇਹ ਚੰਦੂ ਹੈ, ਇਹ ਮੈਨੂੰ ਚੰਦੂ ਉਕਸਾਉਂਦਾ ਸੀ। ਬਸ ਇਹਨੇ ਉਕਸਾ ਕੇ ਮੇਰੇ ਤੋਂ ਇਹ ਪਾਪ ਕਰਵਾਇਆ। ਇਹ ਚੰਦੂ ਮੈਂ ਤੁਹਾਡੇ ਹਵਾਲੇ ਕਰ ਦਿੰਦਾ ਹਾਂ। ਮਹਾਰਾਜ ਆਪ ਤੁਸੀਂ ਆਪਣੇ ਮਨ ਮਰਜ਼ੀ ਦੀ ਇਸਨੂੰ ਸਜ਼ਾ ਦੇ ਸਕਦੇ ਹੋ। ਜਹਾਂਗੀਰ ਨੂੰ ਉਕਸਾਉਣ ਵਾਲਾ ਕੌਣ ਸੀ? ਚੰਦੂ। ਉਹ ਧਰਮੀ, ਅਖੌਤੀ ਧਰਮੀ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਰਫ ਤੇ ਸਿਰਫ ਉਸ ਵੇਲੇ ਦੇ ਰਾਜਿਆਂ ਨੂੰ ਕਸਾਈ ਨਹੀਂ ਕਿਹਾ, ਉਸ ਵੇਲੇ ਦੇ ਧਰਮੀਆਂ ਨੂੰ ਵੀ ਕਸਾਈ ਕਿਹਾ। ਗੁਰੂ ਨਾਨਕ ਸਾਹਿਬ ਨੇ ਆਖਿਆ, ਤੁਸੀਂ ਧਰਮੀ ਵੀ ਕਸਾਈ ਬਣ ਚੁੱਕੇ ਹੋ, ਤੁਹਾਡੇ ਅੰਦਰੋਂ ਰਹਿਮ ਜਾਂਦਾ ਲੱਗਾ, ਤੁਹਾਡਾ ਧਰਮ ਵੀ ਦਿਖਾਵੇ ਦਾ ਰਹਿ ਗਿਆ ਹੈ, ਤੁਹਾਡੇ ਅੰਦਰ ਧਰਮ ਦੀ ਗੱਲ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਕਦੇ ਪੜ੍ਹਿਓ ਰਾਗ ਧਨਾਸਰੀ ਦੇ ਵਿੱਚ। ਸਤਿਗੁਰੂ ਆਖਣ ਲੱਗੇ, ਕਹਿਣ ਲੱਗੇ, ਮੈਂ ਜਦੋਂ, ਕਿਉਂਕਿ ਉਸ ਵੇਲੇ ਤਿੰਨ ਧਾਰਮਿਕ ਆਗੂ ਸਨ। ਇੱਕ ਬ੍ਰਾਹਮਣ ਸੀ ਔਰ ਦੂਸਰਾ ਜੋਗੀ ਸੀ ਔਰ ਕਾਜੀ ਸੀ। ਇਹ ਤਿੰਨ ਸਨ। ਕਹਿਣ ਲੱਗੇ, ਕਾਦੀ ਕੂੜ ਬੋਲ ਮਲ ਖਾਏ। ਕਹਿਣ ਲੱਗੇ, ਕਾਜੀ ਨੂੰ ਮੈਂ ਕੀ ਦੇਖਦਾ, ਇਹ ਝੂਠ ਬੋਲਣ ਰੂਪੀ ਮੈਲ ਖਾ ਰਿਹਾ ਹੈ। ਇਹ ਕਾਜੀ ਵੀ ਆਪਣਾ ਧਰਮ ਭੁਲਾ ਬੈਠਾ ਹੈ, ਇਹ ਵੀ ਦਿਖਾਵੇ ਦੇ ਧਰਮੀ ਹੈ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਕਾਏ। ਕਹਿਣ ਲੱਗੇ, ਬ੍ਰਾਹਮਣ ਨੂੰ ਮੈਂ ਦੇਖਦਾ ਤੀਰਥਾਂ ਤੇ ਇਸ਼ਨਾਨ ਕਰਦਾ, ਇਹ ਵੀ ਜੀਵਾਂ ਤੇ ਜ਼ੁਲਮ ਹੀ ਕਰਦਾ ਹੈ। ਜਿੰਨਾ ਬ੍ਰਾਹਮਣ ਨੇ ਜੀਵਾਂ ਤੇ ਜ਼ੁਲਮ ਕੀਤਾ, ਇੰਨਾ ਕਿਸੇ ਹੋਰ ਨੇ ਜ਼ੁਲਮ ਕੀਤਾ ਹੀ ਨਹੀਂ ਹੈ। ਬ੍ਰਾਹਮਣ ਜੰਮਣ ਤੋਂ ਪਹਿਲਾਂ ਸਾਹ ਰਗ ਫੜ ਲੈਂਦਾ, ਮਰਨ ਤੋਂ ਬਾਅਦ ਵੀ ਨਹੀਂ ਛੱਡਦਾ। ਅਜੇ ਬੱਚਾ ਮਾਤਾ ਦੀ ਕੁੱਖ ਵਿੱਚ ਹੁੰਦਾ, ਬਸ ਪਹਿਲੇ ਵਹਿਮ ਭਰਮੋਂ ਸ਼ੁਰੂ ਕਰ ਦਿੰਦਾ ਹੈ। ਇਹ ਮਹੀਨੇ ਤੋਂ ਜਨਮ ਨਾ ਦੇਵੀਂ, ਇਹ ਬੱਚਾ ਮੰਗਲੀਕ ਹੋਵੇਗਾ, ਇਹ ਆ ਹੋਵੇਗਾ। ਮਾਂ ਭਾਵੇਂ ਔਖੀ ਹੋਵੇ ਸੌਖੀ ਹੋਵੇ, ਜਾਂ ਤੇ ਉਸ ਦਿਨ ਤੋਂ ਪਹਿਲਾਂ ਜਨਮ ਦੇਵੇਗੀ, ਜਾਂ ਫਿਰ ਉਹਨੇ ਜ਼ਿਆਦਾ ਦਿਨ ਬੱਚੇ ਨੂੰ ਆਪਣੀ ਕੁੱਖ ਵਿੱਚ ਰੱਖੇਗੀ। ਇੱਕ ਦਿਨ ਵੀ ਬੱਚੇ ਨੂੰ ਆਪਣੀ ਮਾਂ ਨੂੰ ਆਪਣੀ ਕੁੱਖ ਵਿੱਚ ਰੱਖਣਾ ਕਿੰਨਾ ਮੁਸ਼ਕਲ ਹੁੰਦਾ, ਜਿਸ ਮਾਂ ਨੇ 9 ਮਹੀਨੇ ਬੱਚੇ ਨੂੰ ਆਪਣੀ ਕੁੱਖ ਵਿੱਚ ਰੱਖਿਆ। ਪਰ ਬ੍ਰਾਹਮਣ ਨੂੰ ਇਸ ਗੱਲ ਨਾਲ ਕੀ, ਉਸ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ। ਮਾਂ ਕਿੰਨਾ ਤੰਗ ਹੁੰਦੀ ਹੈ, ਮਾਂ ਕਿੰਨੀ ਪੀੜਾ ਵਿੱਚ, ਉਹਨੂੰ ਨਹੀਂ ਇਸ ਗੱਲ ਨਾਲ ਕੋਈ ਮਤਲਬ। ਉਸਨੇ ਤਾਂ ਬਸ ਇੱਕੋ ਗੱਲ ਦਿਮਾਗ ਵਿੱਚ ਬਿਠਾਈ, ਜਿੱਦਣ ਮੈਂ ਕਹਾਂਗਾ ਜਨਮ ਉਸ ਦਿਨ ਤੂੰ ਦੇਣਾ ਹੈ। ਬਸ ਉਸਨੇ ਗੱਲ ਦਿਮਾਗ ਵਿੱਚ ਬਿਠਾਈ ਹੋਈ ਸੀ। ਬਸ ਜਨਮ ਹੋ ਗਿਆ ਬੱਚੇ ਦਾ, ਆ ਗਿਆ ਬ੍ਰਾਹਮਣ ਚੱਕ ਕੇ ਪੱਤਰੀ। ਹੁਣ ਇਸ ਦੀ ਜਨਮ ਪੱਤਰੀ ਬਣਾਓ, ਇਸ ਦੀ ਆਹ ਬਣਾਓ, ਇਸ ਦੇ ਉੱਪਰ ਆਹ ਗ੍ਰਹਿ ਭਾਰੂ ਹੈ, ਇਸ ਦੇ ਉੱਪਰ ਆਹ ਗ੍ਰਹਿ ਭਾਰੂ ਹੈ। ਬਸ ਉਸ ਦਿਨ ਤੋਂ ਸਾਹ ਰਗ ਫੜ ਲੈਂਦਾ ਬੱਚੇ ਦੀ ਆਣ ਕੇ। ਮਰਨ ਤੋਂ ਬਾਅਦ ਵੀ ਨਹੀਂ ਛੱਡਦਾ। ਪ੍ਰਾਣੀ ਚਲਾ ਗਿਆ ਸੰਸਾਰ ਤੋਂ, ਫਿਰ ਵੀ ਕਹਿੰਦਾ ਨਹੀਂ, ਹੁਣ ਸਾਲ ਬਾਅਦ ਇਹਦਾ ਸਰਾਧ ਕਰਨਾ ਵੀ ਬੜਾ ਜ਼ਰੂਰੀ ਹੈ। ਜਨਮ ਤੋਂ ਪਹਿਲਾਂ ਸਾਹ ਰਗ ਫੜ ਲੈਂਦਾ, ਮਰਨ ਤੋਂ ਬਾਅਦ ਵੀ ਨਹੀਂ ਛੱਡਦਾ, ਜਿੰਨਾ ਜ਼ੁਲਮ ਬ੍ਰਾਹਮਣ ਨੇ ਕੀਤਾ। ਔਰ ਜੇ ਮੈਂ ਕਿਤੇ ਬ੍ਰਾਹਮਣ ਦੇ ਜ਼ੁਲਮਾਂ ਦੀ ਵਿਆਖਿਆ ਤੁਹਾਡੇ ਸਾਹਮਣੇ ਕਰਾਂ, ਤੁਸੀਂ ਹੈਰਾਨ ਹੋ ਜਾਓਗੇ। ਇਸ ਨੇ ਕਾਂਸ਼ੀ ਦੇ ਵਿੱਚ ਇੱਕ ਕਲਵੱਤਰ ਰੱਖਿਆ ਹੋਇਆ, ਕਲਵੱਤਰ ਕਹਿੰਦੇ ਨੇ ਆਰੇ ਨੂੰ। ਇਹਨੇ ਲੋਕਾਂ ਦੇ ਮਨ ਵਿੱਚ ਕੀ ਭਰਮ ਬਿਠਾ ਦਿੱਤਾ, ਜਿਹੜਾ ਇਸ ਆਰੇ ਦੇ ਨਾਲ ਆਪਣਾ ਸਰੀਰ ਦੁਫਾੜ ਕਰਾਵੇਗਾ ਉਹ ਸਿੱਧਾ ਸਵਰਗ ਨੂੰ ਜਾਵੇਗਾ। ਤੇ ਮੂਰਖ ਲੋਕ ਜਦੋਂ ਕੋਈ ਘਰ ਵਿੱਚ ਬੁੱਢਾ ਹੁੰਦਾ ਸੀ ਤੇ ਉਹਨੂੰ ਲੈ ਜਾਂਦੇ ਸੀ ਉੱਥੇ, ਚੱਲ ਬੁੱਢਿਆ ਤੂੰ ਤੇ ਸਵਰਗ ਨੂੰ ਜਾ। ਉਹਨੂੰ ਲੈ ਜਾਂਦੇ ਸੀ ਤੇ ਕੀ ਹੁੰਦਾ, ਉਹਦੇ ਵਾਸਤੇ ਕੁਝ ਮਰਜ਼ਾਦਾਵਾਂ ਬਣਾਈਆਂ ਸੀ। ਏਡਾ ਕਮਲਾ ਨਹੀਂ ਸੀ ਉਹ ਬ੍ਰਾਹਮਣ
ਵੀ ਤੁਸੀਂ ਬੁੱਢੇ ਨੂੰ ਲੈ ਜਾਓ ਤੇ ਕਹੋ ਜੀ ਲਓ ਜੀ ਪੰਡਿਤ ਜੀ ਦੇ ਸਿਰ ਤੇ ਚਲਾਓ ਵਾਰਾ ਤੈਨੂੰ ਕਰੋ ਤੋਂ ਫਾੜ ਤੇ ਭੇਜੋ ਸਵਰਗ ਨੂੰ। ਐਡਾ ਕਮਲਾ ਨਹੀਂ ਸੀ ਉਹ। ਉਹਦੇ ਵਾਸਤੇ ਕੁਝ ਉਹਨੇ ਨਿਯਮ ਬਣਾਏ ਹੋਏ ਸੀ। ਨਿਯਮ ਉਹਨੇ ਕੀ ਬਣਾਇਆ ਹੋਇਆ ਸੀ ਕਿ ਘਰ ਦੀ ਇੱਕ ਬਹੂ ਜਾਂ ਇੱਕ ਲੜਕੀ ਬਿਲਕੁਲ ਸੋਨੇ ਦੇ ਗਹਿਣਿਆਂ ਦੇ ਨਾਲ ਸ਼ਿੰਗਾਰ ਹੋ ਕੇ ਆਵੇ, ਸੋਨੇ ਦੇ ਗਹਿਣਿਆਂ ਨਾਲ ਲੱਥ ਪੱਥ ਹੋ ਕੇ ਆਵੇ। ਤੇ ਕੀ ਹੁੰਦਾ ਸੀ ਜਦੋਂ ਉਸ ਬੁੱਢੇ ਦੇ ਸਿਰ ਤੇ ਆਰਾ ਰੱਖਿਆ ਜਾਂਦਾ ਸੀ ਤੇ ਬੁੱਢੇ ਨੇ ਚੀਕਾਂ ਹੀ ਮਾਰਨੀਆਂ, ਹੋਰ ਬੁੱਢੇ ਨੇ ਕੀ ਕਰਨਾ ਸੀ। ਤੇ ਫਿਰ ਉਹ ਕਹਿੰਦੇ ਸੀ ਪੰਡਿਤ ਜੀ ਚੀਕਾਂ ਕਿਉਂ ਮਾਰਦਾ ਬੁੱਢਾ? ਉਹ ਕਹਿੰਦੇ ਸੀ ਤੁਸੀਂ ਦਾਨ ਘੱਟ ਦਿੱਤਾ, ਤੁਸੀਂ ਦਾਨ ਘੱਟ ਦਿੱਤਾ ਤਾਂ ਇਹ ਬੁੱਢਾ ਚੀਕਾਂ ਮਾਰਦਾ। ਉਹ ਜਿੰਨਾ ਪੈਸਾ ਤਾਂ ਉਦੋਂ ਉਹ ਹੀ ਨਹੀਂ ਸੀ ਕੱਖ ਹੁੰਦਾ। ਜਿਹੜੇ ਕੋਲ ਥੋੜੇ ਬਹੁਤ ਉਹਨਾਂ ਨੇ ਕਿਰਾਇਆ ਭਾੜਾ ਲਿਆਂਦਾ ਹੁੰਦਾ ਸੀ ਉਹ ਵੀ ਕੱਪੜੇ ਲਵਾ ਲੈਂਦਾ ਸੀ ਬ੍ਰਾਹਮਣ। ਉਹ ਫੇਰ ਥੋੜਾ ਜਿਹਾ ਆਰਾ ਛੇੜਦਾ ਬੁੱਢਾ ਫੇਰ ਚੀਕਾਂ ਮਾਰਦਾ ਸੀ। ਕਹਿੰਦੇ ਪੰਡਿਤ ਜੀ ਹੁਣ ਕਿਉਂ ਚੀਕਾਂ ਮਾਰਦਾ? ਕਹਿੰਦੇ ਅਜੇ ਵੀ ਦਾਨ ਤੁਹਾਡਾ ਘੱਟ ਹੈ। ਫਿਰ ਉਹ ਲੜਕੀ ਨੇ ਜਿਹੜੇ ਗਹਿਣੇ ਪਾਏ ਹੁੰਦੇ ਸੀ ਨਾ ਸੋਨੇ ਦੇ, ਉਹ ਸਾਰੇ ਲਹਾ ਲੈਂਦਾ ਸੀ। ਸਾਰੇ ਲਹਾ ਕੇ ਫੇਰ ਵੀ ਬੁੱਢੇ ਨੇ ਚੀਕਾਂ ਹੀ ਮਾਰਨੀਆਂ। ਫੇਰ ਕਿਹੜਾ ਬੁੱਢੇ ਨੇ ਚੀਕਾਂ ਨਹੀਂ ਸੀ ਮਾਰਨੀਆਂ। ਫਿਰ ਕਹਿੰਦੇ ਅਜੇ ਵੀ ਦਾਨ ਤੁਹਾਡਾ ਘੱਟ ਹੈ ਤੇ ਖਿਮਾ ਕਰਿਓ ਸਾਧ ਸੰਗਤ। ਉਸ ਲੜਕੀ ਨੂੰ ਬਾਹਮਣ ਰੱਖ ਲੈਂਦਾ ਸੀ। ਇੱਥੋਂ ਤੱਕ ਜ਼ੁਲਮ ਕੀਤਾ ਸੀ। ਕਿੱਥੋਂ ਕਿੱਥੋਂ ਤੱਕ ਮੈਂ ਤੁਹਾਨੂੰ ਇਸ ਦੇ ਜ਼ੁਲਮ ਗਿਣਾਵਾਂ, ਕਿੱਥੋਂ ਕਿੱਥੋਂ ਤੱਕ ਮੈਂ ਤੁਹਾਨੂੰ ਜ਼ੁਲਮ ਗਿਣਾਵਾਂ। ਇਸ ਲਈ ਸਤਿਗੁਰੂ ਨੇ ਸਿਰਫ ਤੇ ਸਿਰਫ ਉਸ ਵੇਲੇ ਦੇ ਹਾਕਮਾਂ ਨੂੰ ਕਸਾਈ ਨਹੀਂ ਕਿਹਾ, ਸਤਿਗੁਰੂ ਨੇ ਉਸ ਵੇਲੇ ਦੇ ਧਰਮੀਆਂ ਨੂੰ ਵੀ ਕਸਾਈ ਕਿਹਾ। ਕਹਿਣਗੇ ਮੱਥੇ ਟਿੱਕਾ, ਤੇੜ ਧੋਤੀ, ਕਖਾਈ, ਹੱਥ ਛੁਰੀ, ਜਗਤ ਕਸਾਈ। ਕਹਿਣਗੇ ਤੂੰ ਵੀ ਕਸਾਈ ਬਣਿਆ ਹੋਇਆ। ਕਹਿਣ ਲੱਗੇ ਇਹ ਧਰਮੀ ਪੁਰਸ਼ ਤੂੰ ਵੀ ਕਸਾਈ ਬਣਿਆ ਹੋਇਆ। ਤੇਰੇ ਅੰਦਰ ਵੀ ਦਇਆ ਕੋਈ ਨਹੀਂ ਹੈ, ਤੇਰੇ ਅੰਦਰ ਵੀ ਤਰਸ ਕੋਈ ਨਹੀਂ ਹੈ, ਤੇਰੇ ਅੰਦਰ ਵੀ ਰਹਿਮ ਕੋਈ ਨਹੀਂ ਹੈ, ਤੇਰੇ ਅੰਦਰ ਵੀ ਕਰੁਣਾ ਕੋਈ ਨਹੀਂ ਹੈ, ਤੇਰੇ ਅੰਦਰ ਵੀ ਦਰਬੀਪਨ ਕੋਈ ਨਹੀਂ ਹੈ। ਤੂੰ ਵੀ ਕਸਾਈ ਬਣ ਗਿਆ ਹੈ। ਤੇ ਸਾਹਿਬ ਨੇ ਕਿਹਾ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇਗਾ ਬੰਦ। ਗੁਰੂ ਨਾਨਕ ਕਹਿਣ ਲੱਗੇ ਤਿੰਨੋਂ ਸਨ ਜਿਨ੍ਹਾਂ ਨੇ ਸੰਸਾਰ ਨੂੰ ਕੋਈ ਸੇਧ ਦੇਣੀ ਸੀ, ਸੰਸਾਰ ਨੂੰ ਕੋਈ ਸਿੱਖਿਆ ਦੇਣੀ ਸੀ, ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ ਸੀ, ਇਹ ਤਿੰਨੇ ਉਜਾੜੇ ਦਾ ਬੰਨਾ ਬਣ ਚੁੱਕੇ ਹਨ। ਇਹ ਤਿੰਨੋਂ ਕਸਾਈ ਬਣ ਚੁੱਕੇ ਹਨ। ਖਿਮਾ ਕਰਿਓ। ਉਹਨਾਂ ਸਰਕਾਰ ਦੇ ਖਿਲਾਫ ਬੋਲਣਾ ਔਖਾ ਨਹੀਂ ਹੁੰਦਾ ਜਿੰਨਾ ਕਿਸੇ ਧਰਮੀ ਦੇ ਖਿਲਾਫ ਬੋਲਣਾ ਔਖਾ ਹੁੰਦਾ ਹੈ। ਸਿਸਟਮ ਦੇ ਖਿਲਾਫ ਬੋਲਣਾ ਉਨਾ ਔਖਾ ਨਹੀਂ ਹੁੰਦਾ ਜਿੰਨਾ ਧਾਰਮਿਕ ਸਿਸਟਮ ਦੇ ਖਿਲਾਫ ਬੋਲਣਾ ਔਖਾ ਹੁੰਦਾ ਹੈ। ਕਿਉਂਕਿ ਧਾਰਮਿਕ ਪੱਖ ਤੋਂ ਕੋਈ ਥੋੜੀ ਜਿਹੀ ਆਵਾਜ਼ ਉਠਾਉਂਦਾ ਬਸ ਲੋਕ ਇੱਕਦਮ ਇਕੱਠੇ ਹੋ ਜਾਂਦੇ ਨੇ। ਇਹਨੇ ਜੀ ਸਾਡੇ ਤੇ ਇਹ ਕਿੰਤੂ ਕੀਤਾ, ਇਹਨੇ ਜੀ ਸਾਡੇ ਤੇ ਆਹ ਪਰੰਤੂ ਕੀਤਾ। ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਨ ਜਿਹੜੇ ਉਸ ਵੇਲੇ ਦੇ ਵਕਤ ਦੇ ਗਲਤ ਸਿਸਟਮ, ਗੰਦੇ ਸਿਸਟਮ ਦੇ ਖਿਲਾਫ ਹੀ ਨਹੀਂ ਬੋਲੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਵੇਲੇ ਦੇ ਅਖੌਤੀ ਧਰਮੀਆਂ ਦੇ ਖਿਲਾਫ ਵੀ ਬੋਲੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵੇਲੇ ਅਖੌਤੀ ਧਰਮੀਆਂ ਨੂੰ ਵੀ ਲੰਬੇ ਹੱਥੀ ਰਿਹਾ। ਮਹਾਰਾਜ ਨੇ ਆਖਿਆ ਤੁਸੀਂ ਧਰਮੀ ਨਹੀਂ ਹੋ, ਤੁਸੀਂ ਦਿਖਾਵੇ ਦੇ ਧਰਮੀ ਹੋ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਸੁਲਤਾਨਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਸਨ ਨਾ, ਉਸ ਵੇਲੇ ਦਾ ਜਿਹੜਾ ਨਵਾਬ ਸੀ ਦੌਲਤ ਖਾਂ ਨੇ ਕਿਹਾ ਮਹਾਰਾਜ ਜੇ ਤੁਸੀਂ ਸਾਰਿਆਂ ਦੇ ਸਾਂਝੇ ਹੋ ਤੇ ਫਿਰ ਮੇਰੇ ਨਾਲ ਨਮਾਜ਼ ਪੜ੍ਹੋ। ਗੁਰੂ ਨਾਨਕ ਸਾਹਿਬ ਨੇ ਆਖਿਆ ਜੇ ਤੂੰ ਪੜ੍ਹੇਗਾ ਫਿਰ ਮੈਂ ਵੀ ਪੜਾਂਗਾ, ਪਰ ਤੂੰ ਪੜ੍ਹਦਾ ਨਹੀਂ, ਤੂੰ ਦਿਖਾਵਾ ਕਰਦਾ ਹੈ। ਕਹਿਣ ਲੱਗਾ ਨਹੀਂ ਮੈਂ ਪੜਾਂਗਾ। ਮਹਾਰਾਜ ਕਹਿਣ ਲੱਗੇ ਠੀਕ ਆ ਪੜ੍ਹ ਚੱਲ। ਕਹਿਣ ਲੱਗੇ ਦਿਨ ਮਿਥਲਿਆ ਗਿਆ, ਨਵਾਬ ਵੀ ਆ ਗਿਆ, ਬਹੁਤ ਸਾਰੀ ਦੁਨੀਆ ਆ ਗਈ, ਬੜੀ ਖਲਕਤ ਆ ਗਈ ਉੱਥੇ। ਕਈ ਨਵਾਬ ਦੇ ਪੱਖੀ ਆ ਗਏ, ਗੁਰੂ ਨਾਨਕ ਸਾਹਿਬ ਦੇ ਪੱਖੀ ਵੀ ਉਹ ਵੀ ਆ ਗਏ। ਕਈਆਂ ਨੂੰ ਗੁਰੂ ਨਾਨਕ ਸਾਹਿਬ ਤੇ ਭਰੋਸਾ ਸੀ ਕਿ ਅੱਜ ਗੁਰੂ ਨਾਨਕ ਸਾਹਿਬ ਕੋਈ ਅਨੋਖਾ ਸੌਦਾ ਕਰਨਗੇ। ਕਈ ਅੰਦਰੋਂ ਡੋਲਦੇ ਵੀ ਸਨ ਅਗਰ ਕਿਤੇ ਅੱਜ ਗੁਰੂ ਨਾਨਕ ਸਾਹਿਬ ਨੇ ਇਸਲਾਮ ਕਬੂਲ ਕਰ ਲਿਆ ਸਾਡਾ ਕੀ ਬਣੇਗਾ। ਕਈ ਡੋਲਦੇ ਵੀ ਸਨ, ਪਰ ਉਹ ਭੈਣ ਨਾਨਕੀ ਸੀ, ਭਾਈਆ ਜੈ ਰਾਮ ਜੀ ਵਰਗੇ ਵੀ ਡੋਲ ਗਏ। ਅੱਜ ਕੀ ਬਣੇਗਾ। ਇੱਕ ਮੁਸਲਮਾਨ ਦੇ ਅੱਗੇ ਗੁਰੂ ਨਾਨਕ ਹੀ ਝੁਕ ਗਏ ਜਿਸ ਦਾ ਸਾਨੂੰ ਸਾਰਿਆਂ ਨੂੰ ਆਸਰਾ, ਅਸੀਂ ਤਾਂ ਸਾਰੇ ਜਿਉਂਦੇ ਮਰ ਜਾਵਾਂਗੇ। ਪਰ ਭੈਣ ਨਾਨਕੀ ਕਹਿੰਦੀ ਸੀ ਨਹੀਂ, ਗੁਰੂ ਨਾਨਕ ਜੋ ਕਰਨਗੇ ਠੀਕ ਕਰਨਗੇ। ਬਸ ਬੜੀ ਵੱਡੀ ਖਲਕਤ ਮਸੀਤ ਦੇ ਵਿੱਚ ਸਭ ਪਹੁੰਚੇ ਨੇ, ਬਹੁਤ ਵੱਡਾ ਇਕੱਠ ਹੈ। ਨਵਾਬ ਨੇ ਸ਼ੁਰੂ ਕੀਤੀ ਹੈ ਨਮਾਜ਼, ਗੁਰੂ ਨਾਨਕ ਹੱਸਦੇ ਨੇ। ਉਹ ਨਮਾਜ਼ ਅਦਾ ਕਰਦਾ ਹੈ, ਗੁਰੂ ਨਾਨਕ ਹੱਸਦੇ ਨੇ। ਗੁਰੂ ਨਾਨਕ ਮਜ਼ਾਕ ਉਡਾਉਂਦੇ ਨੇ। ਹਟਿਆ, ਪੁੱਛਣ ਲੱਗਾ ਮਹਾਰਾਜ ਕੀ ਤਮਾਸ਼ਾ, ਮੈਂ ਨਮਾਜ਼ ਅਦਾ ਕਰਦਾ ਤੁਸੀਂ ਹੱਸਦੇ ਹੋ, ਤੁਸੀਂ ਮੇਰਾ ਮਜ਼ਾਕ ਪੈ ਉਡਾਉਂਦੇ ਹੋ। ਗੁਰੂ ਨਾਨਕ ਕਹਿਣ ਲੱਗੇ ਮੈਂ ਤੇਰਾ ਮਜ਼ਾਕ ਨਹੀਂ ਉਡਾਉਂਦਾ, ਤੂੰ ਕੰਮ ਹੀ ਮਜ਼ਾਕ ਉਡਾਉਣ ਵਾਲੇ ਕਰਦਾ, ਮੈਂ ਤਾਂ ਉਡਾਉਣਾ। ਤੂੰ ਜਦੋਂ ਕੰਮ ਹੀ ਹੱਸਣ ਵਾਲਾ ਕਰੇਗਾ ਤੇ ਫਿਰ ਮੈਂ ਹੱਸਾਂਗੇ ਤੇਰੇ ਤੇ, ਹੋਰ ਕੀ ਕਰਾਂਗਾ। ਕਹਿਣ ਲੱਗਾ ਕਿਉਂ, ਮੈਂ ਨਮਾਜ਼ ਅਦਾ ਕਰਦਾ, ਸਾਰੇ ਜਿੰਨੇ ਬੈਠੇ ਨੇ ਇਹਨਾਂ ਨੂੰ ਪੁੱਛੋ, ਆ ਜਿੰਨੀ ਖਲਕਤ ਖੜੀ ਇਹਨਾਂ ਨੂੰ ਪੁੱਛੋ ਮੈਂ ਨਮਾਜ਼ ਅਦਾ ਨਹੀਂ ਕੀਤੀ। ਗੁਰੂ ਨਾਨਕ ਕਹਿਣ ਲੱਗੇ ਇਹਨਾਂ ਦੀ ਨਜ਼ਰ ਬਾਹਰ ਹੈ, ਮੇਰੀ ਨਜ਼ਰ ਤੇਰੇ ਅੰਦਰ ਹੈ, ਮੈਂ ਤੈਨੂੰ ਅੰਦਰੋਂ ਦੇਖਦਾ ਹਾਂ।
ਤੂੰ ਨਮਾਜ਼ ਨਹੀਂ ਸੀ ਅਦਾ ਕਰ ਰਿਹਾ ਸੱਜਣਾ, ਤੂੰ ਕਾਬਲ ਵਿੱਚ ਘੋੜੇ ਖਰੀਦ ਰਿਹਾ ਸੀ, ਤੂੰ ਇੱਥੇ ਹੈ ਹੀ ਨਹੀਂ ਸੀ। ਤੂੰ ਸਿਰਫ ਇੱਥੇ ਡਰਾਮਾ ਕਰਦਾ ਸੀ, ਕਿ ਦਿਖਾਵਾ ਕਰਦਾ ਸੀ, ਅੰਦਰੋਂ ਤੇ ਤੂੰ ਕਿਤੇ ਹੋਰ ਸੀ। ਉਹ ਦੌਲਤ ਖਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟਹਿ ਪਿਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਵੇ ਧਰਮੀਓ, ਇਹ ਦਿਖਾਵੇ ਨਾ ਕਰੋ, ਇਹ ਡਰਾਮੇ ਨਾ ਕਰੋ, ਲੋਕਾਂ ਨੂੰ ਮੂਰਖ ਨਾ ਬਣਾਓ। ਲੋਕਾਂ ਨੂੰ ਤੁਸੀਂ ਧਰਮੀ ਦਿਸਦੇ ਹੋ, ਤੁਸੀਂ ਧਰਮੀ ਹੈ ਨਹੀਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਸ ਵੇਲੇ ਦੇ ਅਖੌਤੀ ਧਰਮੀਆਂ ਦੇ ਖਿਲਾਫ ਆਵਾਜ਼ ਉਠਾਈ। ਜੇ ਵਾਕਈ ਉਹ ਧਰਮੀ ਸਨ ਤੇ ਗੁਰੂ ਨਾਨਕ ਸਾਹਿਬ ਜੀ ਕਦੇ ਸੁਮੇਰ ਪਰਬਤ ਤੇ ਸਿੱਧਾ ਕੋਲ ਨਾ ਜਾਂਦੇ, ਫਿਰ ਤੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਜਾ ਕੇ ਸ਼ਾਬਾਸ਼ ਦਿੰਦੇ, ਭਈ ਸ਼ਾਬਾਸ਼, ਤੁਸੀਂ ਘਰ-ਬਾਰ ਛੱਡਿਆ, ਤੁਸੀਂ ਦੁਨੀਆ ਦੇ ਸੁੱਖ ਆਰਾਮ ਛੱਡੇ, ਤੁਸੀਂ ਦੁਨੀਆ ਦੀਆਂ ਚਿੰਤਾਵਾਂ ਫਿਕਰ ਛੱਡੀਆਂ, ਆਰਾਮ ਨਾਲ ਆਣ ਕੇ ਇੱਥੇ ਸੁਮੇਰ ਪਰਬਤ ਤੇ ਬਹਿ ਗਏ, ਤੁਸੀਂ ਬੜੇ ਚੰਗੇ ਹੋ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਜਾ ਕੇ ਝਾੜਾਂ ਪਾਈਆਂ। ਸੱਚੇ ਪਾਤਸ਼ਾਹ ਨੇ ਕਿਹਾ, ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤਰ ਕੋ ਪਾਰ ਉਤਾਰਾ। ਹੇ ਸਿੱਧੋ, ਤੁਸੀਂ ਤਾਂ ਇੱਥੇ ਸੁਮੇਰ ਪਰਬਤ ਤੇ ਆਣ ਕੇ ਬੈਠ ਗਏ ਹੋ, ਸੰਸਾਰ ਦਾ ਭਲਾ ਕੌਣ ਕਰੇਗਾ। ਤੁਸੀਂ ਲੋਕਾਂ ਨੇ ਸੰਸਾਰ ਨੂੰ ਕੋਈ ਸੇਧ ਦੇਣੀ ਸੀ, ਕੋਈ ਸਿੱਖਿਆ ਦੇਣੀ ਸੀ, ਤੁਸੀਂ ਖੁਦ ਹੀ ਆਣ ਕੇ ਸੁਮੇਰ ਪਰਬਤ ਤੇ ਬੈਠ ਗਏ ਹੋ। ਧਰਮੀ ਦਾ ਅਰਥ ਕੋਈ ਇਹ ਥੋੜ੍ਹਾ ਹੁੰਦਾ ਕਿ ਮੈਂ ਧਰਮੀ ਹਾਂ, ਮੈਂ ਸਵੇਰੇ ਉੱਠ ਕੇ ਇੰਨੇ ਜਪਜੀ ਸਾਹਿਬ ਦੇ ਪਾਠ ਕਰ ਲੈਂਦਾ, ਮੈਂ ਸਵੇਰੇ ਉੱਠ ਕੇ ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰ ਲੈਂਦਾ, ਮੈਂ ਇੰਨਾ ਚਿਰ ਮੂਲ ਮੰਤਰ ਦਾ ਅਭਿਆਸ ਕਰ ਲੈਂਦਾ। ਉਹ ਤੇ ਤੇਰਾ ਆਪਣਾ ਨਿੱਜੀ ਧਰਮ ਹੋ ਗਿਆ, ਤੂੰ ਕਿਸੇ ਵਾਸਤੇ ਕੀ ਕੀਤਾ। ਜੇ ਇਹੀ ਧਰਮ ਹੁੰਦਾ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਉਹਨਾਂ ਸਿੱਧਾਂ ਦੇ ਵਿੱਚ ਬੈਠ ਜਾਂਦੇ, ਕਹਿਣ ਲੱਗੇ ਜਿੱਦਾਂ ਤੁਸੀਂ ਆਨੰਦ ਲੈ ਰਹੇ ਤੇ ਮੈਂ ਵੀ ਲੈਂਦਾ। ਗੁਰੂ ਨਾਨਕ ਸਾਹਿਬ 4 ਉਦਾਸੀਆਂ ਨਾ ਕਰਦੇ, ਗੁਰੂ ਨਾਨਕ ਸਾਹਿਬ 25,000 ਮੀਲ ਦਾ ਸਫ਼ਰ ਪੈਦਲ ਨਾ ਕਰਦੇ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੁੱਖ ਨਾ ਸਹਾਰਦੇ, ਕਸ਼ਟ ਨਾ ਸਹਾਰਦੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੌਡੇ ਵਰਗੇ ਰਾਖਸ਼ਾਂ ਦੇ ਕੋਲ ਨਾ ਜਾਂਦੇ। ਜਿਹਨੂੰ ਅਸੀਂ ਧਰਮ ਸਮਝ ਕੇ ਬੈਠੇ, ਜੇ ਵਾਕਈ ਇਹੀ ਧਰਮ ਹੁੰਦਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਦੇ ਖੂਨ ਖਾਰ ਡਾਕੂਆਂ ਦੇ ਕੋਲ ਨਾ ਜਾਂਦੇ। ਫਿਰ ਤੇ ਗੁਰੂ ਨਾਨਕ ਸਾਹਿਬ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। 750 ਮੁਰੱਬਾ ਤੇ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਲਵਾਇਆ ਹੋਇਆ ਸੀ। ਆਨੰਦ ਲੈਂਦੇ ਮਹਾਰਾਜ ਬੈਠ ਕੇ, ਮੌਜਾਂ ਲੈਂਦੇ, ਪੈਸੇ ਦੀ ਕੋਈ ਕਮੀ ਸੀ। ਪਰ ਨਹੀਂ, ਹਜ਼ੂਰ ਨੇ ਆਪਣੇ ਛੋਟੇ ਛੋਟੇ ਬੱਚੇ ਛੱਡੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਘਰ ਵਾਲੀ ਸੁਲੱਖਣੀ ਨੂੰ ਕਿਹਾ ਕਿ ਇੱਕ ਬੱਚਾ ਤੂੰ ਪਾਲਣਾ ਔਰ ਇੱਕ ਬੱਚੇ ਨੂੰ ਭੈਣ ਨਾਨਕੀ ਪਾਲੇਗੀ। ਉਹਨਾਂ ਨੇ ਵੀ ਆਖਿਆ, ਤੁਹਾਨੂੰ ਲੱਖਾਂ ਬੱਚਿਆਂ ਦਾ ਫਿਕਰ ਹੈ, ਅਸੀਂ 2 ਤੇ ਪਾਲ ਹੀ ਸਕਦੇ ਹਾਂ। ਗੁਰੂ ਨਾਨਕ ਸਾਹਿਬ ਦੀ ਪਹਿਲੀ ਉਦਾਸੀ 8.25 ਸਾਲ ਦੀ ਸੀ। ਸੱਚੇ ਪਾਤਸ਼ਾਹ ਜੀ ਨੇ ਕਿਹੜਾ ਕਸ਼ਟ ਹੈ ਜਿਹੜਾ ਸਰੀਰ ਤੇ ਨਹੀਂ ਚੱਲਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਥੋਂ ਤੱਕ ਕਿਹਾ, ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਰੇਤ ਅੱਕ ਆਹਾਰ ਕਰ ਭਾਵ ਜੋ ਜਿਹੋ ਜਿਹਾ ਕੌੜਾ ਕਸੈਲਾ ਮਿਲ ਗਿਆ ਗੁਰੂ ਨਾਨਕ ਸਾਹਿਬ ਨੇ ਛਕਿਆ। ਜਿੱਥੇ ਦੇਖਿਆ ਉੱਥੇ ਮਹਾਰਾਜ ਨੇ ਪਰਨਾ ਸੁੱਟਿਆ, ਆਰਾਮ ਕਰ ਲਿਆ। ਉਦੋਂ ਕਿਹੜੇ ਕੋਈ ਹੋਟਲ ਬਣੇ ਹੋਏ ਸੀ, ਉਦੋਂ ਕਿਹੜੇ ਕੋਈ ਵਧੀਆ ਢਾਬੇ ਬਣੇ ਹੋਏ ਸੀ, ਉਦੋਂ ਕਿਹੜੀ ਕੋਈ ਇੰਨੀ ਜ਼ਿਆਦਾ ਆਬਾਦੀ ਸੀ। ਕਿਹੋ ਜਿਹੇ ਹਾਲਾਤਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਦੇ ਭਲੇ ਵਾਸਤੇ 4 ਯਾਤਰਾਵਾਂ ਕੀਤੀਆਂ। ਅੱਜ ਅਸੀਂ ਹਜ਼ੂਰ ਸਾਹਿਬ ਨੂੰ ਵੀ ਜਾਣਾ ਹੋਵੇ ਨਾ ਤੇ ਮਹੀਨਾ ਪਹਿਲਾਂ ਅਸੀਂ ਪਲੈਨਿੰਗਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਾਂ ਕਿ ਯਾਰ ਜਹਾਜ਼ ਦੀਆਂ ਟਿਕਟਾਂ ਲੈ ਲਈਏ, ਕਿ ਸੱਚਖੰਡ ਐਕਸਪ੍ਰੈਸ ਦੀਆਂ ਲੈ ਲਈਏ। ਫਿਰ ਅਸੀਂ ਨਾਲ ਬੰਦੇ ਲੱਭਦੇ ਹਾਂ, ਯਾਰ ਤੂੰ ਵੀ ਚਲੀ, ਮੈਂ ਤੇਰੀ ਟਿਕਟ ਲਾ ਦੂੰ, ਤੂੰ ਵੀ, ਕਿਉਂਕਿ ਅਸੀਂ ਯਾਤਰਾ ਕਰਨ ਥੋੜ੍ਹਾ ਜਾਂਦੇ ਹਾਂ, ਉਹ ਤੇ ਅਸੀਂ ਇੱਕ ਸੈਰ ਸਪਾਟਾ ਕਰਨ ਜਾਂਦੇ ਨੇ, ਚਲੋ ਘੁੰਮ ਫਿਰ ਕੇ ਆਵਾਂਗੇ। ਜਦ ਕਿ ਸਾਨੂੰ ਬਾਬਾ ਕਬੀਰ ਜੀ ਤੇ ਕਹਿੰਦੇ ਨੇ, ਕਬੀਰ ਸਾਧੂ ਕੋ ਮਿਲਨੇ ਜਾਈਏ, ਸਾਧਨਾ ਲੀਜੇ ਕੋਏ, ਪਾਛੇ ਪਾਉ ਨਾ ਦੀਜੀਏ, ਆਗੇ ਹੋਏ ਸੋਏ। ਪਰ ਨਹੀਂ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਦੇ ਭਲੇ ਵਾਸਤੇ 4 ਉਦਾਸੀਆਂ ਕੀਤੀਆਂ, 4 ਯਾਤਰਾਵਾਂ ਕੀਤੀਆਂ। ਕਿੰਨੇ ਕਸ਼ਟ ਸਹਾਰੇ, ਕਿੰਨੇ ਦੁੱਖ ਝੱਲੇ। ਔਰ ਗੁਰੂ ਕਲਗੀਧਰ ਪਾਤਸ਼ਾਹ ਜੀ, ਜੇ ਸੱਚੇ ਬਾਕੀ ਇਹੀ ਧਰਮ ਹੁੰਦਾ ਜਿਹਨੂੰ ਸਿੱਧ ਕਹਿੰਦੇ ਸੀ ਧਰਮ ਹੈ ਕਿ ਸਮਾਧੀਆਂ ਲਾ ਕੇ ਬੈਠ ਜਾਓ, ਕਿਸੇ ਦੀ ਚਿੰਤਾ ਕਰਨ ਦੀ ਲੋੜ ਨਹੀਂ, ਕਿਸੇ ਦਾ ਫਿਕਰ ਕਰਨ ਦੀ ਲੋੜ ਨਹੀਂ, ਫਿਰ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਵੀ ਆਰਾਮ ਨਾਲ ਬੈਠ ਜਾਂਦੇ। ਕੋਈ ਲੋੜ ਨਹੀਂ ਸੀ 4 ਸਾਹਿਬਜ਼ਾਦੇ ਸ਼ਹੀਦ ਕਰਵਾਉਣ ਦੀ, ਫਿਰ ਲੋੜ ਨਹੀਂ ਸੀ ਪਿਤਾ ਜੀ ਨੂੰ ਸ਼ਹੀਦ ਹੋਣ ਵਾਸਤੇ ਤੋਰਨ ਦੀ, ਫਿਰ ਲੋੜ ਨਹੀਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ 4 ਜੰਗਾਂ ਲੜਨ ਦੀ। ਧਰਮ ਦਾ ਅਰਥ ਇਹ ਨਹੀਂ ਹੁੰਦਾ ਕਿ ਮੈਂ ਬੜਾ ਧਰਮੀ, ਮੈਂ 2 ਵਜੇ ਸਵੇਰੇ ਉੱਠਦਾ, ਮੈਂ ਬੜਾ ਧਰਮੀ, ਮੈਂ ਇੰਨੇ ਪਾਠ ਜਪਜੀ ਸਾਹਿਬ ਦੇ, ਉਹ ਤੇਰੇ ਨੇ, ਤੂੰ ਭਾਵੇਂ 10 ਕਰ 20 ਕਰ, ਤੇਰੇ ਨੇ, ਕਿਸੇ ਨਾਲ ਕੀ ਵਾਹ ਹੈ। ਤੇਰੇ ਕੀਤੇ ਪਾਠ ਦਾ ਕਿਸੇ ਨੂੰ ਕੀ ਫਾਇਦਾ, ਪਹਿਲਾਂ ਇਹ ਦੱਸ। ਸਤਿਗੁਰੂ ਨੇ ਤਾਂ ਬਾਣੀ ਵਿੱਚ ਸਪਸ਼ਟ ਕੀਤਾ, ਕਹਿਣ ਲੱਗੇ, ਜੇ ਕੋ ਖਾਵੇ ਜੇ ਕੋ ਭੁੰਜੈ ਤਿਸਕਾ ਹੋਏ ਉਧਾਰੋ। ਇਹ ਤੇ ਜਿਹੜਾ ਭੋਜਨ ਖਾਵੇਗਾ ਉਹਦੀ ਭੁੱਖ ਮਿਟੇਗੀ। ਇਹ ਥੋੜ੍ਹਾ ਕਿ ਭੋਜਨ ਕੋਈ ਖਾਵੇ ਭੁੱਖ ਕਿਸੇ ਦੀ ਮਿਟੇਗੀ, ਇਸੇ ਤਰ੍ਹਾਂ ਤਾਂ ਹੋ ਨਹੀਂ ਸਕਦਾ। ਪਾਠ ਤੂੰ ਕਰੇ ਭਲਾ ਮੇਰਾ ਹੋਈ ਜਾਵੇ, ਇਸ ਤਰ੍ਹਾਂ ਕਿਵੇਂ ਹੋ ਜਾਏਗਾ।
ਤੂੰ ਬਾਣੀ ਪੜ੍ਹਦਾ, ਤੂੰ ਪਾਠ ਕਰਦਾ, ਤੂੰ ਸਿਮਰਨ ਕਰਦਾ, ਠੀਕ ਹੈ, ਤੇਰਾ ਭਲਾ ਹੋ ਰਿਹਾ ਹੋਵੇਗਾ, ਪਰ ਦੂਸਰੇ ਨੂੰ ਕੀ ਵਾਹ ਵਾਸਤਾ, ਦੂਸਰੇ ਨੂੰ ਕੀ ਸੰਬੰਧ ਹੈ। ਧਰਮੀ ਪੁਰਸ਼ ਇੱਕ ਬੱਦਲਾਂ ਦੀ ਤਰ੍ਹਾਂ ਹੁੰਦਾ, ਧਰਮੀ ਪੁਰਸ਼ ਇੱਕ ਖੂਹ ਦੇ ਪਾਣੀ ਦੀ ਤਰ੍ਹਾਂ ਨਹੀਂ ਹੁੰਦਾ। ਖੂਹ ਦਾ ਪਾਣੀ ਸਿਰਫ ਆਪਣੇ ਕਿਆਰਿਆਂ ਤੱਕ ਬੜੀ ਮੁਸ਼ਕਲ ਨਾਲ ਪਹੁੰਚਦਾ ਹੈ, ਲੇਕਿਨ ਬੱਦਲਾਂ ਦਾ ਮੀਂਹ ਉਹ ਸਾਰੀ ਧਰਤੀ ਤੇ ਇਕਸਾਰ ਵਰਸਦਾ ਹੈ। ਧਰਮੀ ਬੱਦਲਾਂ ਦੀ ਤਰ੍ਹਾਂ ਹੁੰਦਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਗੁਰੂ ਨੂੰ ਬੱਦਲ ਕਿਹਾ ਹੈ, ਗੁਰੂ ਨੂੰ ਮੇਘ ਕਿਹਾ ਹੈ। ਗੁਰੂ ਮੇਘ ਬਣ ਕੇ ਵਰਸਦਾ ਹੈ, ਗੁਰੂ ਬੱਦਲ ਬਣ ਕੇ ਵਰਸਦਾ ਹੈ। ਗੁਰੂ ਸਾਰਿਆਂ ਦਾ ਭਲਾ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਸ ਵੇਲੇ ਦੇ ਧਰਮੀ, ਉਸ ਵੇਲੇ ਦੇ ਜਿਹੜੇ ਜ਼ਾਲਮ ਸਨ, ਉਹਨਾਂ ਨੂੰ ਝੰਜੋੜਿਆ, ਉਹਨਾਂ ਨੂੰ ਅੰਦਰੋਂ ਹਿਲਾਇਆ ਕਿ ਤੁਸੀਂ ਜੋ ਕਰਦੇ ਹੋ ਠੀਕ ਨਹੀਂ ਕਰਦੇ ਹੋ। ਇਸ ਲਈ ਉਹ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਸਨ, ਉਹ ਬੇਪੱਤੀ ਦੀ ਜ਼ਿੰਦਗੀ ਜੀ ਰਹੇ ਸਨ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਪੱਤ ਨਾਲ ਜਿਉਣਾ ਸਿਖਾਇਆ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਇੱਜ਼ਤ ਨਾਲ ਜਿਉਣਾ ਸਿਖਾਇਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਗੁਲਾਮੀ ਦੇ ਜੂਲੇ ਦੇ ਵਿੱਚੋਂ ਕੱਢਿਆ। ਔਰ ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਕੋਲ ਆਇਆ ਹਮਾਜੂ, ਹਾਰਿਆ ਹੋਇਆ ਹਮਾਜੂ, ਸ਼ੇਰ ਸ਼ਾਹ ਸੂਰੀ ਤੋਂ ਹਾਰਿਆ ਹੋਇਆ ਹਮਾਜੂ, ਲੇਕਿਨ ਫਿਰ ਵੀ ਅੰਦਰ ਹੰਕਾਰ ਸੀ। ਕੀ ਹੋਇਆ ਜੇ ਮੈਂ ਹਾਰ ਗਿਆ ਹਾਂ ਤੇ ਮੈਂ ਬਾਦਸ਼ਾਹੀ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਸ ਵੇਲੇ ਬੱਚਿਆਂ ਨੂੰ ਪੜ੍ਹਾ ਰਹੇ ਸਨ। ਪੰਜਾਬੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਬੱਚਿਆਂ ਨੂੰ ਪੜ੍ਹਾ ਰਹੇ ਸਨ। ਸਾਡੀ ਆਪਣੀ ਭਾਸ਼ਾ ਪੰਜਾਬੀ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਪੰਜਾਬੀ ਦੀ ਲਿਪੀ ਤਿਆਰ ਕੀਤੀ। ਇਹਦੀਆਂ ਸਿਹਾਰੀਆਂ ਬਿਹਾਰੀਆਂ ਸਭ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਤਿਆਰ ਕੀਤੀਆਂ। ਔਰ ਇਸ ਭਾਸ਼ਾ ਨੂੰ ਬੋਲਣ ਤੋਂ ਲੈ ਕੇ ਲਿਖਣ ਤੱਕ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਲੈ ਕੇ ਆਂਦਾ। ਧੰਨ ਗੁਰੂ ਅੰਗਦ ਸਾਹਿਬ ਜੀ ਬੱਚਿਆਂ ਨੂੰ ਪੰਜਾਬੀ ਪੜ੍ਹਾ ਰਹੇ ਸਨ। ਹੁਮਾਯੂ ਆਇਆ, ਬੜਾ ਹੰਕਾਰ ਕਿ ਇੱਕ ਫਕੀਰ ਹੈ, ਇੱਕ ਸਾਧੂ ਹੈ, ਇਹ ਮੇਰਾ ਸਤਿਕਾਰ ਕਰੇਗਾ, ਮੇਰਾ ਮਾਣ ਕਰੇਗਾ, ਮੇਰੀ ਪੁੱਛਗਿੱਛ ਕਰੇਗਾ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਉਸ ਵੱਲ ਦੇਖਿਆ ਤੱਕ ਵੀ ਨਹੀਂ। ਬੜਾ ਗੁੱਸਾ ਆਇਆ, ਤਲਵਾਰ ਕੱਢੀ ਮਿਆਨ ਦੇ ਵਿੱਚੋਂ, ਕਹਿਣ ਲੱਗਾ, ਐ ਫਕੀਰ, ਤੈਨੂੰ ਪਤਾ ਨਹੀਂ ਕੋਈ ਬਾਦਸ਼ਾਹ ਤੇਰੇ ਕੋਲ ਚੱਲ ਕੇ ਆਇਆ, ਉਹਦਾ ਕਿਵੇਂ ਸਤਿਕਾਰ ਕਰਨਾ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਖਿਆ, ਉਹ ਹਮਾਜੂ, ਜਿੱਥੇ ਤਲਵਾਰ ਦੀ ਲੋੜ ਸੀ ਉੱਥੇ ਤਲਵਾਰ ਤੇਰੀ ਚੱਲੀ ਨਹੀਂ। ਅੱਜ ਤੋਂ ਇਹ ਤਲਵਾਰ ਫਕੀਰਾਂ ਦੇ ਸਿਰ ਉੱਪਰ ਕੱਢ ਕੇ ਖੜ ਗਿਆ, ਤੈਨੂੰ ਕੁਛ ਸ਼ਰਮ ਹੋਣੀ ਚਾਹੀਦੀ ਹੈ। ਉਸੇ ਵੇਲੇ ਤਲਵਾਰ ਮਿਆਨ ਦੇ ਵਿੱਚ ਚਲੀ ਗਈ। ਗੁਰੂ ਨਾਨਕ ਆਖਣ ਲੱਗੇ, ਹੋਏ ਹਮਾਜੂ, ਇਹ ਮਤ ਸਮਝੀ ਕਿ ਇਹ ਗੁਲਾਮਾਂ ਦੀ ਬਸਤੀ ਹੈ, ਮਤ ਸਮਝੀ ਇਹ ਗੁਲਾਮਾਂ ਦਾ ਘਰ ਹੈ। ਇਹ ਘਰ ਗੁਰੂ ਨਾਨਕ ਸਾਹਿਬ ਦਾ ਹੈ। ਇਸ ਘਰ ਤੇ ਜਿਹੜਾ ਝੁਕ ਕੇ ਆਂਦਾ, ਜਿਹੜਾ ਨਿਭ ਕੇ ਆਂਦਾ, ਉਹ ਫਲਾਂ ਨਾਲ ਲੱਦ ਕੇ ਜਾਂਦਾ। ਜਿਹੜਾ ਇਸ ਗੁਰੂ ਨਾਨਕ ਦੇ ਘਰ ਦੇ ਵਿੱਚ ਹੰਕਾਰ ਨਾਲ ਆਂਦਾ, ਹੈਂਕੜ ਨਾਲ ਆਂਦਾ, ਉਹ ਲੱਥ ਕੇ ਜਾਂਦਾ, ਉਹ ਲੈ ਕੇ ਜਾਂਦਾ। ਇਸ ਲਈ ਜੇ ਕਿਤੇ ਤੂੰ ਨਿਮਰਤਾ ਦੇ ਨਾਲ ਆਉਂਦਾ, ਸਭ ਕੁਝ ਤੈਨੂੰ ਮਿਲ ਜਾਣਾ ਸੀ। ਤੂੰ ਅੱਜ ਹੰਕਾਰ ਨਾਲ ਆਇਆ, ਹਾਰਿਆ ਹੋਇਆ ਵੀ ਹੰਕਾਰ ਨਾਲ ਆਇਆ। ਇਸ ਲਈ ਤੂੰ ਬਹੁਤ ਪਿਛਾਂ ਪੈ ਗਿਆ, ਬਹੁਤ ਪਿਛਾਂ ਪੈ ਗਿਆ। ਤੇਰੀ ਛੋਟੀ ਜਿਹੀ ਭੁੱਲ ਨੇ ਤੈਨੂੰ ਬਹੁਤ ਪਿਛਾਂ ਪਾ ਦਿੱਤਾ ਹੈ। 15 ਸਾਲ ਹੁਮਾਯੂ ਭਟਕਦਾ ਰਿਹਾ। 15 ਸਾਲਾਂ ਤੋਂ ਬਾਅਦ ਉਸਨੂੰ ਕਿਤੇ ਜਾ ਕੇ ਤਖਤ ਨਸੀਬ ਹੋਇਆ। ਉਹ ਵੀ ਕੋਈ ਬਹੁਤ ਜ਼ਿਆਦਾ ਸਮਾਂ ਨਹੀਂ, ਥੋੜੇ ਸਮੇਂ ਬਾਅਦ ਹੁਮਾਯੂ ਮਰ ਗਿਆ। ਗੁਰੂ ਨਾਨਕ ਸਾਹਿਬ ਨੇ ਆਖਿਆ, ਗੁਲਾਮਾਂ ਦਾ ਘਰ ਨਹੀਂ ਹੈ। ਅਕਬਰ ਆਇਆ ਗੁਰੂ ਅਮਰਦਾਸ ਜੀ ਮਹਾਰਾਜ ਦੀ ਸ਼ਰਨ ਵਿੱਚ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਜਾ ਕੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਕਬਰ ਆਇਆ। ਕੋਈ ਛੋਟੀ ਗੱਲ ਸੀ ਅਕਬਰ? ਪੂਰੇ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ, ਜਿਹਨੇ ਚਤੌੜ ਦਾ ਕਿਲਾ ਵੀ ਜਿੱਤ ਲਿਆ ਸੀ, ਜਿਹਦੇ ਅੱਗੇ ਰਾਜਪੂਤ ਵੀ ਪਾਣੀ ਭਰਨ ਲੱਗ ਪਏ ਸਨ। ਐਡਾ ਯੋਧਾ, ਐਡਾ ਸੂਰਮਾ, ਐਡਾ ਸਿਆਣਾ ਅਕਬਰ। ਲੇਕਿਨ ਇਹ ਨਹੀਂ ਕਿ ਗੁਰੂ ਅਮਰਦਾਸ ਜੀ ਮਹਾਰਾਜ ਉੱਠ ਕੇ ਆਏ ਹੋਣ, ਉਹਨੂੰ ਦਰਵਾਜ਼ੇ ਵਿੱਚ ਮਿਲੇ ਹੋਣ, ਉਹਦੀ ਕੋਈ ਆਓ ਭਗਤ ਕੀਤੀ ਹੋਵੇ ਵੀ ਲੈ ਵੀ ਤੂੰ ਅੱਜ ਬਾਦਸ਼ਾਹ, ਬੜੀ ਵੱਡੀ ਗੱਲ ਹੈ, ਲੈ ਵੀ ਤੂੰ ਬਾਦਸ਼ਾਹ ਆਇਆ ਅੱਜ ਸਾਡੇ ਘਰ। ਇੰਡੀਆ ਤੋਂ ਕੋਈ ਹਾਰਿਆ ਜਾਂ MLA ਆ ਜਾਵੇ ਨਾ, ਹਾਰਿਆ ਜਾਂ, ਉਹਦੇ ਨਾਲੇ ਖੜ ਖੜ ਕੇ ਸੈਲਫੀਆਂ ਲਈ ਜਾਣਗੇ। ਸਾਨੂੰ ਕੀ ਆਦਤ ਪਈ ਹੈ ਕਿ ਤਕੜੇ ਬੰਦੇ ਨਾਲ ਸੈਲਫੀਆਂ ਲੈ ਕੇ ਆਪਣੇ ਆਪ ਨੂੰ ਤਕੜੇ ਮਹਾਨ ਬਣਨ ਦੀ ਕੋਸ਼ਿਸ਼ ਕਰਦੇ। ਮਹਾਨ ਨਾਲ ਸੈਲਫੀਆਂ ਲੈਣ ਨਾਲ ਕਦੇ ਮਹਾਨ ਨਹੀਂ ਬਣੀਦਾ, ਮਹਾਨ ਖੁਦ ਹੀ ਬਣਨਾ ਪੈਂਦਾ ਹੈ। ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਮਹਾਨ ਬੰਦੇ ਨਾਲ ਖੜ ਕੇ ਮਹਾਨ ਨਾ ਬਣੀਏ, ਅਸੀਂ ਖੁਦ ਹੀ ਇੰਨੇ ਮਹਾਨ ਬਣੀਏ ਕਿ ਲੋਕ ਸਾਡੇ ਨਾਲ ਸੈਲਫੀਆਂ ਲੈ ਕੇ ਮਹਾਨ ਹੋਣ ਦਾ ਮਾਣ ਮਹਿਸੂਸ ਕਰਨ। ਸਿਆਣੇ ਪੁਰਸ਼ ਕਹਿੰਦੇ ਨੇ, ਲੋਕ ਮਹਾਨ ਲੱਗਣਾ ਚਾਹੁੰਦੇ ਨੇ, ਮਹਾਨ ਬਣਨਾ ਨਹੀਂ ਚਾਹੁੰਦੇ। ਲੋਕ ਮਹਾਨ ਦਿਸਣਾ ਚਾਹੁੰਦੇ ਨੇ, ਲੇਕਿਨ ਲੋਕ ਮਹਾਨ ਬਣਨਾ ਨਹੀਂ ਚਾਹੁੰਦੇ। ਅਸੀਂ ਮਹਾਨ ਦਿਸੀਏ ਨਾ, ਮਹਾਨ ਬਣੀਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਖਿਆ, ਅਕਬਰ ਨੂੰ ਕਹੋ ਪਹਿਲੇ ਲੰਗਰ 'ਚ ਜਾ ਕੇ ਪ੍ਰਸ਼ਾਦਾ ਛਕੇ, ਫਿਰ ਸਾਡੇ ਦਰਸ਼ਨ ਹੋਣਗੇ। ਉਹੀ ਪੰਗਤ, ਉਹੀ ਸੰਗਤ, ਉਹੀ ਲੰਗਰ, ਉਹੀ ਵਰਤਾਵਾ, ਉਹੀ ਸਭ ਕੁਛ।
ਉਸੇ ਅਕਬਰ ਨੂੰ ਉਸੇ ਮੈਟ ਤੇ ਬੈਠ ਕੇ ਉਸੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਿਆ ਤੇ ਫਿਰ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਹੋਏ। ਇਹਨੂੰ ਕਹਿੰਦੇ ਨੇ ਸੁਤੰਤਰਤਾ, ਇਹਨੂੰ ਕਹਿੰਦੇ ਨੇ ਆਜ਼ਾਦੀ। ਇੱਥੇ ਇਹ ਗੁਰੂ ਨਾਨਕ ਦਾ ਘਰ ਕਿਸੇ ਦਾ ਗੁਲਾਮ ਘਰ ਨਹੀਂ ਹੈ। ਗੁਰੂ ਨਾਨਕ ਦਾ ਘਰ ਕਿਸੇ ਦੇ ਅੱਗੇ ਸਿਰ ਝੁਕਾ ਕੇ ਨਹੀਂ ਹੈ। ਠੀਕ ਹੈ, ਜਿੰਨਾ ਚਿਰ ਅਕਬਰ ਬਾਦਸ਼ਾਹ ਰਿਹਾ, ਅਕਬਰ ਬਾਦਸ਼ਾਹ ਗੁਰੂ ਘਰ ਦਾ ਸਤਿਕਾਰ ਕਰਦਾ ਰਿਹਾ। ਸਮਾਂ ਆ ਗਿਆ ਜਹਾਂਗੀਰ ਦਾ, ਸਮਾਂ ਆ ਗਿਆ ਜਹਾਂਗੀਰ ਦਾ। ਹੁਣ ਜਹਾਂਗੀਰ ਕੀ ਸੋਚਦਾ ਸੀ? ਖਬਰਿਆ ਮੈਂ ਜ਼ੋਰ ਦੇ ਨਾਲ ਗੁਰੂ ਨਾਨਕ ਦੇ ਘਰ ਨੂੰ ਦਬਾ ਲਾਂਗਾ, ਖਬਰਿਆ ਮੈਂ ਜ਼ੋਰ ਦੇ ਨਾਲ ਗੁਰੂ ਨਾਨਕ ਦੇ ਘਰ ਨੂੰ ਆਪਣੇ ਅਧੀਨ ਕਰ ਦਾਂਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉੱਪਰ ਬੜਾ ਕਹਿਰ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੜੇ ਅਸਹਿ ਤੇ ਅਕਹਿ ਕਸ਼ਟ ਦਿੱਤੇ। ਤੇ ਜ਼ਾਲਮ ਕੀ ਸੋਚਦੇ ਸੀ ਕਿ ਹੁਣ ਸਿੱਖ ਕੌਮ ਡਰ ਜਾਏਗੀ, ਹੁਣ ਸਿੱਖ ਕੌਮ ਭੈ ਭੀਤ ਹੋ ਜਾਏਗੀ, ਹੁਣ ਸਿੱਖ ਕੌਮ ਸਹਿਮ ਜਾਏਗੀ ਤੇ ਹੁਣ ਕਦੇ ਵੀ ਸਿੱਖ ਕੌਮ ਕਦੇ ਵੀ ਜ਼ਾਲਮ ਹਕੂਮਤ ਦੇ ਅੱਗੇ ਸਿਰ ਨਹੀਂ ਚੁੱਕੇਗੀ। ਪਰ ਉਸ ਨੂੰ ਇਹ ਨਹੀਂ ਪਤਾ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਗੁਰੂ ਨਾਨਕ ਸਾਹਿਬ ਆਪ ਅਣਖ ਨਾਲ ਰਹੇ ਨੇ, ਅਣਖ ਨਾਲ ਸਿੱਖ ਨੂੰ ਜਿਉਣਾ ਸਿਖਾਇਆ ਹੈ। ਇੱਜ਼ਤ ਨਾਲ ਗੁਰੂ ਨਾਨਕ ਦਾ ਘਰ ਹੈ ਤੇ ਇੱਜ਼ਤ ਹੀ ਸਿੱਖ ਦਾ ਗੁਰੂ ਨਾਨਕ ਦਾ ਘਰ ਸਿਖਾਉਂਦਾ ਹੈ। ਇਹ ਕਿਸੇ ਦੂਸਰੇ ਦਾ ਗੁਲਾਮ ਨਹੀਂ, ਕੋਈ ਦੂਸਰਾ ਮੇਰੀ ਰਾਖੀ ਕਰੇ। ਇੱਥੇ ਸਿੱਖ ਆਪਣੀ ਰਾਖੀ ਕਰਨੀ ਆਪ ਖੁਦ ਜਾਣਦਾ ਹੈ। ਸਿੱਖ ਬੜੀ ਨਿਮਰਤਾ ਵਿੱਚ ਰਹਿੰਦਾ ਹੈ, ਪਿਆਰ ਵਿੱਚ ਰਹਿੰਦਾ ਹੈ। ਪਰ ਜਦੋਂ ਸਿੱਖ ਦੀ ਗੈਰਤ ਨੂੰ ਕੋਈ ਹੱਥ ਪਾਉਂਦਾ, ਸਿੱਖ ਦੀ ਕੋਈ ਅਣਖ ਨੂੰ ਹੱਥ ਪਾਉਂਦਾ, ਉਸ ਵੇਲੇ ਸਿੱਖ ਦਾ ਹੱਥ ਫਿਰ ਤਲਵਾਰ ਦੇ ਮੁੱਠੇ ਤੇ ਵੀ ਚਲਾ ਜਾਂਦਾ ਹੈ। ਸਿੱਖ ਕੋਲ ਸਿਰਫ ਵਿਚਾਰ ਹੀ ਨਹੀਂ, ਸਿੱਖ ਦੇ ਕੋਲ ਤਲਵਾਰ ਵੀ ਹੈ। ਸਿੱਖ ਦੇ ਕੋਲ ਸਿਰਫ ਸ਼ਾਸਤਰ ਹੀ ਨਹੀਂ, ਸਿੱਖ ਦੇ ਕੋਲ ਸ਼ਸਤਰ ਵੀ ਹੈ। ਇਸ ਵਾਸਤੇ ਜਦੋਂ ਆਇਆ ਜਹਾਂਗੀਰ, ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਬੜਾ ਜ਼ੁਲਮ ਕੀਤਾ। ਹਜ਼ੂਰ ਨੂੰ ਤੱਤੀ ਤਵੀ ਤੇ ਬਿਠਾਇਆ, ਦੇਗ ਵਿੱਚ ਉਬਾਲਿਆ। ਕਿਹੜਾ ਜ਼ੁਲਮ ਜਿਹੜਾ ਗੁਰੂ ਅਰਜਨ ਸਾਹਿਬ ਤੇ ਨਹੀਂ ਕੀਤਾ। ਪਰ ਉਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਅੱਗੇ ਆ ਕੇ ਤੇ ਜਹਾਂਗੀਰ ਨੂੰ ਨਿਭਣਾ ਪਿਆ, ਝੁਕਣਾ ਪਿਆ। ਆਇਆ ਬਹਾਦਰ ਸ਼ਾਹ, ਆਇਆ ਸ਼ਾਹਜਹਾਂ। ਜਹਾਂਗੀਰ ਤੋਂ ਬਾਅਦ ਉਹਨੇ ਸੋਚਿਆ ਮੈਂ ਤਲਵਾਰ ਨਾਲ ਗੁਰੂ ਸਾਹਿਬ ਨੂੰ ਦਬਾ ਲਵਾਂਗਾ। 4 ਜੰਗ ਲੜੇ ਸ਼ਾਹਜਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ। 4 ਜੰਗਾਂ ਦੇ ਵਿੱਚੋਂ ਹਾਰ ਗਿਆ, 4 ਜੰਗਾਂ ਵਿੱਚ ਹਾਰ ਗਿਆ। ਔਰ ਪਹਿਲਾ ਜੰਗ ਜਿਹੜਾ ਸਿੱਖ ਕੌਮ ਦਾ ਪਹਿਲਾ ਜੰਗ ਹੋਇਆ, ਜਿਸ ਨੂੰ ਅਸੀਂ ਅੰਮ੍ਰਿਤਸਰ ਦਾ ਜੰਗ ਕਹਿੰਦੇ ਹਾਂ, ਇਹ ਜੰਗ ਕਿਉਂ ਹੋਇਆ? ਇੱਜ਼ਤ ਕਰਕੇ ਹੋਇਆ, ਇੱਜ਼ਤ ਕਰਕੇ। ਆਪਾਂ ਗੱਲ ਕਰਦੇ ਹਾਂ ਨਾ, ਮੈਂ ਗੱਲ ਇੱਥੋਂ ਸ਼ੁਰੂ ਕੀਤੀ ਸੀ, ਅੱਜ ਰੱਖੜੀ ਹੈ ਨਾ, ਇੱਥੋਂ ਗੱਲ ਮੈਂ ਸ਼ੁਰੂ ਕੀਤੀ ਸੀ ਕਿ ਇਹ ਔਰਤ ਦੇ ਦਿਮਾਗ ਵਿੱਚ ਬਿਠਾ ਦਿੱਤਾ ਗਿਆ ਤੇਰੀ ਇੱਜ਼ਤ ਬਚਾਉਣ ਵਾਲਾ ਮਰਦ ਹੈ, ਤੇਰੀ ਰਾਖੀ ਕਰਨ ਵਾਲਾ ਮਰਦ ਹੈ। ਤੇ ਇੱਜ਼ਤ ਨਾਲ ਜਿਉਣਾ ਹੀ ਗੁਰੂ ਨੇ ਸਿਖਾਇਆ ਸਾਨੂੰ। ਇੱਜ਼ਤ ਦਾ ਰਖਵਾਲਾ ਸਤਿਗੁਰੂ ਹੈ, ਇੱਜ਼ਤ ਦਾ ਰਖਵਾਲਾ ਪ੍ਰਮਾਤਮਾ ਹੈ। ਹੁਣ ਜਿਹੜਾ ਪਹਿਲਾ ਜੰਗ ਹੋਇਆ ਉਹਦਾ ਕਾਰਨ ਹੀ ਪਤ ਸੀ, ਉਹਦਾ ਕਾਰਨ ਹੀ ਇੱਜ਼ਤ ਸੀ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਫੌਜ ਤਿਆਰ ਕੀਤੀ ਅੰਮ੍ਰਿਤਸਰ ਦੇ ਨੇੜੇ, ਜਿੱਥੇ ਰਾਮ ਤੀਰਥ ਦਾ ਸਥਾਨ ਹੈ, ਉੱਥੇ ਜ਼ਿਆਦਾਤਰ ਜੰਗਲ ਹੀ ਜੰਗਲ ਸੀ। ਹੁਣ ਤੇ ਆਬਾਦੀ ਬਹੁਤ ਵੱਧ ਗਈ ਹੈ, ਉਦੋਂ ਜੰਗਲ ਹੀ ਹੁੰਦੇ ਸੀ। ਤੇ ਜੰਗਲਾਂ ਵਿੱਚ ਕੀ ਹੁੰਦਾ ਸੀ? ਆਮ ਤੌਰ ਤੇ ਨਵਾਬ ਜਿਹੜੇ ਹੁੰਦੇ ਸੀ ਉਹ ਸ਼ਿਕਾਰ ਖੇਡਣ ਵਾਸਤੇ ਆ ਜਾਂਦੇ ਸੀ। ਇੱਧਰੋਂ ਸਿੱਖ ਵੀ ਸ਼ਿਕਾਰ ਖੇਡਣ ਵਾਸਤੇ ਗਏ ਹੋਏ ਸੀ ਤੇ ਉੱਧਰੋਂ ਲਾਹੌਰ ਦਾ ਸੂਬਾ ਵੀ, ਉਹ ਵੀ ਸ਼ਿਕਾਰ ਖੇਡਣ ਵਾਸਤੇ ਆਇਆ ਹੋਇਆ ਸੀ। ਤੇ ਉਸ ਵੇਲੇ ਦੀ ਇੱਕ ਮਰਜ਼ਾਦਾ ਸੀ, ਉਸ ਵੇਲੇ ਦਾ ਇੱਕ ਵਿਧੀ ਵਿਧਾਨ ਸੀ ਕਿ ਜੇ ਸ਼ਿਕਾਰ ਖੇਡਦਿਆਂ ਖੇਡਦਿਆਂ ਇੱਕ ਪਾਰਟੀ ਦਾ ਸ਼ਿਕਾਰ ਦੂਸਰੀ ਪਾਰਟੀ ਕੋਲ ਚਲਾ ਜਾਵੇ, ਯਾਨੀ ਕਿ ਦੂਸਰੇ ਸ਼ਿਕਾਰੀਆਂ ਕੋਲ ਚਲਾ ਜਾਵੇ, ਉਹਦੇ ਉੱਤੇ ਅਧਿਕਾਰ ਉਹਨਾਂ ਦਾ ਹੁੰਦਾ ਸੀ। ਚਾਹੇ ਸ਼ਿਕਾਰ ਚਲਾ ਜਾਵੇ, ਚਾਹੇ ਕੋਈ ਸ਼ਿਕਾਰੀ ਜਾਨਵਰ ਜਾਂ ਪੰਛੀ ਚਲਾ ਜਾਵੇ, ਉਹਦੇ ਮਾਲਕ ਉਹ ਖੁਦ ਬਣ ਜਾਂਦੇ ਸੀ। ਇਹ ਉਸ ਵੇਲੇ ਦਾ ਕਾਨੂੰਨ ਸੀ, ਇਹ ਉਸ ਵੇਲੇ ਦਾ ਵਿਧਾਨ ਸੀ। ਕੀ ਹੋਇਆ? ਜਿਹੜੇ ਉਸ ਵੇਲੇ ਦੇ ਮੁਗਲ ਸ਼ਿਕਾਰੀ ਸਨ, ਉਹਨਾਂ ਦਾ ਬਾਜ ਉਹ ਸਿੱਖਾਂ ਵੱਲ ਆ ਗਿਆ ਤੇ ਸਿੱਖਾਂ ਨੇ ਉਹ ਬਾਜ ਫੜ ਲਿਆ। ਭਾਈ ਬਿਧੀ ਚੰਦ ਜੀ ਨੇ ਉਹ ਬਾਜ ਫੜ ਲਿਆ। ਉਸ ਵੇਲੇ ਉਹ ਮੁਗਲ ਆਏ, ਕਹਿਣ ਲੱਗੇ ਬਾਜ ਸਾਡਾ। ਉਹਨਾਂ ਨੇ ਆਖਿਆ ਬਾਜ ਤੁਹਾਡਾ ਹੀ ਹੈ, ਲੇਕਿਨ ਹੁਣ ਆਹ ਸਾਡੇ ਕਬਜ਼ੇ ਵਿੱਚ ਗਿਆ, ਇਹ ਤੁਹਾਡੇ ਬਣਾਏ ਵਿਧਾਨ ਦੇ ਮੁਤਾਬਕ ਹੁਣ ਸਾਡਾ ਕਬਜ਼ਾ ਹੈ। ਇਹ ਤਾਂ ਹੁਣ ਸਾਡੀ ਮਰਜ਼ੀ ਹੈ ਕਿ ਅਸੀਂ ਤੁਹਾਨੂੰ ਦਈਏ ਜਾਂ ਨਾ ਦਈਏ, ਇਹ ਤਾਂ ਸਾਡੀ ਮਰਜ਼ੀ ਹੈ। ਹਾਂ, ਤੁਸੀਂ ਨਿਮਰਤਾ ਨਾਲ ਮੰਗੋਗੇ, ਦੇ ਦਿਆਂਗੇ। ਬਾਜ ਦੀ ਕੋਈ ਏਡੀ ਵੱਡੀ ਗੱਲ ਨਹੀਂ ਹੈ। ਗੁਰੂ ਨਾਨਕ ਦੇ ਘਰ ਵਿੱਚ ਕੋਈ ਬਾਜਾਂ ਦਾ ਘਾਟਾ ਨਹੀਂ ਹੈ। ਪਰ ਉਹ ਕਹਿੰਦੇ ਨਹੀਂ, ਅਸੀਂ ਨਿਮਰਤਾ ਨਾਲ ਤੁਹਾਡੇ ਤੋਂ ਬਾਜ ਮੰਗੀਏ, ਅਸੀਂ ਨਿਮਾਣੇ ਬਣ ਕੇ ਤੁਹਾਡੇ ਤੋਂ ਬਾਜ ਮੰਗੀਏ, ਅਸੀਂ ਇੱਥੋਂ ਦੇ ਮਾਲਕ, ਸਾਡੀ ਹਕੂਮਤ ਅਸੀਂ ਜ਼ੋਰ ਨਾਲ ਲਵਾਂਗੇ। ਤਾਂ ਸਿੱਖਾਂ ਨੇ ਆਖਿਆ ਫਿਰ ਠੀਕ ਹੈ, ਜੇ ਤੁਹਾਡੇ ਕੋਲ ਹਕੂਮਤ ਹੈ ਤੇ ਫਿਰ ਇੱਦਾਂ ਦੇ ਫਿਰ ਅਸੀਂ ਵੀ ਨਹੀਂ ਬਾਜ ਦੇਣ ਲੱਗੇ। ਜੇ ਹੁਣ ਅਸੀਂ ਤੁਹਾਡੇ ਤੋਂ ਡਰ ਗਏ ਤੇ ਫਿਰ ਤੇ ਅਸੀਂ ਬੇਪੱਤ ਹੋ ਗਏ, ਫਿਰ ਤੇ ਸਾਡਾ ਸਿਰ ਨੀਵਾਂ ਹੋ ਗਿਆ ਤੇ ਗੁਰੂ ਨੂੰ ਕੀ ਮੂੰਹ ਦਿਖਾਵਾਂਗੇ?
ਗੁਰੂ ਹਰਗੋਬਿੰਦ ਸਾਹਿਬ ਨੂੰ ਕੀ ਮੂੰਹ ਦਿਖਾਵਾਂਗੇ ਕਿ ਅੱਜ ਅਸੀਂ ਕੁਝ ਗਿਣਤੀ ਦੇ ਸ਼ਿਕਾਰੀਆਂ ਤੋਂ ਡਰ ਕੇ ਆ ਗਏ? ਅੱਜ ਕੁਝ ਗਿਣਤੀ ਦੇ ਸ਼ਿਕਾਰੀਆਂ ਨੇ ਸਾਡਾ ਸਿਰ ਝੁਕਾ ਦਿੱਤਾ। ਭਾਈ ਬਿਧੀ ਚੰਦ ਨੇ ਆਖਿਆ, ਬਾਜ ਤੇ ਤੁਹਾਡਾ ਹੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਤੁਹਾਡੇ ਬਣਾਏ ਕਾਨੂੰਨ ਦੇ ਮੁਤਾਬਕ, ਕਾਨੂੰਨ ਤੁਸੀਂ ਬਣਾਇਆ, ਕੋਈ ਅਸੀਂ ਥੋੜ੍ਹਾ ਬਣਾਇਆ, ਕਾਨੂੰਨ ਤੇ ਸਰਕਾਰਾਂ ਬਣਾਉਂਦੀਆਂ ਨੇ, ਕਾਨੂੰਨ ਕੋ ਪਬਲਿਕ ਥੋੜ੍ਹਾ ਬਣਾਉਂਦੀ ਹੈ, ਕਾਨੂੰਨ ਤੁਸੀਂ ਬਣਾਇਆ, ਇਸ ਲਈ ਤੁਹਾਡੇ ਬਣਾਏ ਕਾਨੂੰਨ ਦੇ ਮੁਤਾਬਕ ਤੁਹਾਡਾ ਬਾਜ ਸਾਡੇ ਕੋਲ ਆ ਗਿਆ, ਹੁਣ ਸਾਡਾ ਇਹਦੇ ਤੇ ਅਧਿਕਾਰ ਹੈ। ਹਾਂ, ਤੁਸੀਂ ਭਾਈਬੰਦੀ ਨਾਲ ਕਹੋ, ਸੁਲਹ ਸਫਾਈ ਨਾਲ ਕਹੋ ਤੇ ਅਸੀਂ ਮੋੜ ਦਿੰਦੇ ਹਾਂ, ਕੋਈ ਏਡੀ ਗੱਲ ਨਹੀਂ, ਪਰ ਜੇ ਤੁਸੀਂ ਆਪਣੀ ਰਾਜਸੀ ਸੱਤਾ ਦਿਖਾਓ, ਜੇ ਤੁਸੀਂ ਆਪਣੀ ਰਾਜਸੀ ਤਾਕਤ ਦਿਖਾਓ, ਫੇਰ ਨਹੀਂ ਮੋੜਾਂਗੇ। ਜੇ ਤੁਸੀਂ ਕਹੋ ਵੀ ਜੋਰਾ ਜਬਰੀ ਲੈ ਜਾਵਾਂਗੇ, ਫੇਰ ਨਹੀਂ। ਤੇ ਉਹਨਾਂ ਨੇ ਆਖਿਆ ਨਹੀਂ, ਫਿਰ ਅਸੀਂ ਫੌਜ ਲੈ ਕੇ ਆਵਾਂਗੇ। ਉਹਨਾਂ ਨੇ ਆਖਿਆ ਲੈ ਆਓ। ਲਓ, ਇੱਥੋਂ ਲੜਾਈ ਦਾ ਮੁੱਢ ਬੱਝਾ। ਸਿੱਖਾਂ ਨੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਹਾਰਾਜ ਲੱਗਦਾ ਸਮਾਂ ਜੰਗਾਂ ਯੁੱਧਾਂ ਦਾ ਆ ਗਿਆ ਹੈ। ਜਦੋਂ ਉਹਨਾਂ ਨੇ ਸਾਰੀ ਵਾਰਤਾ ਦੱਸੀ, ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਬਿਧੀ ਚੰਦ ਜੀ ਨੂੰ ਥਾਪੜਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਥਾਪੜਾ ਦਿੱਤਾ, ਸ਼ਾਬਾਸ਼ ਯੋਧਿਓ, ਮੈਂ ਤੁਹਾਨੂੰ ਅਣਖ ਨਾਲ ਜਿਉਣਾ ਸਿਖਾਇਆ, ਅੱਜ ਤੁਹਾਡੇ ਅੰਦਰ ਅਣਖ ਆ ਗਈ ਹੈ। ਮੈਂ ਤੁਹਾਨੂੰ ਗੁਲਾਮੀ ਵਿੱਚੋਂ ਕੱਢਿਆ, ਤੁਸੀਂ ਗੁਲਾਮੀ ਦੇ ਪਿੰਜਰੇ ਵਿੱਚੋਂ ਨਿਕਲ ਗਏ ਹੋ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਖਿਆ, ਹੁਣ ਜੋ ਹੋਏਗੀ ਪਈ ਹੋਏਗੀ, ਹੁਣ ਹਾਰੀਏ ਜਿੱਤੀਏ ਉਹ ਅਲੱਗ ਬਾਤ ਹੈ, ਲੇਕਿਨ ਇੱਜ਼ਤ ਨਾਲ ਜਿਉਣਾ, ਅਣਖ ਨਾਲ ਜਿਉਣਾ ਯੋਧਿਓ ਤੁਸੀਂ ਇੱਕ ਵਾਰ ਸੰਸਾਰ ਨੂੰ ਦੱਸ ਦਿੱਤਾ, ਮੁਗਲ ਹਕੂਮਤ ਨੂੰ ਦੱਸ ਦਿੱਤਾ ਕਿ ਗੁਰੂ ਨਾਨਕ ਦਾ ਘਰ ਕਦੇ ਸਿਰ ਝੁਕਾ ਕੇ ਨਹੀਂ ਜਿਉਂਦਾ। ਇੱਥੋਂ ਮੁੱਢ ਬੱਝਾ ਜੰਗ ਦਾ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾ ਜੰਗ ਲੜਿਆ ਕਰਤਾਰਪੁਰ ਸਾਹਿਬ ਦਾ, ਔਰ ਪਹਿਲੇ ਜੰਗ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਿੱਤ ਹੋਈ। 4 ਜੰਗ ਲੜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ, 4 ਜੰਗਾਂ ਵਿੱਚ ਜਿੱਤ ਹੋਈ, ਔਰ ਉਸ ਤੋਂ ਬਾਅਦ ਸਮਾਂ ਆਇਆ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾ। ਇੱਧਰ ਵੀ ਔਰੰਗਜ਼ੇਬ ਬਾਦਸ਼ਾਹ ਦਿੱਲੀ ਦੇ ਤਖਤ ਤੇ ਬੈਠ ਗਿਆ। ਉਹਨੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੂੰ ਸੱਦਿਆ, ਮਹਾਰਾਜ ਆਓ, ਤੁਹਾਡੇ ਨਾਲ ਗੱਲ ਕਰਨੀ ਹੈ। ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਆਖਿਆ, ਨਹਿ ਮਲੇਸ਼ ਕੋ ਦਰਸ਼ਨ ਦੇ, ਅਸੀਂ ਤੇਰਾ ਮਲੇਸ਼ ਦਾ ਦਰਸ਼ਨ ਨਹੀਂ ਕਰਨਾ, ਤੇਰੇ ਵਰਗੇ ਪਾਪੀ ਦੇ ਅਸੀਂ ਮੱਥੇ ਨਹੀਂ ਲੱਗਣਾ। ਗੁਰੂ ਹਰਿਰਾਏ ਸਾਹਿਬ ਨੇ ਆਖਿਆ, ਹਾਂ ਤੂੰ ਗੱਲ ਕਰਨੀ, ਅਸੀਂ ਪੁੱਤਰ ਆਪਣਾ ਭੇਜ ਦਿੰਦੇ ਹਾਂ। ਇਹ ਵੀ ਇੱਕ ਬਹੁਤ ਵੱਡੀ ਚੋਟ ਸੀ ਬਾਦਸ਼ਾਹ ਨੂੰ। ਬਾਦਸ਼ਾਹ ਕਰੇ ਹੁਕਮ ਤੇ ਕੋਈ ਮੰਨੇ ਨਾ, ਸਭ ਤੋਂ ਵੱਡੀ ਚੋਟ ਹੀ ਹੁੰਦੀ ਹੈ। ਬਾਦਸ਼ਾਹ ਦਾ ਹੁਕਮ ਹੀ ਸਾਰਾ ਕੁਝ ਹੁੰਦਾ ਹੈ। ਅਗਰ ਕਿਸੇ ਬਾਦਸ਼ਾਹ ਦਾ ਕੋਈ ਹੁਕਮ ਨਹੀਂ ਮੰਨਦਾ, ਇਸ ਨੂੰ ਵੱਡੀ ਬਗਾਵਤ ਹੋਰ ਕੋਈ ਨਹੀਂ ਹੁੰਦੀ। ਗੁਰੂ ਹਰਿਰਾਏ ਸਾਹਿਬ ਨੇ ਆਖਿਆ, ਅਸੀਂ ਤੇਰਾ ਹੁਕਮ ਨਹੀਂ ਮੰਨਦੇ, ਤੂੰ ਹੁਕਮ ਕੀਤਾ, ਆਓ, ਅਸੀਂ ਨਹੀਂ ਮੰਨਦੇ। ਉਸਨੇ ਆਖਿਆ, ਮਹਾਰਾਜ ਕੋਈ ਭੇਜ ਦਿਓ। ਗੁਰੂ ਸਾਹਿਬ ਨੇ ਆਪਣਾ ਵੱਡਾ ਪੁੱਤਰ ਰਾਮ ਰਾਏ ਭੇਜਿਆ। ਖੈਰ ਸਮਾਂ ਆਇਆ ਗੁਰੂ ਹਰਕ੍ਰਿਸ਼ਨ ਸਾਹਿਬ ਦਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਉਮਰ 5 ਸਾਲ ਦੀ ਸੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੋਏ। ਉਸ ਵੇਲੇ ਜਿਹੜੇ ਗੁਰੂ ਘਰ ਦੇ ਦੁਖੀ ਸਨ, ਜਿਹੜੇ ਵਿੱਚੋਂ ਹੀ ਦੁਖੀ ਸਨ, ਬਾਬਾ ਪ੍ਰਿਥੀ ਚੰਦ ਦੀ ਅੰਸ਼-ਵੰਸ਼, ਧੀਰਮਲ, ਔਰ ਇਸ ਤੋਂ ਬਿਨਾਂ ਹੋਰ ਜਿਹੜੇ ਰਾਮ ਰਾਜੇ ਇਤਿਆਦਿਕ ਸਾਰੇ ਗੁਰੂ ਘਰ ਦੇ ਜਿਹੜੇ ਦੁਖੀ ਸਨ, ਉਹਨਾਂ ਨੇ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਉਹ 5 ਸਾਲ ਦਾ ਬੱਚਾ ਉਹ ਕਿਵੇਂ ਏਡੀ ਵੱਡੀ ਜ਼ਿੰਮੇਵਾਰੀ ਨਿਭਾ ਸਕਦਾ ਹੈ। ਹੱਕ ਸਾਡਾ ਬਣਦਾ ਸੀ, ਗੁਰੂ ਸਾਹਿਬ ਬੇਇਨਸਾਫੀ ਕਰਕੇ ਗਏ ਨੇ। ਇੱਕ 5 ਸਾਲ ਦੇ ਬੱਚੇ ਨੂੰ ਗੁਰਿਆਈ ਬਖਸ਼ਿਸ਼ ਕਰ ਗਏ ਨੇ, ਉਹ ਕਿੱਦਾਂ ਸਾਰੀ ਕੌਮ ਨੂੰ ਸਾਂਭੇਗਾ, ਕਿੱਦਾਂ ਪੰਥ ਨੂੰ ਸਾਂਭੇਗਾ। ਤੇ ਜਿਹੜਾ ਔਰੰਗਜ਼ੇਬ ਸੀ ਉਹ ਬਾਦਸ਼ਾਹ ਸੀ, ਉਹ ਰਾਜਨੀਤਿਕ ਸੀ, ਉਹਨੇ ਹਰ ਗੱਲ ਨੂੰ ਰਾਜਨੀਤੀ ਦੇ ਪੱਖ ਤੋਂ ਲੈਣਾ ਸੀ। ਔਰੰਗਜ਼ੇਬ ਨੇ ਦੇਖਿਆ ਕਿ ਇਸ ਵੇਲੇ ਸਿੱਖੀ ਬਹੁਤ ਵੱਧ ਗਈ ਹੈ, ਸਿੱਖੀ ਬਹੁਤ ਫੈਲ ਚੁੱਕੀ ਹੈ, ਤੇ ਔਰੰਗਜ਼ੇਬ ਨੂੰ ਇਹ ਵੀ ਪਤਾ ਸੀ ਕਿ ਸਿੱਖੀ ਤੋਂ ਮੈਨੂੰ ਕੋਈ ਖਤਰਾ ਨਹੀਂ ਹੈ। ਉਸ ਨੂੰ ਇਹ ਵੀ ਪਤਾ ਸੀ, ਉਹਨੂੰ ਇਹ ਵੀ ਪਤਾ ਸੀ ਔਰੰਗਜ਼ੇਬ ਨੂੰ ਕਿ ਸਾਡੇ ਜਿੰਨੇ ਬਜ਼ੁਰਗ ਹੋਏ ਨੇ ਸਭ ਗੁਰੂ ਨਾਨਕ ਸਾਹਿਬ ਦੇ ਦਰ ਅੱਗੇ ਝੁਕਦੇ ਰਹੇ ਨੇ। ਉਹਨੂੰ ਇਹ ਵੀ ਪਤਾ ਸੀ, ਉਹਨੂੰ ਸਭ ਪਤਾ ਸੀ। ਉਹਨੂੰ ਪਤਾ ਸੀ ਬਾਬਰ ਗੁਰੂ ਨਾਨਕ ਸਾਹਿਬ ਅੱਗੇ ਝੁਕਿਆ, ਹੁਮਾਯੂੰ ਗੁਰੂ ਅੰਗਦ ਸਾਹਿਬ ਦੇ ਅੱਗੇ ਝੁਕਿਆ। ਉਹਨੂੰ ਪਤਾ ਸੀ ਅਕਬਰ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ ਦੇ ਅੱਗੇ ਝੁਕਦਾ ਰਿਹਾ। ਉਹਨੂੰ ਇਹ ਵੀ ਪਤਾ ਸੀ ਕਿ ਆਖਰ ਤੇ ਜਹਾਂਗੀਰ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਨਿਭਣਾ ਹੀ ਪਿਆ ਸੀ। ਤੇ ਉਹਨੂੰ ਇਹ ਵੀ ਪਤਾ ਸੀ ਕਿ ਮੇਰਾ ਪਿਓ ਸ਼ਾਹ ਜਹਾਂ 4 ਵੇਰਾਂ ਗੁਰੂ ਹਰਗੋਬਿੰਦ ਸਾਹਿਬ ਤੋਂ ਹਾਰ ਚੁੱਕਾ। ਉਹਨੂੰ ਇਹ ਵੀ ਪਤਾ ਸੀ, ਉਹ ਨਿਆਣਾ ਨਹੀਂ ਸੀ ਔਰੰਗਜ਼ੇਬ, ਲੇਕਿਨ ਫਿਰ ਵੀ ਰਾਜਨੀਤਿਕ ਬੰਦਾ ਰਾਜਨੀਤਿਕ ਹੀ ਹੁੰਦਾ ਹੈ। ਉਹਨੇ ਹਰ ਗੱਲ ਨੂੰ ਰਾਜਨੀਤੀ ਦੇ ਪੱਖ ਤੋਂ ਲੈਣਾ ਹੁੰਦਾ ਹੈ, ਕਿਉਂਕਿ ਉਸਨੇ ਦੇਖਿਆ ਕਿ ਸਿੱਖ ਬਹੁਤ ਵੱਧ ਚੁੱਕੇ ਨੇ, ਇਹ ਕੌਮ ਬੜੀ ਸ਼ਕਤੀਸ਼ਾਲੀ ਹੈ, ਇਹ ਕੌਮ ਅਣਖ ਤੇ ਗੈਰਤ ਨਾਲ ਜਿਉਣਾ ਸਿੱਖਦੀ ਹੈ ਤੇ ਸਿਖਾਉਂਦੀ ਹੈ। ਇਹ ਕੌਮ ਅਣਖ ਨਾਲ ਜਿਉਂਦੀ ਹੈ, ਗੈਰਤ ਨਾਲ ਜਿਉਂਦੀ ਹੈ ਤੇ ਦੂਸਰਿਆਂ ਨੂੰ ਗੈਰਤ ਨਾਲ ਅਣਖ ਨਾਲ ਜਿਉਣਾ ਸਿਖਾਉਂਦੀ ਹੈ। ਇਸ ਲਈ ਅਗਰ ਇਸ ਕੌਮ ਨੂੰ ਦੱਬ ਲਿਆ ਜਾਏ
तो बाकी सारिਆਂ ਨੂੰ मैं अपने आप ही दब लवांगा। ਜਦੋਂ भी सिर चुकेगी ये कौम ही सिर चुकेगी, इसलिए मैं इस ਨੂੰ दबा लवां। ਹੁਣ जो जोर ਨਾਲ दबांदा सी ਤੇ बहुत वड्डी बगावत शुरू ਹੁੰਦੀ ਸੀ, क्योंकि ਉਹਦਾ ਪਿਓ शाहजहान गुरु हरगोबिंद ਸਾਹਿਬ ਦੇ 4 ਵਾਰ हथ देख चुका ਸੀ। ਉਹਨੂੰ पता ਸੀ अगर मैं तलवार चुकी फौजी शक्ति नाल मैं इस कौम ਨੂੰ दबाਉਣ ਦੀ कोशिश की तो पूरे देश के विच बड़ी वड्डी हुकूमत उठ पाएगी, बगावत उठ पाएगी, सामनी मुश्किल हो जाएगी। सिक्खी बहुत बढ़ चुकी है, 4 जंग जितन करके सिखां के हौसले भी बहुत ज़्यादा बढ़ चुके सन। उन्हें राजनीति तो काम लेंदियां श्री गुरु हरकृष्ण साहब महाराज को सदा भेजिया, कहन लगा महाराज आओ। तो सदा किस कोल भेजिया? राजा जय सिंह दे कोल। राजा राम सिंह का पिता सी राजा जय सिंह। राजा जय सिंह कीरतपुर साहब आया गुरु हरकृष्ण साहब महाराज के कोल, कहन लगा महाराज औरंगजेब के नाल गलबात करो, तुहाडा भरा राम राय वो शिकायतां करदा है, दोहां भरावां दा समझौता हो जाएगा। धन गुरु हरकृष्ण साहब जी महाराज ने आख्या राजे जय सिंह नूं, राजा जी जो फैसला गुरु हरराय साहब कर गए ने, गुरु पिता जी कर गए ने, उस फैसले तो एक कदम भी इधर उधर नहीं होया जा सकता। रही गल औरंगजेब नूं मिलण दी, साडे पिता जी भी औरंगजेब नूं नहीं मिले, असीं भी नहीं मिलना। साडे पिता जी भी औरंगजेब दे मत्थे नहीं लगे, असीं भी औरंगजेब दे मत्थे नहीं लगना। उस वेले राजा जय सिंह ने आख्या महाराज आप जी औरंगजेब नूं बेशक ना मिलो, पर किरपा करके आप दिल्ली जरूर आओ, दिल्ली की संगत नूं दर्शन जरूर दिओ। उहदा कारण की सी? क्योंकि उस वेले संगतां दूर दुराडे होण करके बहुत ज़्यादा खबर जल्दी नाल पहुँचती नहीं सी, पता नहीं सी लगता कि इस वेले गुरु साहब स्थान ते कौन विराजमान ने कौन नहीं, पता नहीं सी लगता। सिੱਖੀ ਵਿੱਚ की हालात चलते हैं कुछ पता नहीं सी चलता। अजकल तो हुण मीडिया बहुत तेज हो गया, अजे भी कुछ नहीं पता लगता कि अंदरों अंदरी की हो रहा, उदों तो पता ही की लगना सी। गुरु हरकृष्ण साहब जी ने विचार की कि जे कीरतपुर साहब तो दिल्ली जावांगे तो राह दे विच बड़े पिंड पैंदे ने, राह दे विच बड़े शहर पैंदे ने, राह विच बड़ी सिੱਖੀ है और सारी सिੱਖੀ दे किते प्रचार होवेगा अते असलीयत दा सिੱਖੀ नूं पता लगेगा, सिੱਖਾਂ नूं पता लगेगा, क्योंकि गुमराह कुन प्रचार भी बहुत हो रहा सी। गुरु हरकृष्ण साहब जी महाराज दिल्ली गए पर औरंगजेब नूं नहीं मिले। गुरु हरकृष्ण साहब जी महाराज औरंगजेब नूं नहीं मिले, क्योंकि औरंगजेब शैतानी वरतदा सी। की शैतानी वरतदा सी? वो कहता सी गुरु हरकृष्ण साहब बच्चे ने, वो बच्चे समझदा सी कि 5 साल दे ने। कईयां नूं इह बड़ा भुलेखा कि 5 साल दे सी, कई कहणगे नहीं जो 8 साल दे सी। 5 साल या 8 साल का की फर्क पैण लगा? ये कोई बाहरी तौर पर थोड़ा, ये अंतरीम है, ये तो इलाही जोत है, किस दे अंदर टिक जानी है। गुरु हरकृष्ण साहब जी महाराज को बच्चा समझदा सी, 5 साल का बच्चा है, इसनूं मैं जां डरा लवांगा ते जां इसनूं कोई लोभ लालच दे दियांगा। जदों गुरु हरकृष्ण साहब जी मेरे अधीन हो जाणगे, सारी सिੱਖੀ अपने आप ही मेरे अधीन हो जाएगी, सारी सिੱਖੀ अपने आप ही मेरे काबू में आ जाएगी। अज दी राजनीति की करदे, यही करदे ना। हुण श्री गुरु ग्रंथ साहब तो उन्होंने अधीन हो नहीं सकता, श्री गुरु ग्रंथ साहब को तो अपने काबू में रख नहीं सकते। इसलिए की करते हैं जो अगे लीडर ने उन्होंने अपने काबू में कर देंगे, उन्होंने अपनी कठपुतलियां बना लेंगे ने, बस उन्होंने अपन कठपुतलियां बना के उन्होंने अपने हत्थों में खिलारते हैं, सारी कौम फिर उन्होंने पिछे पिछे नचती है। बस आही कुछ है। गुरु ने तो अपने अधीन कर नहीं सकते, श्री गुरु ग्रंथ साहब तो उन्होंने बोली बोलेगा नहीं, इसलिए अखौती लीडर दे बोल ही सकते हैं, बोलते हैं। धन श्री गुरु हरकृष्ण साहब जी महाराज बच्चा समझदा सी, वो सोचदा सी बच्चा है, इसनूं मैं डरा लवांगा जां मैं इसनूं कोई ना कोई लालच दे दियांगा, ये जदों मेरे अधीन हो जाएगा, मेरे वस विच हो जाएगा, जदों मैं ये नारा ला दियांगा कि गुरु हरकृष्ण साहब मेरी गल मन गए हैं, सारी सिੱਖੀ मेरे अधीन हो जाएगी। किसी की हिम्मत नहीं पाएगी कोई मेरे खिलाफ आवाज़ उठावे, किसी की हिम्मत नहीं कि मेरे खिलाफ कोई सिर उच्चा चुके। किसी को मार देना ओडी महान गल नहीं हुंदी, किसी को गुलाम बना लेना सब तो महान गल होती है। किसी को मार देना ये बहादुरी नहीं होंदी, किसी को जिउंदियां पकड़ लेना सब तो बड़ी बहादुरी होंदी है। और सब तो बड़ी बहादुरी होंदी है जदों असीं किसी की मानसिकता नूं अपने गुलाम बना लेंदे हां। असीं किसी का शरीर बन लईए, असीं किसी का शरीर बन लईए, हो सकदा वो छुट जावे, वो किसी का मिन्नत तरला करके छुट जावे, हो सकता वो अपनी सियाणप नाल ही रस्सियां विचों निकल जावे, हो सकता। लेकिन जदों किसी की मानसिकता नूं बन लिया, जदों किसी की सोच नूं बन लईए,
ਉਹ ਨਹੀਂ ਫਿਰ ਨਿਕਲ ਸਕਦਾ, ਉਹ ਨਹੀਂ ਨਿਕਲ ਸਕਦਾ ਫਿਰ। ਇਸ ਲਈ ਰਾਜਨੀਤਿਕ ਲੋਕ ਸਰੀਰਕ ਤੌਰ ਤੇ ਨਹੀਂ ਬੰਨ੍ਹਦੇ, ਉਹ ਸਾਡੀ ਸੋਚ ਨੂੰ ਬੰਨ੍ਹ ਲੈਂਦੇ ਨੇ, ਸਾਡੀ ਮਾਨਸਿਕਤਾ ਨੂੰ ਬੰਨ੍ਹ ਲੈਂਦੇ ਨੇ। ਉਹ ਝੂਠ ਬੋਲ ਬੋਲ ਕੇ ਸਾਡੀ ਮਾਨਸਿਕਤਾ ਨੂੰ ਹੈਕ ਕਰ ਲੈਂਦੇ ਨੇ। ਉਹ ਰਾਜਨੀਤਿਕ ਕੀ ਜਿਹੜਾ ਝੂਠ ਨਾ ਬੋਲੇ। ਧਰਮੀ ਵਿੱਚ ਤੇ ਰਾਜਨੀਤਿਕ ਵਿੱਚ ਇਹੀ ਤੇ ਫਰਕ ਹੁੰਦਾ। ਰਾਜਨੀਤਿਕ ਜੋ ਕਹਿੰਦਾ ਉਹ ਕਰਦਾ ਨਹੀਂ, ਧਰਮੀ ਜੋ ਕਹਿੰਦਾ ਉਹ ਕਰਦਾ, ਬਸ ਇੰਨਾ ਫਰਕ ਹੁੰਦਾ। ਅਗਰ ਰਾਜਨੀਤਿਕ ਵੀ ਜੋ ਕਹੇ ਉਹ ਕਰਨ ਲੱਗ ਪਵੇ, ਉਹ ਰਾਜਨੀਤਿਕ ਨਹੀਂ ਰਹਿ ਜਾਂਦਾ, ਉਹ ਧਰਮੀ ਬਣ ਜਾਂਦਾ। ਅਗਰ ਕਿਤੇ ਧਰਮੀ ਪੁਰਸ਼ ਜੋ ਕਹੇ ਉਹ ਕਰੇ ਨਾ, ਇਹਦਾ ਮਤਲਬ ਫਿਰ ਉਹ ਹੁਣ ਧਰਮੀ ਨਹੀਂ ਰਿਹਾ, ਉਹ ਵੀ ਹੁਣ ਰਾਜਨੀਤਿਕ ਬਣ ਗਿਆ ਹੈ, ਉਹ ਵੀ ਰਾਜਨੀਤਿਕ ਬਣ ਗਿਆ ਹੈ। ਇਸ ਲਈ ਧਰਮੀ ਪੁਰਸ਼ ਜੋ ਇੱਕ ਵਾਰ ਬਚਨ ਮੂੰਹ ਤੋਂ ਕਹਿ ਦਿੰਦਾ, ਉਹ ਪੂਰਾ ਨਿਭਾਉਂਦਾ ਹੈ, ਭਾਵੇਂ ਉਸਦਾ ਸੀਸ ਕਿਉਂ ਨਾ ਲੱਗ ਜਾਏ, ਭਾਵੇਂ ਉਸਦਾ ਸਿਰ ਕਿਉਂ ਨਾ ਲੱਗ ਜਾਏ। ਇਸੇ ਕਰਕੇ ਹਜ਼ੂਰ ਨੇ ਬਾਣੀ ਵਿੱਚ ਵੀ ਗੱਲ ਕਹੀ, ਕਹਿਣ ਲੱਗੇ ਸੂਰ ਬੀਰ ਬਚਨ ਕੇ ਬਲੀ, ਕੌਲਾ ਬੱਬਰੀ ਸੰਤੀ ਚਲੀ। ਰੱਬੀ ਬੰਦੇ ਬਚਨ ਦੇ ਸੂਰਮੇ ਹੁੰਦੇ ਨੇ। ਉਹ ਬਚਨੀ ਕੀ ਕੀਤਾ ਜਿਹੜਾ ਇੱਕ ਵਾਰ ਮੂੰਹੋਂ ਕੱਢ ਦਿੱਤਾ ਤੇ ਉਹਨੂੰ ਪੁਗਾਇਆ ਨਾ। ਪਹਿਲੇ ਸੋਚ ਕੇ ਬੋਲੋ, ਪਹਿਲੇ ਸੋਚ ਕੇ ਵਾਅਦਾ ਕਰੋ, ਪਹਿਲੇ ਸੋਚ ਕੇ ਗੱਲ ਕਰੋ। ਜੇ ਗੱਲ ਕਰਕੇ ਮੁੜ ਕੇ ਮੁੱਕਰਨਾ ਹੀ ਹੈ, ਜੇ ਪਿਛਾ ਨੂੰ ਜਾਣਾ, ਇਹ ਕੋਈ ਧਰਮੀ ਪੁਰਸ਼ ਦੀ ਨਿਸ਼ਾਨੀ ਥੋੜ੍ਹਾ ਹੁੰਦੀ ਹੈ। ਧਰਮੀ ਤੇ ਉਹ ਹੁੰਦਾ ਜਿਹੜਾ ਆਪਣਾ ਬੋਲ ਪਗਾਉਣ ਵਾਸਤੇ ਆਪਣਾ ਸਿਰ ਤੱਕ ਲਾ ਦਿੰਦਾ, ਧਰਮੀ ਤੇ ਉਹ ਹੁੰਦਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਉਹਨਾਂ ਨੇ ਬੋਲ ਕਿਹਾ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਇਹ ਕੀ ਸਾਨੂੰ ਬੱਚਾ ਸਮਝਦਾ ਹੈ। ਔਰੰਗਜ਼ੇਬ ਬਾਦਸ਼ਾਹ ਦੇ ਮੱਥੇ ਤੱਕ ਨਹੀਂ ਲੱਗੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਸਮਾਂ ਆਇਆ ਗੁਰੂ ਤੇਗ ਬਹਾਦਰ ਸਾਹਿਬ ਦਾ, ਮੈਂ ਗੱਲ ਕਰ ਰਿਹਾ ਰਾਖੀ ਦੀ, ਗੱਲ ਕਰ ਰਿਹਾ ਰਾਖੀ ਦੀ। ਅਸੀਂ ਮਤ ਸਮਝੀਏ ਸਾਡੀ ਕੋਈ ਰਾਖੀ ਬੰਦਾ ਕਰੇਗਾ। ਸਤਿਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਬੰਦਾ ਬੰਦੇ ਦੀ ਰਾਖੀ ਨਹੀਂ ਕਰ ਸਕਦਾ। ਸਤਿਗੁਰੂ ਨੇ ਤੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਸ ਮਾਨੁਖ ਪੈ ਕਰੋ ਬੇਨੰਤੀ, ਸੋ ਆਪਣੇ ਦੁੱਖ ਭਰਿਆ। ਜਿਹੜਾ ਪਹਿਲੇ ਦੁੱਖਾਂ ਨਾਲ ਭਰਿਆ ਹੋਇਆ, ਉਹ ਕਿਸੇ ਦੇ ਦੁੱਖਾਂ ਦੀ ਨਿਵਰਤੀ ਕੀ ਕਰੇਗਾ। ਜਿਹੜਾ ਖੁਦ ਪਹਿਲੇ ਗੁਲਾਮੀ ਦੀ ਜ਼ਿੰਦਗੀ ਜੀ ਰਿਹਾ, ਉਹ ਕਿਸੇ ਦੂਸਰੇ ਨੂੰ ਆਜ਼ਾਦ ਕੀ ਕਰੇਗਾ। ਜਿਹੜਾ ਪਹਿਲੇ ਖੁਦ ਰਾਖੀ ਦਾ ਮੁਹਤਾਜ ਹੈ, ਕਿਸੇ ਦੂਸਰੇ ਦੀ ਰਾਖੀ ਉਹ ਕੀ ਕਰੇਗਾ। ਜਿਹੜਾ ਖੁਦ ਹੀ ਗੁਲਾਮ ਹੈ, ਕਿਸੇ ਦੂਸਰੇ ਨੂੰ ਸੁਤੰਤਰਤਾ ਕੀ ਦੇਵੇਗਾ, ਕਿਸੇ ਦੂਸਰੇ ਨੂੰ ਆਜ਼ਾਦ ਕੀ ਕਰੇਗਾ। ਇਸ ਲਈ ਰਾਖੀ ਕਰਦਾ ਹੈ ਸਤਿਗੁਰੂ, ਰਾਖੀ ਕਰਦਾ ਹੈ ਪ੍ਰਮਾਤਮਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਖੀ ਕੀਤੀ ਕਿ ਨਹੀਂ ਕੀਤੀ। ਉਸ ਧਰਮ ਦੀ ਰਾਖੀ ਕੀਤੀ ਜਿਸ ਧਰਮ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਸੀ, ਜਿਸ ਧਰਮ ਨਾਲ ਕੋਈ ਸੰਬੰਧ ਵੀ ਨਹੀਂ ਸੀ। ਬਕਾਇਦਾ ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਗੱਲ ਸਪਸ਼ਟ ਤੌਰ ਤੇ ਕਹਿ ਦਿੱਤੀ। ਕਹਿਣ ਲੱਗੇ ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨਾ ਲਿਆ। ਕਹਿਣ ਲੱਗੇ ਹਮਰਾ ਝਗੜਾ ਰਹਾ ਨਾ ਕੋ, ਪੰਡਤ ਮੁੱਲਾ ਛਾੜੇ ਦੋ। ਸਤਿਗੁਰੂ ਕਹਿਣ ਲੱਗੇ ਮੇਰਾ ਕਿਸੇ ਨਾਲ ਝਗੜਾ ਹੀ ਨਹੀਂ, ਮੈਂ ਦੋਨੋਂ ਹੀ ਛੱਡ ਦਿੱਤੇ ਨੇ। ਮੇਰਾ ਇਹਨਾਂ ਨਾਲ ਕਿਸੇ ਨਾਲ ਵੀ ਝਗੜਾ ਨਹੀਂ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਕਹਿਣ ਲੱਗੇ ਮੇਰਾ ਇਹਨਾਂ ਨਾਲ ਕਿਸੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ, ਨਾ ਮੇਰੀ ਕਿਸੇ ਨਾਲ ਦੁਸ਼ਮਣੀ ਹੈ, ਨਾ ਮੇਰਾ ਕਿਸੇ ਨਾਲ ਇਹਨਾਂ ਵਿੱਚੋਂ ਕਿਸੇ ਨਾਲ ਵਾਹ ਵਾਸਤਾ ਹੈ। ਲੇਕਿਨ ਕਿੱਡੇ ਕਮਾਲ ਦੀ ਗੱਲ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਧਰਮ ਦੀ ਰਾਖੀ ਕਰਨ ਵਾਸਤੇ ਦਿੱਲੀ ਜਾ ਰਹੇ ਨੇ ਜਿਸ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ। ਤੇ ਔਰੰਗਜ਼ੇਬ ਨੇ ਇਹੀ ਸਵਾਲ ਕੀਤਾ, ਕਹਿਣ ਲੱਗਾ ਮਹਾਰਾਜ ਮੈਂ ਇਸ ਗੱਲੋਂ ਬੜਾ ਹੈਰਾਨ ਹੁੰਨਾ, ਪਹਿਲੇ ਸਰੂਪ ਵਿੱਚ ਤੁਸੀਂ ਜਨੇਊ ਪਾਉਣ ਤੋਂ ਨਾ ਕੀਤੀ, ਅੱਜ ਤੁਸੀਂ ਉਸੇ ਜਨੇਊ ਦੀ ਰੱਖਿਆ ਕਰਨ ਵਾਸਤੇ ਆ ਗਏ ਹੋ। ਅੱਜ ਤੁਸੀਂ ਉਸੇ ਜਨੇਊ ਦੀ ਰਾਖੀ ਕਰਨ ਵਾਸਤੇ ਆ ਗਏ ਹੋ। ਜਿਸ ਟਿੱਕੇ ਨੂੰ, ਜਿਸ ਤਿਲਕ ਨੂੰ ਲਾਉਣ ਤੋਂ ਤੁਸੀਂ ਪਹਿਲੇ ਸਰੂਪ ਵਿੱਚ ਨਾ ਕੀਤੀ, ਅੱਜ ਤੁਸੀਂ ਉਹੀ ਤਿਲਕ ਬਚਾਉਣ ਵਾਸਤੇ ਆ ਗਏ। ਮੈਂ ਇਸ ਗੱਲੋਂ ਬੜਾ ਹੈਰਾਨ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ, ਔਰੰਗਜ਼ੇਬ ਜੇ ਅਸੀਂ ਜਨੇਊ ਨਹੀਂ ਪਾਇਆ ਤੇ ਇਹਦਾ ਅਰਥ ਕੋਈ ਇਹ ਨਹੀਂ ਕਿ ਅਸੀਂ ਕੋਈ ਜਨੇਊ ਦੇ ਦੁਸ਼ਮਣ ਹਾਂ। ਇਹਦਾ ਅਰਥ ਕੋਈ ਇਹ ਨਹੀਂ ਕਿ ਅਸੀਂ ਕੋਈ ਜਨੇਊ ਦੇ ਵੈਰੀ ਹਾਂ। ਇਹਦਾ ਅਰਥ ਕੋਈ ਇਹ ਨਹੀਂ ਕਿ ਅਸੀਂ ਜਨੇਊ ਦੇਖਣਾ ਨਹੀਂ ਚਾਹੁੰਦੇ ਜਾਂ ਅਸੀਂ ਜਨੇਊ ਧਾਰੀ ਨਹੀਂ ਦੇਖਣਾ ਚਾਹੁੰਦੇ। ਸਾਡੀ ਸੋਚ ਇਹ ਨਹੀਂ ਕਿ ਸਿਰਫ ਦੁਨੀਆ ਤੇ ਅਸੀਂ ਹੀ ਦਿਸੀਏ, ਕੋਈ ਹੋਰ ਦਿਸੇ ਹੀ ਨਾ। ਤੇਰੀ ਸੋਚ ਵਿੱਚ ਤੇ ਸਾਡੀ ਸੋਚ ਵਿੱਚ ਬਸ ਇਹੀ ਫਰਕ ਹੈ। ਹਜ਼ੂਰ ਨੇ ਕਿਹਾ ਔਰੰਗਜ਼ੇਬ ਤੇਰੀ ਸੋਚ ਹੈ ਕਿ ਦੁਨੀਆ ਤੇ ਇਸਲਾਮ ਹੀ ਇਸਲਾਮ ਦਿਸੇ, ਪਰ ਸਾਡੀ ਸੋਚ ਹੈ ਇਹ ਸੰਸਾਰ ਇੱਕ ਬਗੀਚੇ ਦੀ ਤਰ੍ਹਾਂ ਖਿੜਿਆ ਹੋਇਆ ਹੋਵੇ। ਇਹ ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਧਰਮ ਟਹਿਕਦੇ ਹੋਣ, ਜਿਵੇਂ ਬਗੀਚੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਮਹਿਕਦੇ ਨੇ, ਤਰ੍ਹਾਂ ਤਰ੍ਹਾਂ ਦੇ ਫੁੱਲ ਟਹਿਕਦੇ ਨੇ। ਇੱਕ ਬਾਗ ਦੇ ਵਿੱਚ ਸਿਰਫ ਇੱਕ ਹੀ ਬੂਟਾ ਹੋਵੇ, ਇੱਕ ਬਗੀਚੇ ਵਿੱਚ ਸਿਰਫ ਇੱਕ ਹੀ ਫੁੱਲਾਂ ਦਾ ਬੂਟਾ ਖਿੜ ਰਿਹਾ ਹੋਵੇ, ਕੋਈ ਉਸ ਬਗੀਚੇ ਦੀ ਸੈਰ ਕਰਨ ਵਾਸਤੇ ਨਹੀਂ ਆਉਂਦਾ। ਬਗੀਚਾ ਉਹੀ ਹੁੰਦਾ ਜਿਸ ਬਗੀਚੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਟਹਿਕ ਰਹੇ ਹੁੰਦੇ ਨੇ। ਕਿਸੇ ਨੂੰ ਕੋਈ ਫੁੱਲ ਚੰਗਾ ਲੱਗਦਾ, ਕਿਸੇ ਨੂੰ ਕੋਈ ਫੁੱਲ ਚੰਗਾ ਲੱਗਦਾ।
ਕਿਸੇ ਨੂੰ ਕਿਸੇ ਫੁੱਲ ਦੀ ਖੁਸ਼ਬੂ ਚੰਗੀ ਲੱਗਦੀ ਹੈ, ਕਿਸੇ ਨੂੰ ਕਿਸੇ ਫੁੱਲ ਦੀ ਖੁਸ਼ਬੂ ਚੰਗੀ ਲੱਗਦੀ ਹੈ। ਸੰਸਾਰ ਇੱਕ ਬਗੀਚਾ ਹੈ, ਇੱਕ ਬਗੀਚਾ ਪੇੜ ਕੰਨ ਕਰਿਆ। ਇਹ ਸੰਸਾਰ ਤੇ ਬਗੀਚਾ ਹੈ, ਸੰਸਾਰ ਤੇ ਇੱਕ ਫੁਲਵਾੜੀ ਹੈ। ਇੱਥੇ ਤੇ ਤਰ੍ਹਾਂ ਤਰ੍ਹਾਂ ਦੇ ਫੁੱਲ ਮਹਿਕ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਫੁੱਲ ਟਹਿਕ ਰਹੇ ਨੇ। ਇੱਥੇ ਤੇ ਤਰ੍ਹਾਂ ਤਰ੍ਹਾਂ ਦੇ ਫੁੱਲ ਆਪਣੀ ਖੁਸ਼ਬੂ ਬਖੇਰ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਫੁੱਲ ਆਪਣੀ ਸੁਗੰਧੀ ਛੱਡ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਮੈਂ ਇਹੀ ਚਾਹੁੰਦਾ ਸੰਸਾਰ ਇੱਕ ਬਗੀਚੇ ਦੀ ਤਰ੍ਹਾਂ ਹੋਵੇ। ਇੱਥੇ ਹਿੰਦੂ ਵੀ ਆਪਣੀ ਖੁਸ਼ਬੂ ਬਖੇਰਨ, ਇੱਥੇ ਇਸਲਾਮ ਵੀ ਆਪਣੀ ਖੁਸ਼ਬੂ ਬਖੇਰੇ, ਇੱਥੇ ਬੋਧੀ ਵੀ ਆਪਣੀ ਖੁਸ਼ਬੂ ਬਖੇਰਨ, ਇੱਥੇ ਜੈਨੀ ਵੀ ਆਪਣੀ ਖੁਸ਼ਬੂ ਬਖੇਰਨ, ਇੱਥੇ ਈਸਾਈ ਵੀ ਆਪਣੀ ਖੁਸ਼ਬੂ ਬਖੇਰਨ, ਇੱਥੇ ਸਿੱਖ ਵੀ ਆਪਣੀ ਖੁਸ਼ਬੂ ਬਖੇਰਨ। ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਇੱਥੇ ਵਿਖਰੀਆਂ ਹੋਣ, ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਆ ਰਹੀਆਂ। ਜਿਹਨੂੰ ਜਿਹੜੀ ਚੰਗੀ ਲੱਗਦੀ ਉਹ ਪ੍ਰਵਾਨ ਕਰੇ, ਕੋਈ ਕਿਸੇ ਦੇ ਜ਼ੁਲਮ ਕਰਦਾ। ਜਿਹਨੂੰ ਜਿਹੜਾ ਫੁੱਲ ਚੰਗਾ ਲੱਗਦਾ ਉਹ ਫੁੱਲ ਦੇ ਕੋਲ ਜਾਵੇ। ਕਿਸੇ ਨੂੰ ਕੀ ਤਕਲੀਫ ਹੈ, ਕਿਸੇ ਨੂੰ ਕੀ ਮੁਸ਼ਕਲ ਹੈ। ਇਸ ਲਈ ਅਸੀਂ ਜੇ ਜਨੇਊ ਨਹੀਂ ਪਾਇਆ ਤਾਂ ਇਹਦਾ ਅਰਥ ਕੋਈ ਇਹ ਨਹੀਂ ਕਿ ਅਸੀਂ ਕੋਈ ਜਨੇਊ ਦੇ ਵਿਰੋਧੀ ਹਾਂ। ਅਸੀਂ ਜੇ ਤਿਲਕ ਨਹੀਂ ਲਾਇਆ ਤਾਂ ਅਸੀਂ ਕੋਈ ਤਿਲਕ ਦੇ ਵਿਰੋਧੀ ਹਾਂ। ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਜੇ ਸਾਡੀ ਪਹਿਚਾਣ ਦੁਨੀਆ ਤੇ ਰਹਿਣੀ ਚਾਹੀਦੀ ਹੈ, ਇਹਨਾਂ ਦੀ ਵੀ ਪਹਿਚਾਣ ਦੁਨੀਆ ਤੇ ਰਹਿਣੀ ਚਾਹੀਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਨੂੰ ਆਖਿਆ, ਔਰੰਗਜ਼ੇਬ ਉਹ ਧਰਮ ਨਹੀਂ ਹੁੰਦਾ ਜਿਹੜਾ ਧਰਮ ਇਹ ਕਹੇ ਕਿ ਸਿਰਫ ਮੇਰੀ ਹੋਂਦ ਹੀ ਰਵੇ, ਕਿਸੇ ਹੋਰ ਦੀ ਹੋਂਦ ਹੀ ਨਾ ਹੋਵੇ, ਉਹ ਧਰਮ ਨਹੀਂ ਹੁੰਦਾ। ਧਰਮ ਉਹੀ ਹੁੰਦਾ, ਉਹ ਕਹਿੰਦਾ ਮੇਰੀ ਵੀ ਹੋਂਦ ਰਹੇ, ਦੂਸਰਿਆਂ ਦੀ ਵੀ ਹੋਂਦ ਬਣੀ ਰਹੇ। ਸਾਰੇ ਧਰਮ ਜਦੋਂ ਭਰਾ ਭਰਾ ਬਣ ਕੇ ਰਹਿੰਦੇ ਨੇ, ਬਸ ਉਦੋਂ ਹੀ ਸੰਸਾਰ ਤੇ ਸ਼ਾਂਤੀ ਹੁੰਦੀ ਹੈ। ਕੋਈ ਜ਼ਰੂਰੀ ਨਹੀਂ ਇੱਕ ਮਾਂ ਦੇ 4 ਪੁੱਤਰ ਨੇ, ਚੌਹਾਂ ਦੇ ਸੁਭਾਅ ਇੱਕ ਹੋਣ, ਕੋਈ ਜ਼ਰੂਰੀ ਨਹੀਂ ਹੈ। ਕੋਈ ਜ਼ਰੂਰੀ ਨਹੀਂ ਇੱਕ ਮਾਂ ਦੇ 4 ਪੁੱਤਰ ਹੋਣ, ਚੌਹਾਂ ਦੀ ਸੋਚ ਇੱਕ ਹੋਵੇ। ਪਰ ਇਹਦਾ ਅਰਥ ਇਹ ਨਹੀਂ ਉਹਨਾਂ ਚੌਹਾਂ ਦੇ ਵਿੱਚ ਇੱਕ ਕਹੇ 3 ਖਤਮ ਹੋ ਜਾਣ, ਬਸ ਮੈਂ ਹੀ ਜਿਉਂਦਾ ਰਹਾਂ। ਉਸ ਨੂੰ ਭਰਾ ਨਹੀਂ ਕਹਿੰਦੇ ਲੋਕ, ਉਸ ਨੂੰ ਦੁਸ਼ਮਣ ਕਹਿੰਦੇ ਨੇ, ਉਸ ਨੂੰ ਘਾਤਕ ਕਹਿੰਦੇ ਨੇ। ਭਰਾ ਉਹੀ ਹੁੰਦਾ, ਉਹ ਕਹਿੰਦਾ ਸੱਜਣਾ ਤੇਰੀ ਸੋਚ ਆਪਣੀ ਹੈ, ਮੇਰੀ ਸੋਚ ਆਪਣੀ ਹੈ, ਤੂੰ ਆਪਣੇ ਲਿਹਾਜ਼ ਨਾਲ ਆਪਣੀ ਜ਼ਿੰਦਗੀ ਬਸਰ ਕਰ, ਮੈਨੂੰ ਆਪਣੇ ਲਿਹਾਜ਼ ਨਾਲ ਜ਼ਿੰਦਗੀ ਬਸਰ ਕਰਨ ਦੇ। ਤੂੰ ਮੇਰੇ ਵਿੱਚ ਦਖਲਅੰਦਾਜ਼ੀ ਨਾ ਦੇ, ਮੈਂ ਤੇਰੇ ਵਿੱਚ ਦਖਲਅੰਦਾਜ਼ੀ ਨਹੀਂ ਦਿੰਦਾ। ਧਰਮ ਤੇ ਭਰਾ ਭਰਾ ਬਣ ਕੇ ਰਹਿਣਾ ਸਿਖਾਉਂਦੇ ਨੇ। ਧਰਮ ਕੋਈ ਨਫ਼ਰਤ ਥੋੜ੍ਹਾ ਸਿਖਾਉਂਦੇ ਨੇ, ਧਰਮ ਕੋਈ ਈਰਖਾ ਥੋੜ੍ਹਾ ਸਿਖਾਉਂਦੇ ਨੇ, ਧਰਮ ਕੋਈ ਜ਼ੁਲਮ ਕਰਨਾ ਥੋੜ੍ਹਾ ਸਿਖਾਉਂਦੇ ਨੇ। ਧਰਮ ਤੇ ਪਿਆਰ ਸਿਖਾਉਂਦੇ ਨੇ। ਧਰਮ ਤੇ ਕਹਿੰਦੇ ਨੇ ਮੈਂ ਪਿਆਰ ਨਾਲ ਰਹਿਣਾ ਚਾਹੁੰਦਾ, ਤੂੰ ਮੈਨੂੰ ਪਿਆਰ ਨਾਲ ਰਹਿਣ ਦੇ, ਔਰ ਮੈਂ ਤੈਨੂੰ ਵੀ ਪਿਆਰ ਨਾਲ ਹੀ ਰੱਖਣਾ ਚਾਹੁੰਦਾ, ਤੂੰ ਵੀ ਪਿਆਰ ਨਾਲ ਜੀ, ਸੁਖ ਦੀ ਜ਼ਿੰਦਗੀ ਜੀ, ਮੈਨੂੰ ਵੀ ਜੀਣ ਦੇ। ਉਸ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਹਿੰਦੂ ਧਰਮ ਦੀ ਰਾਖੀ ਕਰਕੇ ਸੰਸਾਰ ਨੂੰ ਦੱਸ ਦਿੱਤਾ, ਰਾਖੀ ਕਰਨ ਵਾਲਾ ਗੁਰੂ ਹੈ, ਰਾਖੀ ਕਰਨ ਵਾਲਾ ਪਰਮਾਤਮਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 14 ਜੰਗ ਲੜ ਕੇ ਸਾਰਾ ਪਰਿਵਾਰ ਵਾਰ ਕੇ ਦੁਨੀਆ ਨੂੰ ਦੱਸ ਦਿੱਤਾ, ਸੰਸਾਰ ਦੀ ਰੱਖਿਆ ਕਰਨ ਵਾਲਾ ਗੁਰੂ ਹੋ ਸਕਦਾ ਹੈ, ਪਰਮਾਤਮਾ ਹੋ ਸਕਦਾ ਹੈ। ਗੁਰੂ ਕੀ ਸਾਧ ਸੰਗਤ ਜੀ, ਆਪ ਜੀ ਨੇ ਬਹੁਤ ਪਿਆਰ ਬੜੇ ਟਿਕਾਓ ਦੇ ਨਾਲ ਸਾਰੀਆਂ ਵਿਚਾਰਾਂ ਸਰਵਣ ਕੀਤੀਆਂ। ਜਿੰਨਾ ਆਪ ਜੀ ਦਾ ਟਿਕਾਓ ਹੈ ਔਰ ਹਟਣ ਨੂੰ ਦਿਲ ਨਹੀਂ ਕਰਦਾ। ਅੱਜ ਸੈਕਟਰੀ ਸਾਹਿਬ ਨੂੰ ਵੀ ਖੁੱਲ੍ਹ ਹੈ ਕਿ ਜਿੰਨਾ ਚਿਰ ਮਰਜ਼ੀ ਕਥਾ ਕਰੋ, ਪਰ ਮਜਬੂਰੀ ਇਹ ਹੈ ਕਿ ਮੈਂ ਬਰਮਿੰਘਮ ਜਾਣਾ, ਉੱਥੇ 2:30 ਵਜੇ ਕਥਾ ਕਰਨੀ ਹੈ, ਕਿਉਂਕਿ ਸਾਡੇ ਡੁਬੇਲੀ ਪਿੰਡ ਉੱਥੇ ਬੜਾ ਇੱਕ ਵੱਡਾ ਸਥਾਨ ਬਦਿਆਲਾ, ਉਹਨਾਂ ਦੀ ਸਭ ਤੋਂ ਪਹਿਲੇ ਮਹਾਂਪੁਰਖ ਬਾਬਾ ਦਲੀਪ ਸਿੰਘ ਜੀ ਹੋਏ, ਉਹਨਾਂ ਦੀ ਅੱਜ ਬਰਸੀ ਹੈ, 72ਵੀਂ ਬਰਸੀ। ਸਾਡੇ ਪਿੰਡ ਡੁਬੇਲੀ ਵੀ ਮਨਾਈ ਜਾ ਰਹੀ ਵੱਡੇ ਪੱਧਰ 'ਤੇ, ਇੱਥੇ ਬਰਮਿੰਘਮ ਵੀ ਉਹਨਾਂ ਦੀ ਬਰਸੀ ਵੱਡੇ ਪੱਧਰ 'ਤੇ ਮਨਾਈ ਜਾ ਰਹੀ ਹੈ। ਉੱਥੇ ਜਾ ਕੇ ਕਥਾ ਕਰਨੀ ਹੈ। ਉਸ ਸਥਾਨ 'ਤੇ ਰਹਿ ਕੇ ਦਾਸਾਂ ਨੇ 15 ਸਾਲ ਉਸ ਸਥਾਨ 'ਤੇ ਰਹਿ ਕੇ ਇਹ ਸਾਰੀ ਵਿਦਿਆ ਸਿੱਖੀ। ਉੱਥੇ ਗੁਰਬਾਣੀ ਸੰਥਿਆ, ਗੁਰਬਾਣੀ ਕੀਰਤਨ, ਗੁਰਬਾਣੀ ਕਥਾ ਸਭ ਕੁਝ ਉਸ ਵਿਦਿਆਲੇ ਵਿੱਚ ਰਹਿ ਕੇ ਸਿੱਖਿਆ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ, ਆਪ ਸੰਗਤਾਂ ਦੀਆਂ ਅਸੀਸਾਂ ਦੇ ਨਾਲ, ਆਪ ਸੰਗਤਾਂ ਦੀ ਸੇਵਾ ਕਰਨ ਦੇ ਸਾਧ ਸੰਗਤ ਯੋਗ ਹੋਏ ਹਾਂ। ਔਰ ਇਸ ਸਥਾਨ 'ਤੇ ਜਦੋਂ ਵੀ ਆਈਦਾ ਹੈ ਬਹੁਤ ਹੀ ਖੁਸ਼ੀ ਮਿਲਦੀ ਹੈ। ਕਿਉਂਕਿ ਇਸ ਸਥਾਨ 'ਤੇ ਸੰਗਤ ਬਹੁਤ ਪਿਆਰ ਦੇ ਨਾਲ ਕਥਾ ਸਰਵਣ ਕਰਦੀ ਹੈ। ਸਵੇਰੇ ਵੀ, ਸ਼ਾਮ ਵੀ, ਐਤਵਾਰ ਨੂੰ ਵੀ ਸੰਗਤ ਬਹੁਤ ਪਿਆਰ ਨਾਲ ਕਥਾ ਸਰਵਣ ਕਰਦੀ ਹੈ। ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਆਪ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰਸਿੱਖਾਂ ਦਾ, ਖਾਸ ਕਰਕੇ ਮਾਈਆਂ, ਬੀਬੀਆਂ, ਭੈਣਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਕਾਫੀ ਲੰਬਾ ਸਮਾਂ ਮੈਂ ਦੇਖ ਰਿਹਾ ਸੀ ਔਰ ਤਕਰੀਬਨ 1.5 ਘੰਟਾ ਹੋ ਚੱਲਾ। ਆਪ ਜੀ ਨੇ ਇੱਕ ਰਸ ਟਿਕ ਕੇ ਕਥਾ ਸਰਵਣ ਕੀਤੀ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਿੱਥੇ ਤੁਸੀਂ ਪਿਆਰ ਸ਼ਰਧਾ ਨਾਲ ਕਥਾ ਸਰਵਣ ਕੀਤੀ, ਉੱਥੇ ਕਥਾ ਦੇ ਸਤਿਕਾਰ ਵਿੱਚ ਬੇਅੰਤ ਮੈਂ ਅਰਦਾਸ ਕਰਵਾਈ ਸਤਿਗੁਰੂ ਸਭਨਾਂ ਦੀਆਂ
ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣ। ਸਾਧ ਸੰਗਤ ਜੀ, ਜਿਹੜੀ ਤੁਸੀਂ ਮਾਇਆ ਦਿੰਦੇ ਆ ਨਾ, ਇਹ ਨਹੀਂ ਕਿ ਇਸ ਮਾਇਆ ਦੇ ਵਿੱਚੋਂ ਮੈਂ ਨਹੀਂ ਖਰਚਦਾ, ਮੈਂ ਕਹਾਂ ਜੀ ਨਾ ਜੀ ਨਾ, ਇਹ ਤੇ ਤੁਹਾਡੀ ਸਾਰੀ ਮਾਇਆ ਤੇ ਮੈਂ ਜੀ ਲੋੜਵੰਦਾਂ ਦੀ ਖਾਤਰੀ ਖਰਚ ਦਿੰਦਾ ਨਾ। ਇਹ ਤੁਹਾਡੀ ਮਾਇਆ ਜਿਹੜੀ ਹੈ ਨਾ, ਬਹੁਤ ਲੋੜਵੰਦ ਪਰਿਵਾਰਾਂ ਤੱਕ ਵੀ ਪਹੁੰਚਦੀ ਹੈ। ਤੁਹਾਡੀ ਇਸ ਮਾਇਆ ਦੇ ਨਾਲ ਕਿੰਨੇ ਉਹ ਬੱਚੇ ਨੇ ਜਿਨ੍ਹਾਂ ਦੀਆਂ ਫੀਸਾਂ ਜਾਂਦੀਆਂ, ਸਕੂਲਾਂ ਦੇ ਦਾਖਲੇ ਜਾਂਦੇ ਨੇ। ਇਸ ਮਾਇਆ ਦੇ ਵਿੱਚੋਂ ਕਈ ਪਰਿਵਾਰ ਜਿਨ੍ਹਾਂ ਨੂੰ ਮਹੀਨਾਵਾਰੀ ਪੈਸੇ ਵੀ ਜਾਂਦੇ ਨੇ। ਤੁਹਾਡੀ ਇਸ ਮਾਇਆ ਦੇ ਨਾਲ ਕਈ ਪਰਿਵਾਰ ਜਿਨ੍ਹਾਂ ਤੇ ਛੋਟੀਆਂ ਮੋਟੀਆਂ ਛੱਤਾਂ ਬਣਾ ਕੇ ਦਿੱਤੀਆਂ। ਤੁਹਾਡੀ ਇਸ ਮਾਇਆ ਦੇ ਨਾਲ ਕਈ ਬੱਚੀਆਂ ਜਿਨ੍ਹਾਂ ਦੀ ਵਿਆਹ ਸ਼ਾਦੀਆਂ ਵੀ ਘਰ ਵੀ ਵਸਾਏ। ਇਹ ਸਾਰਾ ਕੁਝ ਤੁਹਾਡੀ ਇਸ ਮਾਇਆ ਦੇ ਵਿੱਚੋਂ ਹੋ ਰਿਹਾ। ਤੁਹਾਡੀ ਇਸ ਮਾਇਆ ਦੇ ਨਾਲ ਮੈਂ ਵੀ ਕੱਪੜੇ ਪਾਉਣਾ, ਮੈਂ ਵੀ ਰੋਜੀ ਰੋਟੀ ਖਾਣਾ, ਮੈਂ ਵੀ ਸੁੱਖ ਲੈਣਾ। ਇਸ ਵਾਸਤੇ ਤੁਹਾਡੀ ਮਾਇਆ ਜੇ ਤੁਸੀਂ 1 ਪਾਉਂਡ ਦਿੰਦੇ ਹੋ ਨਾ, ਤੇ ਘੱਟੋ ਘੱਟ ਉਹਦੇ ਵਿੱਚੋਂ 50 ਪੈਸੇ ਜਿਹੜੇ ਆ ਉਹ ਲੋੜਵੰਦਾਂ ਤੱਕ ਪਹੁੰਚਦੇ ਆ। ਸੋ ਇਸ ਵਾਸਤੇ 1 ਵੀ ਪੈਸਾ ਤੁਹਾਡਾ ਜਿਹੜਾ ਹੈ ਉਹ ਅਜਾਈ ਨਹੀਂ ਜਾਂਦਾ, ਵਿਅਰਥ ਨਹੀਂ ਜਾਂਦਾ। ਕਿਤੇ ਇਹੋ ਜਿਹੀ ਜਗ੍ਹਾ ਤੇ ਨਹੀਂ ਜਾਂਦਾ ਜਿੱਥੇ ਗਿਆ ਮੈਨੂੰ ਵੀ ਸ਼ਰਮ ਆਵੇ, ਤੁਹਾਡੀ ਕਮਾਈ ਵੀ ਵਿਅਰਥ ਜਾਵੇ ਨਾ। ਸੋ ਆਪ ਜੀ ਦੀ ਦਿੱਤੀ ਹੋਏ ਮਾਇਆ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਵਾਨ ਕਰਨ, ਕਿਰਤ ਕਮਾਈਆਂ ਵਿੱਚ ਸਫਲਤਾ ਬਖਸ਼ਿਸ਼ ਕਰਨ। ਪਿਆਰ ਵਿੱਚ ਸਰਬੱਤ ਮਾਈ ਭਾਈ ਫਤਿਹ ਬੁਲਾਓ ਜੀ। ਪਿਆਰ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।